ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਉਹ ਸੁਣ ਕੇ ਮੈਨੂੰ ਲੱਗਦਾ ਹੀ ਨਹੀਂ ਸੀਗਾ ਵੀ ਇਹ ਬੰਦਾ ਜਿਹੜਾ ਟਸ਼ਨ ਦਾ ਪੈਗ ਕਰਦਾ ਹੁੰਦਾ ਸੀ, ਜਿਹਦੀ ਬਾਡੀ ਲੈਂਗੁਏਜ ਤੇ ਵੀ ਪੂਰਾ ਕੰਟਰੋਲ ਨਹੀਂ ਸੀਗਾ ਨਾ, ਤੇ ਉਹ ਇੰਨੇ ਠਰਮੇ ਨਾਲ ਬੈਠ ਕੇ ਇੰਟਰਵਿਊਜ਼ ਦੇ ਰਿਹਾ ਐਂਡ ਥਾਟ ਕਲੈਰਿਟੀ ਇੰਨੀ ਜ਼ਿਆਦਾ ਹੈ ਨਾ। ਮੇਰੇ ਕਦੀ ਦਿਲ 'ਚ ਐ ਨਹੀਂ ਗੱਲ ਆਈ ਕਿ ਮੇਰੇ ਨਾਲ ਸਲਮਾਨ ਖਾਨ ਬੈਠੇ ਨੇ, ਸ਼ਾਹਰੁਖ ਖਾਨ ਬੈਠੇ ਨੇ, ਆਲੀਆ ਭੱਟ ਬੈਠੇ ਨੇ। ਈਵਨ ਮੈਂ ਤਾਂ ਜਦੋਂ ਸਲਮਾਨ ਖਾਨ ਬੈਠੇ ਤੇ ਉਹਨਾਂ ਦੇ ਮੈਨੇਜਰ ਆਏ, ਉਹ ਕਹਿੰਦੇ ਜੀ ਕਿਹੜੇ ਕੁਐਸਚਨ ਕਿਹੜੇ ਪੁੱਛੋਗੇ ਤੁਸੀਂ? ਮੈਂ ਕਿਹਾ ਤੁਸੀਂ ਦੱਸੋ ਕੀ ਨਹੀਂ ਪੁੱਛਣਾ। ਉਹ ਕਹਿੰਦੇ ਕਿ ਉਹਨੇ ਮੇਰੀ ਇਹ ਗੱਲ ਸੁਣੀ ਤਾਂ ਸਲਮਾਨ ਕਹਿੰਦੇ ਕਿ ਤੂੰ ਜੋ ਮਰਜ਼ੀ ਪੁੱਛ। ਮੈਂ ਤਾਂ ਇੰਟਰਵਿਊ ਤੋਂ ਬਾਅਦ ਇਹ ਕਹਿੰਦਾ ਇੱਕ ਬਾਈਟ ਬਣਾ ਦਿਓ ਮੇਰਾ ਗਾਣਾ ਆਉਣ ਵਾਲਾ। ਹਾਂ, 2-3 ਰੂਟੀਨਾਂ ਨੇ ਜਿਹੜੀਆਂ ਮੈਂ ਡੇਲੀ ਫੋਲੋ ਕਰਦਾ। ਇੱਕ ਸਵੇਰੇ ਉੱਠ ਕੇ ਮੈਂ ਘਰੋਂ ਨਿਕਲਣ ਤੋਂ ਪਹਿਲਾਂ ਪਾਠ ਕਰਦਾ ਹੀ ਕਰਦਾ। ਇੱਕ ਸੌਣ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹੀ ਟੇਕਦਾ। ਮੈਂ ਕਿਸੇ ਨੂੰ ਇਹ ਸਮਝਾ ਨਹੀਂ ਸਕਦਾ ਕਿ ਨੌਨ ਵੈਜ ਖਾਣ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਕੀ ਨੁਕਸਾਨ ਹੁੰਦਾ। ਤੁਸੀਂ 15 ਸਾਲ ਬਾਅਦ ਕਿੱਦਾਂ ਦੀ ਸੋਚ ਰੱਖਣ ਲੱਗ ਜਾਓਗੇ। ਤੁਹਾਨੂੰ ਕਦੇ ਐਂ ਲੱਗਿਆ ਵੀ ਮੈਂ ਸ਼ਰਾਬ ਨਹੀਂ ਪੀਂਦਾ ਹੈਗਾ ਜਾਂ ਮੈਂ ਨੌਨ ਵੈਜ ਨਹੀਂ ਖਾਂਦਾ, ਵੀ ਮੈਨੂੰ ਕੰਮ ਕਰਨ 'ਚ ਕੋਈ ਦਿੱਕਤ ਆ ਰਹੀ ਆ, ਜਾਂ ਮੈਨੂੰ ਕੋਈ ਲਿੰਕ ਬਣਾਉਣ 'ਚ ਦਿੱਕਤ ਆ ਰਹੀ ਆ, ਵੀ ਜਾਂ ਲੋਕਾਂ ਦੇ ਨਾਲ ਮੈਂ ਸੋਸ਼ਲ ਨਹੀਂ ਹੋ ਸਕਦਾ? ਜੇ ਮੈਂ ਗਾਣੇ ਗਾਉਣ ਲੱਗ ਗਿਆ ਹੁਣ ਤਾਂ ਮੈਂ ਫਿਰ ਉਸੇ ਕੈਟੇਗਰੀ 'ਚ ਡਿੱਗ ਜਾਊਂਗਾ। ਕਰੂੰਗਾ, ਇੱਦਾਂ ਨਹੀਂ ਮੈਂ ਨਹੀਂ ਕਰਦਾ, ਪਰ ਮੈਂ ਹੱਲੇ ਲੋਕਾਂ ਨੂੰ ਕਈਆਂ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਗਾਣੇ ਵੀ ਕੀਤੇ ਆ। ਸੋ ਲੋਕਾਂ ਨੂੰ ਮੇਰੀ ਪਛਾਣ ਸ਼ੂਟਰ ਫਿਲਮ ਕਰਕੇ ਆ। ਕਹਿੰਦੇ ਨੇ ਜੀ ਉਹ ਫਲਾਣੇ ਸਿੰਗਰ ਨੂੰ ਲੈ ਲਓ। ਮੇਰੀ ਕੋਈ ਪ੍ਰੋਬਲਮ ਨਹੀਂ ਗੀ ਸਿੰਗਰਸ ਨਾਲ। ਮੈਂ ਗਾਣੇ ਗਾਉਂਦਾ ਰਿਹਾ ਤੇ ਮੈਨੂੰ ਵੀ ਸਾਰੇ ਸਿੰਗਰ ਹੀ ਕਹਿੰਦੇ ਨੇ, ਅੱਧੇ ਹੱਲੇ ਵੀ ਸਿੰਗਰ ਕਹਿੰਦੇ ਨੇ। ਪਰ ਮੈਨੂੰ ਇਹ ਚੀਜ਼ ਤੋਂ ਪ੍ਰੋਬਲਮ ਹੁੰਦੀ ਆ ਕਿ ਇੱਕ ਟੈਲੈਂਟਡ ਬੰਦੇ ਜਦੋਂ ਪਿੱਛੇ ਰਹਿ ਜਾਂਦੇ ਆ। ਤੁਸੀਂ ਕਾਮੇਡੀ ਕਰਨ ਲਈ ਤੁਹਾਨੂੰ ਪੰਚ ਮਾਰਨ ਦੀ ਲੋੜ ਨਹੀਂ। ਜੇ ਪੰਚ ਮਾਰਨ ਦੀ ਲੋੜ ਹੁੰਦੀ ਤਾਂ ਮਿਸਟਰ ਬੀਨ ਨੂੰ ਕੋਈ ਨਾ ਦੇਖਦਾ। ਜਦੋਂ ਕੋਈ ਆਰਟਿਸਟ ਇੱਦਾਂ ਕੰਮ ਕਰਦਾ ਨਾ ਜਿਹਦੇ 'ਚ ਦਿਲੋਂ ਕੰਮ ਕੀਤਾ ਜਾਂਦਾ, ਉਹ 1 ਤੋਂ 2 ਫਿਲਮਾਂ ਹੋ ਸਕਦੀਆਂ ਜਾਂ ਸਾਲ 'ਚ ਵੱਧ ਤੋਂ ਵੱਧ 3 ਗਾਣੇ ਹੋ ਸਕਦੇ ਜਿਹੜੇ ਦਿਲੋਂ ਬਣਾਏ ਹੋਣ ਮਿਹਨਤ ਕਰਕੇ। ਬਾਕੀ ਸਾਰੇ ਪੈਸਿਆਂ ਲਈ ਹੋ ਸਕਦੇ ਆ। ਨੈਗੇਟਿਵਿਟੀ ਦੇ ਨਾਲ ਤੁਸੀਂ ਕਿਵੇਂ ਡੀਲ ਕਰਦੇ ਹੋ? ਇੱਕ ਨੈਗੇਟਿਵਿਟੀ ਜਿਹੜੀ ਕਿ ਲੋਕਾਂ ਵੱਲੋਂ ਤੁਹਾਨੂੰ ਦਿੱਤੀ ਜਾਂਦੀ ਹੈ, ਇੱਕ ਨੈਗੇਟਿਵਿਟੀ ਤੁਹਾਡੇ ਅੰਦਰ ਵੀ ਕਦੇ ਨਾ ਕਦੇ ਤਾਂ ਆਉਂਦੀ ਹੈ। ਜਦੋਂ ਕੋਈ ਕਹਿੰਦਾ ਮੈਂ ਐਕਟਰ ਬਣਨਾ ਚਾਹੁੰਦਾ, ਮੈਂ ਸਿੰਗਰ ਬਣਨਾ ਚਾਹੁੰਦਾ, ਉਹਦੇ 'ਚ ਪੜ੍ਹਾਈ ਦਾ ਕੋਈ ਲੈਣਾ ਦੇਣਾ ਨਹੀਂ। ਉਹ 'ਚ ਤੁਹਾਡਾ ਟੈਲੈਂਟ, ਤੁਹਾਡੀ ਵਿਲ ਪਾਵਰ। ਉਦੋਂ ਲੋਕ ਕਿੰਤੂ ਪਰੰਤੂ ਕਰਨ ਲੱਗ ਜਾਂਦੇ। ਉਦੋਂ ਕਹਿਣ ਲੱਗ ਜਾਂਦੇ ਅੱਛਾ ਚੱਲ 2 ਸਾਲ 'ਚ ਦੇਖ ਲੈਂਦੇ ਬਣਦਾ ਕੁਛ ਕਿ ਨਹੀਂ। ਜਿੰਨੀ ਵਾਰ ਵੀ ਤੁਹਾਡੀਆਂ ਇੰਟਰਵਿਊ ਸੁਣਦੀ ਹਾਂ, ਤੁਸੀਂ ਇਸ ਫਿਲਮ ਦੀ ਗੱਲ ਕਰਦੇ ਹੋ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਉਹਦੇ ਪਿੱਛੇ ਤੁਰਿਆ ਫਿਰਦਾ ਸੀਗਾ, ਮੈਂ ਕਦੇ ਉੱਥੇ ਖੜਾ ਸੀ, ਕਦੇ ਉੱਥੇ ਖੜਾ ਸੀਗਾ। ਇਹ ਕਿਤੇ ਤੁਹਾਡੀ ਫਰਸਟ੍ਰੇਸ਼ਨ ਤਾਂ ਨਹੀਂ ਹੈਗੀ? ਤੇ ਮੈਂ ਉਹਨੂੰ ਕਿਹਾ ਮੈਨੂੰ ਡਾਇਲੋਗ ਤਾਂ ਦੇ ਦਿਓ, ਮੈਂ ਕੀ ਬੋਲਣਾ। ਕਹਿੰਦੇ ਕੱਲ ਦੇਵਾਂਗੇ। ਕੱਲ ਕਰਕੇ 26 ਦਿਨ ਲੰਘ ਗਏ। ਅੱਛਾ। ਫਿਰ ਮੈਨੂੰ ਪਤਾ ਲੱਗਿਆ ਕਿ 26 ਦਿਨਾਂ ਬਾਅਦ ਮੈਨੂੰ ਜਾ ਕੇ ਅਹਿਸਾਸ ਹੋਇਆ ਕਿ ਮੇਰੇ ਡਾਇਲੋਗਸ ਨਹੀਂ ਹੈਗੇ ਫਿਲਮ 'ਚ। ਮੈਂ 3 ਵਜੇ ਉੱਠ ਕੇ ਰਿਆਜ਼ ਕਰਦਾ ਹੁੰਦਾ ਸੀ ਤੇ ਰੋਜ਼ 6 ਘੰਟੇ ਰਿਆਜ਼ ਕਰਦਾ ਸੀ, ਪਰ ਮੇਰਾ ਕੋਈ ਵੀ ਗਾਣਾ ਨਹੀਂ ਹੈ ਇੱਦਾਂ ਦਾ ਜਿਸ ਤੋਂ ਤੁਹਾਨੂੰ ਇੱਦਾਂ ਲੱਗੂਗਾ ਕਿ ਯਾਰ ਇਹ ਵਾਹ ਕਮਾਲ ਸਿੰਗਰ ਆ। ਸ਼ਾਮ ਨੂੰ 5 ਵਜੇ ਤਾਂ ਕਿਸੇ ਨਾ ਕਿਸੇ ਸਿੰਗਰ ਨੇ ਫੋਨ ਕਰਨਾ ਹੀ ਕਰਨਾ ਕਿ ਕਿੱਥੇ ਹੋ, ਆਪਾਂ ਮਿਲਦੇ ਹਾਂ। ਜਦੋਂ ਮੇਰਾ ਟਸ਼ਨ ਦਾ ਪੈਗ ਸ਼ੋਅ ਮੈਂ ਬੰਦ ਕੀਤਾ, ਛੱਡਿਆ, ਉਸ ਤੋਂ ਬਾਅਦ ਮੈਂ ਦੇਖਿਆ ਕਿ ਇੰਡਸਟਰੀ ਤਾਂ ਪੂਰੀ ਬਦਲ ਗਈ। ਮੈਂ ਜਿੰਨਾ ਉਦੋਂ ਚੇਂਜ ਦੇਖਿਆ ਕਿਸੇ ਨੂੰ ਵੀ ਨਹੀਂ ਦੇਖਿਆ। ਮੈਂ ਫੋਨ ਕਰਕੇ ਮੈਂ ਕਿਹਾ ਯਾਰ ਕੈਸੇ ਬੰਦੇ ਤਾਂ ਬਦਲੀ ਗਏ ਸਿਸਟਮ। ਉਸ ਟਾਈਮ ਨੇ ਮੈਨੂੰ ਸਿਖਾਤਾ ਸੀ ਕਿ ਇਹ ਇੰਡਸਟਰੀ ਕਦੀ ਵੀ ਕਿਸੇ ਦੀ ਨਹੀਂ ਹੋਈ। ਜਿਹੜੇ ਬੰਦੇ ਵੀ ਨੇ ਉਹਨਾਂ ਦੀ ਵੀ ਨਹੀਂ ਹੈ, ਕਿਸੇ ਦੀ ਵੀ ਨਹੀਂ ਹੈ। ਬੇਸਿਕਲੀ ਇੰਡਸਟਰੀ ਕੀ ਹੈ? ਬਿਜ਼ਨਸ ਕੀ ਹੈ? ਤੁਸੀਂ ਚੱਲ ਰਹੇ ਹੋ, ਤੁਹਾਡੇ ਪਿੱਛੇ ਆ। ਜੇ ਤੁਸੀਂ ਨਹੀਂ ਚੱਲ ਰਹੇ, ਕੋਈ ਪਿੱਛੇ ਨਹੀਂ ਹੈ। ਇੰਸਟਾਗ੍ਰਾਮ ਦੇ ਫੋਲੋਅਰ ਤੇ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਜਿਹੜੇ ਵਿਊਜ਼ ਹੁੰਦੇ ਨੇ, ਉਹ ਆਰਟਿਸਟ ਨੂੰ ਕਿੰਨਾ ਕੰਮ ਦਿੰਦੇ ਨੇ? ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਫਿਲਮ ਦੇਖੀ ਸੀ ਤੇ ਉਹਦੇ ਵਿੱਚ ਇੱਕ ਡਾਇਲੌਗ ਸੀ ਜਿਹੜਾ ਕਿ ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਉਹ ਪੋਸਟ ਵੀ ਕੀਤਾ ਸੀ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕਿ ਬਚਪਨ 'ਚ ਤੁਹਾਨੂੰ ਕੋਈ ਨਹੀਂ ਸਿਖਾਉਂਦਾ ਕਿ ਜ਼ਿੰਦਗੀ ਤੁਹਾਡੇ ਲਈ ਰੁਕੂਗੀ, ਤੁਹਾਨੂੰ ਜ਼ਿੰਦਗੀ ਦੇ ਨਾਲ ਹੀ ਚੱਲਣਾ ਪੈਂਦਾ। ਸੋ ਅੱਜ ਸਾਡੀ ਇੰਟਰਟੇਨਮੈਂਟ ਇੰਡਸਟਰੀ ਤੋਂ ਇੱਦਾਂ ਦੇ ਹੀ ਇੱਕ ਆਰਟਿਸਟ ਸਾਡੇ ਨਾਲ ਨੇ ਜਿਨ੍ਹਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸਹੀ ਮੌਕੇ ਦੀ, ਕਈ ਵਾਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਰਾਈਟ ਟਾਈਮ ਦਾ, ਕਦੇ ਵੀ ਉਹਨਾਂ ਨੇ ਵੇਟ ਨਹੀਂ ਕੀਤਾ ਤੇ ਉਹਨਾਂ ਦੀ ਗਰੋਥ ਦੇ ਅਸੀਂ ਸਾਰੇ ਹੀ ਗਵਾਹ। ਤੇ ਮੈਨੂੰ ਇਹ ਵੀ ਬਹੁਤ ਚੰਗਾ ਲੱਗਦਾ ਹੁੰਦਾ ਕਿ ਉਹ ਪਹਿਲਾਂ ਸਾਡੀ ਫੀਲਡ ਤੋਂ ਸੀ, ਸਾਡੇ ਭਾਈਚਾਰੇ ਦੇ ਵਿੱਚੋਂ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਇੱਕ ਬਿਹਤਰੀਨ ਅਦਾਕਾਰ ਦੇ ਵਜੋਂ ਪੇਸ਼ ਕੀਤਾ। ਜੇ ਰੰਧਾਵਾ ਸਾਡੇ ਨਾਲ ਹੋਣਗੇ, ਬਹੁਤੇ ਉਹਨਾਂ ਨੂੰ ਹਜੇ ਵੀ ਬੀਜੇ ਰੰਧਾਵਾ ਕਹਿੰਦੇ ਨੇ। ਸੋ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੇ ਕੀਤੇ ਹੋਏ ਕੰਮ ਅਤੇ ਆਉਣ ਵਾਲੇ ਕੰਮਾਂ ਦੀ ਵੀ ਚਰਚਾ ਕਰਾਂਗੇ। ਇਹਦੇ ਨਾਲ ਹੋਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਚੀਜ਼ਾਂ ਜਾਂ ਕੁਝ ਗੱਲਾਂ ਇਸ ਇੰਟਰਵਿਊ ਦੇ ਵਿੱਚ ਆਪਾਂ ਸਾਂਝੀਆਂ ਕਰਾਂਗੇ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਤੁਸੀਂ ਬਹੁਤ ਵਧੀਆ ਇੰਟਰੋਡਕਸ਼ਨ ਦਿੱਤੀ। ਤੁਸੀਂ ਨਾ ਲਾਸਟ ਵਾਲੀ ਇੰਟਰਵਿਊ ਤੇ ਵੀ ਮੈਨੂੰ ਇਹੀ ਕਿਹਾ ਸੀ। ਨਹੀਂ, ਮੈਂ ਜ਼ਿਆਦਾ ਇੰਟਰਵਿਊਜ਼ ਕਰਦਾ ਨਹੀਂਗਾ। ਮੇਰੀਆਂ ਬਹੁਤ ਘੱਟ ਤੇ ਰੇਅਰਲੀ ਹੁੰਦੀਆਂ ਐਂਡ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ
ਪਹਿਲਾਂ ਥੋੜਾ ਟਾਈਮ ਪਹਿਲਾਂ ਮੈਂ ਉਸ ਕੁਰਸੀ ਤੇ ਬਹਿੰਦਾ ਸੀ ਜਦੋਂ, ਤੇ ਮੈਨੂੰ ਪਤਾ ਬਹੁਤ ਔਖਾ ਕੰਮ ਹੁੰਦਾ ਹੈ ਕਿ ਜਦੋਂ ਕਿਸੇ ਬੰਦੇ ਨੇ ਤੁਹਾਡੇ ਸ਼ੋਅ 'ਚ ਆਉਣਾ ਤੇ ਤੁਸੀਂ ਉਹਦੇ ਬਾਰੇ ਦੱਸਣਾ ਤੇ ਉਹ ਦੱਸਣਾ ਜੋ ਉਹਦੀ ਜ਼ਿੰਦਗੀ ਦੇ ਨਾਲ ਰਿਲੇਟਡ ਹੋਵੇ, ਹਨਾ। ਸੋ ਇਹ ਬਹੁਤ ਔਖਾ ਕੰਮ ਆ ਤੇ ਮੈਨੂੰ ਵਧੀਆ ਲੱਗਦਾ ਜਦੋਂ ਤੁਸੀਂ, ਮੈਂ ਬਾਕੀ ਵੀ ਇੰਟਰਵਿਊਜ਼ ਦੇਖਦਾ ਐਂਡ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇੰਟਰੋਡਿਊਸ ਕਰਦੇ ਆ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਪੱਤਰਕਾਰ ਕੁਝ ਟਾਈਮ ਤੋਂ ਬਾਅਦ ਡਿਟੈਕਟਿਵ ਵੀ ਬਣ ਸਕਦਾ ਕਿਉਂਕਿ ਕਈ ਵਾਰੀ ਸਾਹਮਣੇ ਵਾਲੇ ਬੰਦੇ ਬਾਰੇ ਤੁਸੀਂ ਇੰਨਾ ਜ਼ਿਆਦਾ ਜਾਣਦੇ ਹੋ ਜਾਂ ਰਿਸਰਚ ਕਰਨ ਦੀ ਕੋਸ਼ਿਸ਼ ਕਰਦੇ ਹੋ, ਹਨਾ। ਤੇ ਆਪਾਂ ਵੀ 2017 ਤੋਂ ਬਾਅਦ ਹੁਣ ਆਮਣੇ ਸਾਹਮਣੇ ਬੈਠ ਕੇ ਇੰਟਰਵਿਊ ਕਰ ਰਹੇ ਹਾਂ ਨਾ। ਹਾਂਜੀ, ਇਟਸ ਅ ਕਾਈਂਡ ਆਫ ਰੀਯੂਨੀਅਨ ਕਹਿ ਸਕਦੇ ਹਾਂ ਤੁਸੀਂ। 2017 4 ਸਾਲ ਬਾਅਦ, ਮੈਨੂੰ ਲੱਗਦਾ ਇਸ ਤੋਂ ਪਹਿਲਾਂ ਆਪਾਂ ਇੱਕ ਦਿਨ ਉੱਥੇ ਜਦੋਂ ਸ਼ੂਟ ਕਰਾਉਣੀ ਸੀ ਇੰਸਟਾਗ੍ਰਾਮ ਤੇ ਹਾਂਜੀ ਲਾਈਵ ਸੀਗਾ, ਤੇ ਉਸ ਤੋਂ ਬਾਅਦ ਮੈਂ ਕੋਈ ਇੰਟਰਵਿਊ ਵੀ ਨਹੀਂ ਕੀਤੀ ਮੈਨੂੰ ਲੱਗਦਾ। ਐਂਡ ਮੈਂ ਸ਼ਾਇਦ ਕੋਈ ਇਦਾਂ ਬੈਠ ਕੇ ਕਰ ਰਹੇ ਹੋ, ਤੁਹਾਡੇ ਨਾਲ ਹੀ ਕਰ ਰਹੇ। ਮੇਰੇ ਫੋਨ 'ਚ ਹਲੇ ਵੀ ਤੁਹਾਡਾ ਨੰਬਰ ਬੀਜੇ ਰੰਧਾਵਾ ਤੋਂ ਹੀ ਸੇਵ ਆ। ਹਾਂਜੀ, ਤੇ ਫਿਰ ਮੈਂ ਨਾਮ ਚੇਂਜ ਕਰ ਲਿਆ ਸੀ। ਫਿਰ ਮੈਨੂੰ ਇਦਾਂ ਲੱਗਦਾ ਸੀ, ਹੁਣ ਤੁਸੀਂ ਪੁੱਛੋ ਨਾਮ ਚੇਂਜ ਕਿਉਂ ਕੀਤਾ ਸੀ। ਹਾਂ ਮੈਂ ਵੀ, ਕਿਉਂਕਿ ਵੈਸੇ ਇੱਕ ਦੋ ਥਾਈ ਮੈਂ ਸੁਣਿਆ ਤੁਹਾਡਾ ਜਵਾਬ, ਪਰ ਫਿਰ ਵੀ ਮੈਂ ਜਾਣਨਾ ਚਾਹੂੰਗੀ। ਪਰ ਇੱਕ ਥਾਂ ਤੇ ਤੁਸੀਂ ਵੀ ਕਹਿੰਦੇ ਸੀ ਕਿ ਵੀ ਜਦੋਂ ਤੁਹਾਡਾ ਨਾਂ ਬਣ ਜਾਂਦਾ, ਜਿਵੇਂ ਐਂਕਰਿੰਗ 'ਚ ਤੁਹਾਡਾ ਨਾਂ ਬਣਿਆ ਸੀ, ਫਿਰ ਜਦੋਂ ਤੁਸੀਂ ਗਾਇਕੀ 'ਚ ਆਏ ਉਦੋਂ ਤੁਹਾਨੂੰ ਥੋੜਾ ਫਾਇਦਾ ਹੋਇਆ ਵੀ ਲੋਕੀ ਤੁਹਾਨੂੰ ਪਹਿਲਾਂ ਤੋਂ ਜਾਣਦੇ ਸੀਗੇ। ਤੇ ਫਿਰ ਜਦੋਂ ਤੁਸੀਂ ਹੁਣ ਐਕਟਿੰਗ 'ਚ ਆਏ, ਉਹ ਚੀਜ਼ ਤੁਸੀਂ ਅੱਗੇ ਕਿਉਂ ਨਹੀਂ ਕੈਰੀ ਕੀਤੀ ਕਿ ਮੈਨੂੰ ਐਂਕਰਿੰਗ ਕਰਕੇ ਵੀ ਲੋਕੀ ਜਾਣਦੇ ਸੀ, ਫਿਰ ਮੈਨੂੰ ਗਾਇਕ ਦੇ ਤੌਰ ਤੇ ਵੀ ਲੋਕੀ ਜਾਣਦੇ ਨੇ, ਤੇ ਹੁਣ ਜਦੋਂ ਅਦਾਕਾਰ ਮੈਂ ਬਣ ਰਿਹਾ ਤਾਂ ਮੈਂ ਬਿਲਕੁਲ ਨਵਾਂ ਕਿਉਂ ਜਾਵਾਂ ਉਹਨਾਂ ਦੇ ਸਾਹਮਣੇ? ਮੈਂ ਇੱਦਾਂ ਬਿਲਕੁਲ ਨਹੀਂ ਸੋਚਦਾ ਕਿ ਜਦੋਂ ਕੋਈ ਵੀ ਕੰਮ ਕਰਦਾ ਆਪਣੀ ਜ਼ਿੰਦਗੀ 'ਚ ਕਿ ਮੇਰੇ ਇਹਦੇ ਫਾਇਦੇ ਤੇ ਇਹਦੇ ਨੁਕਸਾਨ ਕੀ ਹੋਣਗੇ ਜੋ ਮੈਂ ਆਪਣੀ ਜ਼ਿੰਦਗੀ 'ਚ ਪਹਿਲਾਂ ਕਰਕੇ ਆਇਆ ਉਹਦਾ ਕੋਈ ਫਾਇਦਾ ਲਵਾਂ, ਇੱਦਾਂ ਬਿਲਕੁਲ ਨਹੀਂ ਸੋਚਦਾ। ਦੂਜੀ ਗੱਲ, ਨਾਮ ਦਾ ਇੱਦਾਂ ਸੀ ਕਿ ਜਦੋਂ ਉਹ ਨਾਮ ਸੀ ਨਾ, ਉਹ ਨਾਮ ਪਰਮਾਤਮਾ ਦੀ ਕਿਰਪਾ ਨਾਲ ਉਹ ਮੈਂ ਨਹੀਂ ਰੱਖਿਆ, ਨਾ ਮੇਰੇ ਘਰਦਿਆਂ ਨੇ ਰੱਖਿਆ ਹੋਇਆ ਸੀ, ਹੈ ਨਾ। ਉਹ ਆਪਣੇ ਆਪ ਹੀ ਬਣ ਗਿਆ ਸੀ। ਮੈਂ ਸ਼ਾਇਦ ਅੱਗੇ ਵੀ ਦੱਸਿਆ ਕਿ ਬੀਜੇ ਰੰਧਾਵਾ ਇੱਕ ਸ਼ੋਅ ਆਉਂਦਾ ਸੀ, ਉਹ ਸ਼ੋਅ ਦੇ ਵਿੱਚ ਮੇਰਾ ਨਾਮ ਸੀ ਪਹਿਲਾਂ ਬਿਕਰਮਜੀਤ ਸਿੰਘ ਰੰਧਾਵਾ, ਤੇ ਉਹ ਜਿਹੜੀ ਸਲੇਟ ਹੁੰਦੀ ਹੈ ਜਿੱਥੇ ਦੱਸਦੇ ਆ ਜਦੋਂ ਅਸੀਂ ਬੋਲਦੇ ਹਾਂ, ਸਲੇਟ ਦੇ ਉੱਤੇ ਨਾਮ ਲਿਖਿਆ ਜਾਂਦਾ, ਤੇ ਉੱਥੇ ਉਹ ਨਾਮ ਆਉਂਦਾ ਨਹੀਂ ਸੀ ਪੂਰਾ, ਉਹ ਬਿਕਰਮਜੀਤ ਸਿੰਘ ਰੰਧਾਵਾ ਪੂਰਾ ਨਹੀਂ ਆਉਂਦਾ ਸੀ, ਤਾਂ ਉਹਨਾਂ ਨੇ ਉਹਨੂੰ ਬੀਜੇ ਰੰਧਾਵਾ ਕਰਤਾ। ਤੇ ਉਹ ਐਂ ਚੱਲਦਾ ਆ ਰਿਹਾ ਸੀ, ਤੂੰ ਚੱਲਦਾ ਆ ਰਿਹਾ। ਫਿਰ ਮੇਰਾ ਜੀ ਕੀਤਾ, ਮੈਂ ਕਿਹਾ ਹੁਣ ਮੈਂ ਇੱਕ ਨਵੀਂ ਸ਼ੁਰੂਆਤ ਕਰਨ ਲੱਗਿਆ ਜਿਹਦੇ 'ਚ ਇੱਕ ਫਿਲਮ ਆ, ਲੋਕਾਂ ਨੂੰ ਪਤਾ ਨਹੀਂ ਐਕਸਪੈਕਟਡ ਹੈਗਾ ਕਿ ਨਹੀਂ ਹੈਗਾ, ਤੇ ਆਪਾਂ ਇਹਦੇ 'ਚ ਇਦਾਂ ਕਰ ਸਕਦੇ ਹਾਂ ਕਿ ਜਿਹੜੀ ਚੀਜ਼ ਮੈਨੂੰ ਲੱਗਦੀ ਕਿ ਇਦਾਂ ਦੀ ਹੋਣੀ ਚਾਹੀਦੀ, ਫਿਰ ਮੈਂ ਇਸ ਕਰਕੇ ਉਹਦਾ ਨਾਮ ਬਦਲਦਾ ਸੀ। ਕਈ ਜੇ ਰੰਧਾਵਾ ਨੂੰ ਜੈ ਰੰਧਾਵਾ ਵੀ ਕਹਿ ਲੈਂਦੇ ਆ। ਹਾਂ, ਹਜੇ ਮੈਨੂੰ, ਮੈਂ ਸੱਚੀ ਦੱਸਾਂ, ਮੈਨੂੰ ਆਪ ਨੂੰ ਵੀ ਨਹੀਂ ਲੈਣਾ ਆਉਂਦਾ, ਮੈਂ ਕਦੀ ਜੇ ਕਹਿ ਦਿੰਦਾ, ਕਦੀ ਜੈ ਕਹਿ ਦਿੰਦਾ। ਸੋ ਮੈਨੂੰ ਐਂ ਲੱਗਦਾ ਕਿ ਨਾਮ ਜਿਹੜਾ ਤੁਹਾਡੇ ਕੰਮ ਨਾਲ ਤੁਹਾਡੀ ਪਛਾਣ ਹੋਣੀ ਚਾਹੀਦੀ ਆ। ਹਾਂ, ਇਹ ਤੇ ਹੈ, ਹਨਾ। ਤੇ ਇਹ ਚੀਜ਼ਾਂ ਨਾਮ ਬੰਦਾ ਬਣਾ ਲੈਂਦਾ, ਤੁਹਾਡਾ ਕੰਮ ਵਧੀਆ ਰਵੇ ਬਸ, ਹਨਾ। ਸੋ ਇਸ ਕਰਕੇ ਹੁਣ ਕੋਈ ਜੈ ਕਹਿ ਦਿੰਦਾ, ਕੋਈ ਜੈ ਕਹਿ ਦਿੰਦਾ। ਜਦੋਂ ਕੋਈ ਹਿੰਦੀ ਬੋਲਣ ਵਾਲਾ ਉਹ ਜੈ ਬੋਲਦੇ ਆ, ਤੇ ਜਿਹੜੇ ਪੰਜਾਬੀ ਆ ਉਹ ਜੇ ਬੋਲਦੇ ਆ। ਸੋ ਮੇਰੇ ਯਾਰ ਦੋਸਤ ਜਿਹੜੇ ਉਹ ਤੇ ਮੇਰੇ ਘਰ ਦਾ ਨਾਮ ਹੀ ਬੁਲਾਉਂਦੇ ਆ ਕਿ ਬੇਗਰਮ ਆ ਮੇਰੇ ਘਰ ਦਾ ਨਾਮ। ਸੋ ਉਹ ਵੱਖਰੇ ਨਾਮ ਲੈਣ ਵਾਲੇ ਇੱਕ ਨਵਾਂ ਨਾਮ ਐਡ ਹੋ ਗਿਆ ਹੁਣ, ਜੈ। ਮੈਂ ਜਿਵੇਂ ਇਹ ਸੱਚੀ, ਮਤਲਬ ਤੁਸੀਂ ਮੂੰਹ ਤੇ ਬੈਠੇ ਹੋ ਤਾਂ ਗੱਲ ਨਹੀਂ ਆ, ਗਰੋਥ ਤੁਹਾਡੀ ਮੈਨੂੰ ਇਹ ਨਹੀਂ ਹੈਗਾ ਕਿ ਤੁਸੀਂ ਐਂਕਰ ਤੋਂ ਉੱਠ ਕੇ ਹੁਣ ਅੱਜ ਇੱਕ ਐਕਟਰ ਬਣ ਗਏ ਹੋ, ਮੈਨੂੰ ਇਹ ਨਹੀਂ ਲੱਗਦਾ ਹੁੰਦਾ। ਜਿਵੇਂ ਬਹੁਤ ਸਾਰੀਆਂ, ਮੈਂ ਵੀ ਜਦੋਂ ਆਪਣੀਆਂ ਪੁਰਾਣੀਆਂ ਇੰਟਰਵਿਊਜ਼ ਦੇਖਦੀ ਹਾਂ, ਕਈ ਦੇਖ ਕੇ ਮੈਨੂੰ ਲੱਗਦਾ ਹੁੰਦਾ ਵੀ ਇਹ ਮੈਂ ਕਿਵੇਂ ਕਰ ਲਿਆ ਨਾ, ਕਈ ਦੇਖ ਕੇ ਮੈਨੂੰ ਲੱਗਦਾ ਹੁੰਦਾ ਵੀ ਇਹ ਮੈਂ ਕਿਉਂ ਕੀਤਾ, ਹੈ ਨਾ। ਜਿਵੇਂ ਮੈਂ ਤੁਹਾਨੂੰ ਤੁਹਾਡੀ ਐਂਕਰਿੰਗ ਤੋਂ ਦੇਖਦੀ ਆ ਰਹੀ ਹਾਂ ਵੀ ਜੇ ਟਾਕੀਜ਼ ਦੇ ਐਪੀਸੋਡ ਤੱਕ ਵੀ ਮੈਂ ਦੇਖੇ ਹੋਏ ਨੇ, ਉਸ ਤੋਂ ਬਾਅਦ ਫਿਰ ਟਸ਼ਨ ਦਾ ਪੈਗ ਤੁਹਾਡਾ ਅਗਲੇ ਚੈਨਲ 'ਤੇ ਸੀਗਾ, ਉਸ ਤੋਂ ਬਾਅਦ ਫਿਰ ਤੁਸੀਂ ਗਾਇਕ ਹੈ। ਮੈਨੂੰ ਲੱਗਦਾ ਕਿ ਪੂਰੇ ਪ੍ਰੋਸੈਸ ਦੇ ਵਿੱਚ ਇਹ ਨਹੀਂ ਕਿ ਤੁਸੀਂ ਇੱਕ ਸਟੈਪ ਅੱਗੇ ਵੀ, ਜਿਵੇਂ ਤੁਹਾਡੀ ਡੈਜ਼ਿਗਨੇਸ਼ਨ ਅੱਗੇ ਵਧੀਆ, ਪਰ ਤੁਹਾਡੀ ਗਰੋਥ ਵੈਸੇ ਵੀ ਬਹੁਤ ਜ਼ਿਆਦਾ ਹੋਈ ਹੈ। ਵੀ ਜਿਵੇਂ ਹੁਣ ਸ਼ੂਟਰ ਟਾਈਮ ਜਦੋਂ ਤੁਹਾਡੀ ਇੰਟਰਵਿਊਜ਼ ਆਈਆਂ, ਤਾਂ ਉਹ ਸੁਣ ਕੇ ਮੈਨੂੰ ਲੱਗਦਾ ਹੀ ਨਹੀਂ ਸੀਗਾ ਵੀ ਇਹ ਬੰਦਾ ਜਿਹੜਾ ਟਸ਼ਨ ਦਾ ਪੈਗ ਕਰਦਾ ਹੁੰਦਾ ਸੀ, ਜਿਹਦੀ ਆਪਣੀ ਬਾਡੀ ਲੈਂਗੁਏਜ ਤੇ ਵੀ ਬਾਡੀ ਲੈਂਗੁਏਜ ਤੇ ਵੀ ਪੂਰਾ ਕੰਟਰੋਲ ਨਹੀਂ ਸੀਗਾ ਨਾ, ਤੇ ਉਹ ਇੰਨੇ ਠਰਮੇ ਨਾਲ ਬੈਠ ਕੇ ਇੰਟਰਵਿਊਜ਼ ਦੇ ਰਿਹਾ ਐਂਡ ਥਾਟ ਕਲੈਰਿਟੀ ਇੰਨੀ ਜ਼ਿਆਦਾ, ਹੈ ਨਾ। ਸੋ ਉਹ ਜਿਹੜੇ ਪ੍ਰੋਸੈਸ ਦੇ ਵਿੱਚੋਂ ਤੁਸੀਂ ਲੰਘ ਕੇ ਆਏ ਹੋ, ਤੁਸੀਂ ਖੁਦ ਵੀ ਗਵਾਹ ਉਹਦੇ ਨਾ, ਤਾਂ ਉਹਦੇ ਬਾਰੇ ਮੈਨੂੰ ਜ਼ਰੂਰ ਦੱਸੋ ਤੁਸੀਂ ਕਿ ਪਰਸਨੈਲਿਟੀ ਦੇ ਉੱਪਰ ਕਿੰਨਾ ਜ਼ਿਆਦਾ ਕੰਮ ਕੀਤਾ ਤੁਸੀਂ ਆਪਣੀ ਤੇ। ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਜਵਾਬ ਮੈਂ ਜੇ ਇਦਾਂ ਦੇਵਾਂ ਤਾਂ ਜ਼ਿਆਦਾ ਵਧੀਆ ਹੋਊਗਾ ਕਿ ਸੈਲਫ ਆਬਜ਼ਰਵੇਸ਼ਨ ਜਿਹੜੀ ਇੱਕ ਚੀਜ਼ ਆ, ਜਿਹੜੀ ਬਹੁਤ ਸਾਲਾਂ ਤੋਂ ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਆਏ ਹਾਂ, ਸਾਨੂੰ ਸਾਡੇ ਸਿਆਣੇ ਵੀ ਕਹਿੰਦੇ ਆ, ਦਾਦਾ ਦਾਦੀ ਵੀ ਕਹਿੰਦੇ ਸੀਗੇ ਕਿ ਤੁਸੀਂ ਆਪਣੇ ਆਪ ਨੂੰ ਸਮਝੋ। ਜਦੋਂ ਤੁਸੀਂ ਇਨਸਾਨ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਤਾਂ ਉਹ ਆਪਣੀ ਜ਼ਿੰਦਗੀ 'ਚ ਆਟੋਮੈਟਿਕਲੀ ਗਰੋ ਕਰਦਾ ਹੀ ਕਰਦਾ। ਸੋ ਜਦੋਂ ਮੈਂ ਹਮੇਸ਼ਾ ਤੁਹਾਡੇ ਨਾਲ ਹੁਣੇ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਜਦੋਂ ਮੈਂ ਬੀਜੇ ਟਾਕੀਜ਼ ਕਰਦਾ ਸੀ, ਫਿਰ ਉਸ ਤੋਂ ਬਾਅਦ ਮੈਂ ਟਸ਼ਨ ਦਾ ਪੈਕ ਕਰਦਾ ਸੀ, ਮੈਨੂੰ ਲੱਗਦਾ ਸੀ ਮੈਂ ਉਸ ਚੀਜ਼ ਦੇ ਲਾਇਕ ਨਹੀਂ ਹਾਂ ਕਿ ਮੈਂ ਇਹ ਕਿਉਂ ਕਰ ਰਿਹਾ, ਮਤਲਬ ਮੈਂ ਕਿੱਦਾਂ ਕਰ ਰਿਹਾ, ਕਿਉਂ ਨਹੀਂ ਕਿੱਦਾਂ ਕਰ ਰਿਹਾ, ਕਿ ਇਹ ਬਹੁਤ ਔਖਾ ਕੰਮ ਆ। ਮੈਂ ਇੱਕ ਇੱਦਾਂ ਦਾ ਇਨਸਾਨ ਸੀ ਜਿਹੜਾ ਸ਼ੀਸ਼ੇ ਮੂਹਰੇ ਖੜ੍ਹ ਕੇ
ਤੇ ਆਪਣਾ ਨਾਮ ਲੈਣੋਂ ਵੀ ਸੰਗਦਾ ਹੁੰਦਾ ਸੀ। ਮੈਨੂੰ ਯਾਦ ਆ ਜਦੋਂ ਮੈਂ BJ ਟਾਕੀਜ਼ ਬਣਾਇਆ ਤੇ ਖਹਿਰਾ ਭਾਜੀ, ਅਰਵਿੰਦਰ ਖਹਿਰਾ, ਹਾਂਜੀ, ਉਹਨਾਂ ਦੀ ਬਦੌਲਤ ਮੈਂ ਅੱਜ ਜਿੱਥੇ ਵੀ ਬੈਠਾ, ਮੈਂ ਉਹਨਾਂ ਦੀ ਬਦੌਲਤ ਹਮੇਸ਼ਾ ਕਹਿਣਾ ਰਹੂੰਗਾ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇਹ ਕੰਮ ਤੂੰ ਕਰ। ਤੇ ਉਹਨਾਂ ਨੇ ਹੀ ਜਿਹੜਾ ਮੇਰਾ ਪਹਿਲਾ ਐਪੀਸੋਡ ਉਹਨਾਂ ਨੇ ਹੀ ਸ਼ੂਟ ਕੀਤਾ ਸੀ, ਉਹਨਾਂ ਦੀ ਹੀ ਸ਼ਰਟ ਪਾ ਕੇ ਮੈਂ ਕੀਤਾ ਸੀ, ਉਹਨਾਂ ਦੀ ਉਹ ਕਮੀਜ਼ ਹੈ, ਉਹਨਾਂ ਨੇ ਅੱਗੇ ਖੜ ਕੇ ਮੈਨੂੰ ਸ਼ੂਟ ਕਰਾਇਆ। ਤੇ ਉਹਦੇ 'ਚ ਮੈਂ ਪਹਿਲੀ ਲਾਈਨ ਬੋਲਣੀ ਸੀ, ਸਤਿ ਸ਼੍ਰੀ ਅਕਾਲ ਜੀ, ਮੈਂ ਲੈ ਕੇ ਆ ਰਿਹਾ ਨਵਾਂ ਸ਼ੋਅ ਜਿਸ ਦਾ ਨਾਮ ਹੈ BJ ਟਾਕੀਜ਼। ਹੁਣ ਇਹ ਲਾਈਨ ਬੋਲਣ ਲਈ ਮੈਨੂੰ 15 ਦਿਨ ਲੱਗੇ ਸੀ। ਹੁਣ ਅੱਜ ਉਹ ਸ਼ਾਇਦ ਜਦੋਂ ਮੈਂ ਟਸ਼ਨ ਦਾ ਪੈਕ ਕਰਦਾ ਸੀ, ਕੋਈ ਇਮੇਜਿਨ ਨਹੀਂ ਕਰ ਸਕਦਾ ਕਿ ਇੱਕ ਲਾਈਨ ਬੋਲਣ ਲਈ 15 ਦਿਨ। ਮੈਂ ਇੱਦਾਂ ਦਾ ਇਨਸਾਨ ਸੀ। ਸੋ ਉਸ ਤੋਂ ਬਾਅਦ ਜਦੋਂ ਮੈਂ ਟਸ਼ਨ ਦਾ ਪੈਕ ਕੀਤਾ, ਟਸ਼ਨ ਦੇ ਪੈਕ 'ਚ ਮੈਨੂੰ ਇੱਦਾਂ ਲੱਗਦਾ ਸੀ ਕਿ ਜੋ ਮੇਰੇ ਦਿਲ 'ਚ ਆਉਂਦਾ ਮੈਂ ਗੱਲ ਕਰ ਲੈਂਦਾ ਆ, ਮੈਨੂੰ ਕੋਈ। ਫਿਰ ਜਦੋਂ ਟਸ਼ਨ ਦੇ ਪੈਕ 'ਚੋਂ ਨਿਕਲਿਆ, ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਦੇ ਜਦੋਂ ਕੰਮ ਨੂੰ ਦੇਖਦਾ ਕਿ ਯਾਰ ਇੱਦਾਂ ਦਾ ਬੰਦਾ ਮੈਂ ਹੈ ਨਹੀਂ ਗਾ, ਕਿ ਇਹ ਤਾਂ ਮੈਂ ਹੈ ਹੀ ਨਹੀਂ। ਬਟ ਮੈਨੂੰ ਨਹੀਂ ਪਤਾ, ਇਨਸਾਨ ਨੂੰ ਕਰਨ ਤੋਂ ਬਾਅਦ ਪਤਾ ਲੱਗਦਾ। ਫਿਰ ਮੈਂ ਕਿਹਾ ਕਿ ਜਿੱਦਾਂ ਦੇ ਤੁਸੀਂ ਐਕਚੁਅਲ 'ਚ ਹੈਗੇ ਆ, ਤੁਹਾਨੂੰ ਉੱਦਾਂ ਦਾ ਹੀ ਰਹਿਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਨਵੇਂ ਆਉਂਦੇ ਆ, ਨਵੀਆਂ ਚੀਜ਼ਾਂ ਸਿੱਖਦੇ ਆ, ਤੁਹਾਨੂੰ 50 ਲੋਕ ਮਿਲਦੇ ਆ ਜਿਨ੍ਹਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਇੱਥੇ, ਪਰ ਹਰ ਬੰਦਾ ਆਪਦੀ ਸਲਾਹ ਦੇ ਦਿੰਦਾ, ਇੱਦਾਂ ਕਰ ਲਓ, ਇੱਦਾਂ ਕਰ ਲਓ, ਇੱਦਾਂ ਵਾਲ ਕਰ ਲਓ, ਇੱਦਾਂ ਦੇ ਲੱਗਣੇ ਚਾਹੀਦੇ ਆ, ਇੱਦਾਂ ਦਾ ਹੋਣਾ ਚਾਹੀਦਾ। ਸੋ ਕੁਛ ਮੈਟਰ ਨਹੀਂ ਕਰਦਾ, ਪਰ ਉਹ ਹੌਲੀ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਪਤਾ ਲੱਗਦਾ। ਫਿਰ ਜਦੋਂ ਤੁਹਾਨੂੰ ਐਕਸਪੀਰੀਅੰਸ ਨਾਲ ਪਤਾ ਲੱਗਦਾ, ਫਿਰ ਤੁਹਾਡੇ ਕੰਮ 'ਚ ਚੀਜ਼ਾਂ ਚੇਂਜ ਹੋ ਜਾਂਦੀਆਂ, ਤੁਹਾਡਾ ਨਜ਼ਰੀਆ ਬਦਲ ਜਾਂਦਾ, ਕੰਮ ਕਰਨ ਦਾ ਤਰੀਕਾ ਬਦਲ ਜਾਂਦਾ, ਤੁਹਾਡਾ ਬੋਲਣ ਦਾ ਤਰੀਕਾ ਬਦਲ ਜਾਂਦਾ। ਐਂਡ ਫਿਰ ਜਦੋਂ ਮੈਂ ਐਕਟਿੰਗ ਕੀਤੀ, ਜਦੋਂ ਮੈਂ ਸ਼ੂਟਰ ਫਿਲਮ ਕੀਤੀ, ਤਾਂ ਉਹਦੇ ਲਈ ਮੈਂ ਸ਼ੁਰੂ ਤੋਂ ਜ਼ਿੰਦਗੀ 'ਚ ਆਪਣੀ 'ਚ ਬਹੁਤ ਮਿਹਨਤ ਕਰਦਾ ਰਿਹਾ ਹਰ ਕੰਮ ਲਈ। ਤੇ ਉਹ ਮਿਹਨਤ ਇਸ ਕਰਕੇ ਕਿਉਂਕਿ ਮੈਨੂੰ ਕੰਮ ਪਸੰਦ ਨੇ, ਕਿ ਜਿਹੜੇ ਮੈਂ ਕਰ ਰਿਹਾ ਉਹ ਮੇਰੇ ਸ਼ੌਂਕ ਨੇ, ਹੈ ਨਾ। ਤੇ ਜਦੋਂ ਮੈਂ ਉਹਦੇ ਲਈ ਮਿਹਨਤ ਕੀਤੀ, ਤਾਂ ਉਹਦੇ ਪ੍ਰੋਸੈਸ 'ਚ ਵੀ ਮੈਂ ਬਹੁਤ ਆਪਣੇ ਆਪ ਨੂੰ ਚੇਂਜ ਕੀਤਾ ਸੀ, ਕਿ ਇੱਕ ਐਕਟਰ ਜਿਹੜਾ ਉਹਦਾ ਜਿਹੜਾ ਜਦੋਂ ਸਕਰੀਨ 'ਤੇ ਆਵੇ ਤੇ ਉਹਦੀ ਕਈ ਗੱਲ ਦਾ ਇੰਪੈਕਟ ਜਿਹੜਾ ਥੀਏਟਰ 'ਚ 150-200 ਰੁਪਏ ਖਰਚ ਕੇ ਬੰਦਾ ਬੈਠਾ, ਉਹਦੇ ਦਿਲ ਤੱਕ ਜਾਵੇ ਕਿੱਦਾਂ। ਸੋ ਇਸ ਚੀਜ਼ 'ਤੇ ਬਹੁਤ ਕੰਮ ਕੀਤਾ ਸੀ। ਸੋ ਉਹਦੇ ਕਰਕੇ ਫਿਰ ਤੁਸੀਂ ਹੌਲੀ ਇਵੋਲਵ ਹੁੰਦੇ ਫਿਰ ਚੇਂਜ ਹੋ ਜਾਂਦੇ ਇੱਦਾਂ। ਮੈਂ ਜਦੋਂ ਕਈ ਵਾਰੀ ਆਪਣੇ ਰੇਡੀਓ ਦੇ ਪ੍ਰੋਗਰਾਮ ਆਰਕਾਈਵ 'ਚੋਂ ਕੱਢ ਕੇ ਸੁਣਦੇ, ਮੈਨੂੰ ਲੱਗਦਾ ਵੀ ਇੰਨਾ ਬੋਲਣ ਦੀ ਤਾਂ ਲੋੜ ਹੀ ਨਹੀਂ ਸੀ। ਇੱਦਾਂ ਲੱਗਦਾ, ਇੱਦਾਂ ਬਹੁਤ, ਜਿੱਦਾਂ ਮੈਂ ਆਪਦੀ ਕੋਈ ਇੰਟਰਵਿਊ ਨਹੀਂ ਦੇਖ ਸਕਦਾ ਜਿਹੜੀਆਂ ਮੈਂ ਅਰਾਊਂਡ 400 ਤੋਂ ਅਬਵ ਇੰਟਰਵਿਊਜ਼ ਕੀਤੀਆਂ, ਐਂਡ ਮੈਨੂੰ ਅੱਜ ਵੀ ਨਹੀਂ ਬਿਲੀਵ ਹੁੰਦਾ ਕਿ ਉਹ ਮੈਂ ਕਿੱਦਾਂ ਕੀਤੀਆਂ। ਐਂਡ ਮੈਂ ਇੱਦਾਂ ਦਾ ਬੰਦਾ ਕਿ ਜਿਹੜਾ ਮੈਂ ਕਿਸੇ ਦੇ ਨਾਲ 5 ਮਿੰਟ 10 ਮਿੰਟ ਗੱਲ ਕਰਨ ਲੱਗੇ, ਮੈਨੂੰ ਐਂ ਲੱਗਦਾ ਕਿ ਬਸ ਹੋ ਗਈ, ਹੁਣ ਮੈਂ ਕੀ ਕਰਾਂ, ਬਸ ਖਤਮ। ਤਾਂ ਉਹ 2-2 ਘੰਟਾ ਸ਼ੂਟ ਕਰਦੇ ਸੀ। ਸੋ ਪਰਮਾਤਮਾ ਦੀ ਕਿਰਪਾ ਸੀ। ਐਂਡ ਉਹ ਚੀਜ਼ਾਂ ਕਈ ਵਾਰੀ ਬਾਅਦ 'ਚ ਪਤਾ ਲੱਗਦੀਆਂ ਕਿ ਯਾਰ ਇੱਦਾਂ ਕਿੱਦਾਂ ਬੋਲ ਲਿਆ ਮੈਂ। ਸੋ ਇੱਕ ਤੁਹਾਡੇ ਸ਼ੋਅ ਨਾਲ ਜੁੜੀ ਹੋਈ ਗੱਲ ਮੈਂ ਪੁੱਛਣਾ ਚਾਹੁੰਦੀ ਹਾਂ, ਵੀ ਜਿਵੇਂ ਤੁਹਾਡੇ ਸ਼ੋਅ ਦੇ ਵਿੱਚ ਬਾਲੀਵੁੱਡ ਆਰਟਿਸਟ ਵੀ ਆਉਂਦੇ ਸੀਗੇ, ਤਾਂ ਜਿਵੇਂ ਆਲੀਆ ਭੱਟ, ਰਣਵੀਰ ਹੋਰੀ, ਅਮਿਤਾਭ ਹੋਰੀ, ਮੈਨੂੰ ਹਮੇਸ਼ਾ ਹੀ ਇੱਦਾਂ ਹੁੰਦਾ ਹੈ ਕਿ ਜਦੋਂ ਵੀ ਕੋਈ ਆਰਟਿਸਟ ਪ੍ਰੋਗਰਾਮ 'ਚ ਆਉਂਦਾ ਜਾਂ ਮੈਂ ਕਿਸੇ ਨੂੰ ਮਿਲਣਾ ਹੁੰਦਾ, ਮੈਨੂੰ ਲੱਗਦਾ ਹੁੰਦਾ ਕਿ ਮੇਰੀ ਪਹਿਲੀ ਇੰਟਰਵਿਊ ਵੀ ਮੈਨੂੰ ਨਾ ਆਪਣੀ ਨਰਵਸਨੈਸ ਕਈ ਵਾਰੀ ਹੈਂਡਲ ਨਹੀਂ ਕਰਨੀ ਆਉਂਦੀ, ਜਾਂ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਵੀ ਇਹ ਲੋਕ ਤਾਂ ਬਹੁਤ ਵੱਡੇ ਨੇਗੇ, ਤੇ ਤੁਸੀਂ ਉੱਥੇ ਅੰਦਰੋਂ ਪਤਾ ਨਹੀਂ ਤੁਸੀਂ ਕੀ ਮਹਿਸੂਸ ਕਰਦੇ ਹੋਵੋਗੇ, ਪਰ ਤੁਹਾਡੀ ਆਊਟਰ ਪਰਸਨੈਲਿਟੀ ਤੋਂ ਕਦੇ ਨਹੀਂ ਸੀ ਲੱਗਿਆ ਦੇਖ ਕੇ ਵੀ BJ ਨਰਵਸ ਆ, ਜਾਂ ਅੱਜ ਇਹਨੂੰ ਫਰਕ ਪੈ ਰਿਹਾ ਵੀ ਇਹਦੇ ਸਾਹਮਣੇ ਕੌਣ ਬੈਠਾ ਆ। ਉਹ ਚੀਜ਼ਾਂ ਤੁਸੀਂ ਕਿਵੇਂ ਹੈਂਡਲ ਕਰਦੇ ਹੁੰਦੇ ਸੀ? ਐਕਚੁਅਲੀ ਮੇਰੀਆਂ ਸਾਰੀਆਂ ਚੀਜ਼ਾਂ ਮੇਰੀ ਜ਼ਿੰਦਗੀ ਨਾਲ ਕਨੈਕਟਡ ਨੇ। ਪਹਿਲਾਂ ਮੈਂ ਇੱਕ ਸਟੰਟ ਰਾਈਡਰ ਹੁੰਦਾ ਸੀ, ਹੈ ਨਾ। ਸੋ ਜਦੋਂ ਤੁਸੀਂ ਕੋਈ ਵੀ ਇੱਦਾਂ ਦਾ ਕੰਮ ਕਰਦੇ ਆ ਜਿਹਦੇ 'ਚ ਜਿਹੜੀ ਚੀਜ਼ ਦੇ ਵਿੱਚ ਦੁਨੀਆ ਅਗੇਂਸਟ ਆ ਉਸ ਕੰਮ ਦੇ ਨਾਲ, ਤਾਂ ਤੁਸੀਂ ਉਸ ਚੀਜ਼ ਨੂੰ ਓਵਰਕਮ ਕਰ ਲੈਂਦੇ ਬਹੁਤ ਪਹਿਲਾਂ ਹੀ। ਪਹਿਲਾਂ ਜਦੋਂ ਮੈਂ ਸਟੰਟ ਰਾਈਡਰ ਸੀ ਤੇ ਮੈਂ ਬਾਈਕ ਚਲਾਉਂਦਾ ਸੀ, ਤੇ ਮੇਰੇ ਜਿਹੜੇ ਮੇਰੇ ਦੋਸਤਾਂ ਦੀ ਮੰਮੀਆਂ ਸੀ ਉਹ ਬਹੁਤ ਗਾਲਾਂ ਕੱਢਦੀਆਂ ਸੀ ਕਿ ਮੋਟਰਸਾਈਕਲ ਬਹੁਤ ਤੇਜ਼ ਚਲਾਉਂਦਾ ਸੀ, ਨਾਲ ਨਹੀਂ ਤੈਨੂੰ ਭੇਜਣਾ, ਹੈ ਨਾ। ਸੋ ਮੇਰੇ ਘਰ ਦੇ ਬਿਲੀਵ ਨਹੀਂ ਕਰਦੇ ਸੀ। ਮੇਰੇ ਡੈਡ ਨੂੰ ਇੱਕ ਵਾਰੀ ਕਿਸੇ ਨੇ ਇਹ ਆ ਕੇ ਕਹਿਤਾ, ਤੁਹਾਡਾ ਮੁੰਡਾ ਜੀ ਇੱਕ ਟਾਇਰ ਤੇ ਮੋਟਰਸਾਈਕਲ ਚਲਾਉਂਦਾ, ਮੈਂ ਦੱਸਿਆ ਨਾ ਤੁਹਾਨੂੰ, ਤਾਂ ਮੇਰੇ ਪਾਪਾ ਨੇ ਬਿਲੀਵ ਨਹੀਂ ਕੀਤਾ। ਸੋ ਮੈਂ ਇੱਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦਾ ਜਿਹੜੇ ਬਿਲੀਵ ਕਰ ਹੀ ਨਹੀਂ ਸਕਦੇ, ਹੈ ਨਾ, ਕਿ ਇੱਦਾਂ ਹੋ ਸਕਦਾ। ਸੋ ਉਹਨਾਂ ਚੀਜ਼ਾਂ ਨੂੰ ਓਵਰਕਮ ਕਰਦਾ ਮੈਨੂੰ ਇੱਦਾਂ ਲੱਗਣ ਲੱਗ ਗਿਆ ਸੀ ਕਿ ਇਨਸਾਨ ਆਪਣੀ ਜ਼ਿੰਦਗੀ 'ਚ ਜੋ ਵੀ ਸੋਚ ਲੇ ਉਹ ਕਰ ਸਕਦਾ, ਕਿ ਤੁਹਾਡੇ ਅੰਦਰ ਹੀ ਆ, ਤੁਸੀਂ ਕਰ ਸਕਦੇ ਕੁਝ ਵੀ। ਸੋ ਜਦੋਂ ਮੈਂ ਇਹਨਾਂ ਸੈਲੀਬ੍ਰਿਟੀਜ਼ ਦੇ ਨਾਲ ਬਹਿੰਦਾ ਵੀ ਹੁੰਦਾ ਸੀ, ਤਾਂ ਮੈਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਸੋਚਦਾ ਹੀ ਨਹੀਂ ਸੀ ਕਿ ਮੈਨੂੰ ਆਉਂਦਾ ਹੈ ਕੁਝ। ਜਦੋਂ ਮੈਂ ਇੱਥੇ ਬੈਠਾ, ਮੈਨੂੰ ਜੋ ਮੇਰਾ ਦਿਲ ਕੀਤਾ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਸੀ। ਮੇਰੇ ਕਦੀ ਦਿਲ 'ਚ ਐ ਨਹੀਂ ਗੱਲ ਆਈ ਕਿ ਮੇਰੇ ਨਾਲ ਸਲਮਾਨ ਖਾਨ ਬੈਠੇ ਨੇ, ਸ਼ਾਹਰੁਖ ਖਾਨ ਬੈਠੇ ਨੇ, ਆਲੀਆ ਭੱਟ ਬੈਠੇ ਨੇ। ਈਵਨ ਮੈਂ ਤਾਂ ਜਦੋਂ ਸਲਮਾਨ ਖਾਨ ਬੈਠੇ ਤੇ ਉਹਨਾਂ ਦੇ ਮੈਨੇਜਰ ਆਏ, ਉਹ ਕਹਿੰਦੇ ਜੀ ਕਿਹੜੇ ਕੁਐਸਚਨ ਪੁੱਛੋਗੇ ਤੁਸੀਂ। ਜਦੋਂ ਕਿਸੇ ਨੇ ਇੰਟਰਵਿਊ ਕਰਦੇ ਤਾਂ ਪਹਿਲਾਂ ਈਮੇਲ ਕਰਵਾ ਲੈਂਦੇ ਨੇ। ਮੈਂ ਕਿਹਾ ਜੀ ਐਂ ਤਾਂ ਮੈਂ ਕਦੀ ਪੁੱਛਿਆ ਹੀ ਨਹੀਂ, ਅਸੀਂ ਮੈਚ ਫਿਕਸ ਕਰਦੇ ਹੀ ਨਹੀਂ। ਮੈਂ ਕਿਹਾ ਜੀ ਐਂ ਆ, ਮੈਂ ਕਿਹਾ ਤੁਸੀਂ ਦੱਸੋ ਕੀ ਨਹੀਂ ਪੁੱਛਣਾ। ਉਹ ਕਹਿੰਦੇ ਕਿ ਉਹਨੇ ਮੇਰੀ ਇਹ ਗੱਲ ਸੁਣੀ ਤਾਂ ਸਲਮਾਨ ਕਹਿੰਦੇ ਕਿ ਤੂੰ ਜੋ ਮਰਜ਼ੀ ਪੁੱਛ।
ਅੱਛਾ। ਤੈਨੂੰ ਖੁੱਲੀ ਛੁੱਟੀ ਆ, ਜੋ ਤੇਰਾ ਦਿਲ ਕਰਦਾ ਤੂੰ ਪੁੱਛ। ਮੈਂ ਕਿਹਾ ਜੀ ਠੀਕ ਹੈ। ਸੋ ਇੱਕ ਜਿੱਦਾਂ ਆਪਾਂ ਉੱਦਾਂ ਵੀ ਆਪਾਂ ਜਦੋਂ ਕਿਸੇ ਨਾਲ ਗੱਲਬਾਤ ਕਰੀਦਾ ਤੇ ਉੱਦਾਂ ਵੀ ਅਗਲੇ ਬੰਦੇ ਦਾ ਵੀ ਜੀ ਕਰਨ ਲੱਗ ਜਾਂਦਾ, ਦਿਲ ਜਿਹਾ ਲਾ ਲੈਂਦੇ ਆਪਾਂ, ਹਨਾ। ਮਤਲਬ ਇਹ ਆਪਣੀ ਨੇਚਰ 'ਚ ਹੀ ਆ, ਹਰ ਬੰਦੇ ਦੇ ਸੁਭਾਅ 'ਚ, ਹਨਾ, ਹੁੰਦਾ ਹੀ ਹੈ ਪੰਜਾਬ 'ਚ ਰਹਿਣ ਵਾਲੇ ਬੰਦੇ ਦੇ। ਤੇ ਜਦੋਂ ਮੈਂ ਉਹਨਾਂ ਨਾਲ ਗੱਲ ਵੀ ਕਰਦਾ ਸੀ ਤਾਂ ਮੈਂ ਉਹਨਾਂ ਨੂੰ ਐਂ ਥੋੜ੍ਹੀ ਪੁੱਛਦਾ ਸੀ ਕਿ ਤੁਸੀਂ ਆਹ ਫਿਲਮ ਲੈ ਕੇ ਆ ਰਹੇ ਹੋ, ਇਹਦੇ 'ਚ ਕੀ ਆ। ਮੈਨੂੰ ਤਾਂ ਐਂ ਲੱਗਦਾ ਸੀ, ਮੈਂ ਜੀ ਤੁਸੀਂ ਫਿਰ ਜਦੋਂ ਫਿਲਮ ਦਾ ਸ਼ੂਟ ਕਰ ਲੈਂਦੇ ਮੁੜ ਕੇ ਘਰ ਜਾਣ ਲੱਗੇ ਕੀ ਸੋਚਦੇ ਆ। ਉਹ ਜਿਹੜੀਆਂ ਗੱਲਾਂ ਜਿਹੜੀਆਂ ਮੈਂ ਜਾਣਨਾ ਚਾਹੁੰਦਾ ਸੀ। ਬਿਲਕੁਲ। ਸੋ ਉਹ ਜਿਹੜੀਆਂ ਗੱਲਾਂ ਤੁਸੀਂ ਖੁਦ ਜਾਣਨਾ ਚਾਹੁੰਦੇ ਆ, ਉਹ ਪੁੱਛਣ ਲਈ ਕਦੀ ਬੰਦਾ ਮੈਨੂੰ ਲੱਗਦਾ ਨਹੀਂ ਕਿ ਗਰੇਜ਼ ਕਰਦਾ ਜਾਂ ਉਹਦੇ ਲਈ ਕੁਝ ਪ੍ਰੋਬਲਮ ਹੁੰਦੀ। ਸੋ ਮੈਂ ਤਾਂ ਇੰਟਰਵਿਊ ਤੋਂ ਬਾਅਦ ਇਹ ਕਹਿੰਦਾ ਇੱਕ ਬਾਈਟ ਬਣਾ ਦਿਓ, ਮੇਰਾ ਗਾਣਾ ਆਉਣ ਵਾਲਾ। ਹਾਂ। ਸੋ ਸਾਰਿਆਂ ਦੀਆਂ ਇੰਟਰਵਿਊ, ਉਹ ਜਿੰਨੀਆਂ ਵੀ ਸ਼ਾਹਰੁਖ ਖਾਨ, ਆਲੀਆ ਭੱਟ, ਰਣਬੀਰ ਸਿੰਘ, ਰਣਬੀਰ ਕਪੂਰ, ਇਹਨਾਂ ਸਾਰਿਆਂ ਦੀਆਂ ਬਾਈਟਸ ਨੇ ਜਿਹੜੇ ਮੇਰੇ ਗਾਣੇ ਨੂੰ ਪ੍ਰਮੋਟ ਕਰ ਰਹੇ ਨੇ। ਸੋ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪੁੱਛਣਾ। ਈਵਨ ਉਹਨਾਂ ਦੇ ਮੂੰਹ ਚੋਂ ਨਿਕਲਿਆ ਇੱਕ ਲਫ਼ਜ਼, ਉਹਦੀ ਵੈਲਿਊ ਆਓ। ਬਿਲਕੁਲ, ਹਨਾ। ਜੋ ਕਿਸੇ ਨੂੰ ਕਹਿ ਰਿਹਾ ਕਿ ਤੁਸੀਂ ਆਹ ਚੀਜ਼ ਲੈ ਲਓ, 4 ਲਫ਼ਜ਼ ਬੋਲਣ ਦੇ ਵੀ ਉਹ ਕਰੋੜਾਂ ਰੁਪਏ ਲੈਂਦੇ ਹੋਣ। ਤੋਂ ਇੱਕ ਮਿੰਟ ਦੀਆਂ ਬਾਈਟਾਂ ਬਣਾ ਦਿੰਦੇ ਸੀ ਕਿ ਸਾਡੇ ਨਾਲ ਇਹ ਖੜਾ ਹੈ, ਇਹਦਾ ਗਾਣਾ ਅਸੀਂ ਸੁਣਿਆ ਹੈ, ਸਾਨੂੰ ਗਾਣਾ ਬੜਾ ਵਧੀਆ ਲੱਗਿਆ ਨਾ, ਤੁਸੀਂ ਵੀ ਸੁਣਿਓ। ਸੋ ਇਹ ਬੇਸਿਕਲੀ ਜਦੋਂ ਤੁਹਾਨੂੰ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤੇ ਚੀਜ਼ਾਂ ਜ਼ਿਆਦਾ ਸੌਖੀਆਂ ਹੁੰਦੀਆਂ। ਤਾਂ ਉਹ ਸਾਰੇ ਪ੍ਰੋਸੈਸ 'ਚ ਇੱਦਾਂ ਨਿਕਲਿਆ ਮੈਂ। ਜਿਵੇਂ ਜਿਹੜੀਆਂ ਚੀਜ਼ਾਂ ਤੁਹਾਡੀ ਡੇਲੀ ਰੂਟੀਨ ਦਾ ਹਿੱਸਾ ਨਹੀਂ ਸੀਗੀਆਂ ਅੱਜ ਤੋਂ 5 ਸਾਲ ਪਹਿਲਾਂ, ਤੇ ਹੁਣ ਉਹ ਤੁਹਾਡੀ ਰੂਟੀਨ ਦਾ ਹਿੱਸਾ ਨੇ ਤਾਂ ਕਿ ਤੁਹਾਡੀ ਪਰਸਨੈਲਿਟੀ 'ਚ ਹੋਰ ਨਿਖਾਰ ਆ ਸਕੇ। ਜਿਵੇਂ ਬਹੁਤ ਸਾਰੇ ਆਰਟਿਸਟ ਆਪਣੇ ਮੈਡੀਟੇਸ਼ਨ ਵੀ ਕਰਦੇ ਨੇ, ਤੁਸੀਂ ਆਪਣੀ ਇਨਰ ਪਰਸਨੈਲਿਟੀ ਦੇ ਨਿਖਾਰ ਲਈ ਕਿਹੜੀਆਂ ਚੀਜ਼ਾਂ ਕਰਦੇ ਹੋ? ਕੁਝ ਕਰਦੇ ਹੋ ਅਲੱਗ ਤੋਂ? ਮੈਂ ਇਦਾਂ ਦਾ ਕੁਝ ਨਹੀਂ ਕਰਦਾ। ਮੇਰੀ 2-3 ਰੂਟੀਨਾਂ ਨੇ ਜਿਹੜੀਆਂ ਮੈਂ ਡੇਲੀ ਫੋਲੋ ਕਰਦਾ। ਇੱਕ, ਸਵੇਰੇ ਉੱਠ ਕੇ ਮੈਂ ਘਰੋਂ ਨਿਕਲਣ ਤੋਂ ਪਹਿਲਾਂ ਪਾਠ ਕਰਦਾ ਹੀ ਕਰਦਾ। ਇੱਕ, ਸੌਣ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹੀ ਟੇਕਦਾ। ਅੱਛਾ। ਜਦੋਂ ਤੁਸੀਂ ਇਹ 2 ਚੀਜ਼ਾਂ ਕਰਦੇ ਆ, ਜਦੋਂ ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਕੰਮ ਕਰਦੇ ਆ, ਤਾਂ ਤੁਸੀਂ ਰੱਬ ਅੱਗੇ ਅਰਦਾਸ ਕਰਕੇ ਨਿਕਲਦੇ ਆ ਕਿ ਮਤਲਬ ਤੂੰ ਨਾਲ ਰਹੀਂ ਬਾਬਾ, ਮੈਂ ਕੁਝ ਵੀ ਕਰਾਂ ਜ਼ਿੰਦਗੀ 'ਚ, ਤੂੰ ਨਾਲ ਹੀ ਚਾਹੀਦਾ। ਸੋ ਜਦੋਂ ਤੁਸੀਂ ਸਾਰੀ ਜ਼ਿੰਦਗੀ 'ਚ ਕੁਝ ਵੀ ਕਰੋਗੇ ਨਾ, ਤਾਂ ਤੁਹਾਡੇ ਦਿਮਾਗ 'ਚ ਵੀ ਇੱਕ ਖਿਆਲ ਰਹਿੰਦਾ ਕਿ ਤੁਸੀਂ ਕੋਈ ਇਦਾਂ ਦਾ ਕੰਮ, ਕੋਈ ਇਦਾਂ ਦੀ ਚੀਜ਼ ਨਹੀਂ ਕਰਨੀ ਜਿਹਦੇ ਨਾਲ ਤੁਸੀਂ ਕੱਲ ਨੂੰ ਮੂੰਹ ਨਾ ਦਿਖਾਉਣ ਜੋਗੇ ਹੋਵੋ। ਬਿਲਕੁਲ। ਤੇ ਜਦੋਂ ਤੁਸੀਂ ਸੌਣ ਤੋਂ ਪਹਿਲਾਂ ਜਾ ਕੇ ਗੁਰਦੁਆਰੇ ਮੱਥਾ ਟੇਕਦੇ ਆ ਨਾ, ਤਾਂ ਮੈਨੂੰ ਲੱਗਦਾ ਕਿ ਉਸ ਤੋਂ ਵੱਡੀ ਮੈਡੀਟੇਸ਼ਨ ਕੋਈ ਨਹੀਂ ਹੈ। ਜਦੋਂ ਤੁਸੀਂ ਪਾਠ ਕਰਦੇ ਆ ਗੁਰਦੁਆਰਾ ਸਾਹਿਬ ਬਹਿ ਕੇ, ਤੁਹਾਡੇ ਦਿਮਾਗ 'ਚ ਜਿੰਨੇ ਖਿਆਲ ਨੇ, ਜੋ ਵੀ ਪਾਠ ਕਰਦੇ ਦੌਰਾਨ ਤੁਹਾਡੇ ਦਿਮਾਗ 'ਚ ਆਉਂਦਾ, ਉਹ ਨਵੇਂ ਜਦੋਂ ਕਰਨ ਲੱਗੋ ਉਦੋਂ ਆਉਂਦੇ ਨੇ, ਪਰ ਜਦੋਂ ਤੁਸੀਂ ਕਰਦੇ ਜਾਓ ਫਿਰ ਨਹੀਂ ਆਉਂਦੇ। ਉਹ ਜਦੋਂ ਐਨ ਸ਼ਾਂਤ ਹੋ ਜਾਂਦਾ, ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਦੁਨੀਆ 'ਚ ਕਿਸੇ ਵੀ ਚੀਜ਼ ਦਾ ਡਰ ਮੁੱਕ ਜਾਂਦਾ, ਤੁਹਾਡੇ ਦਿਮਾਗ 'ਚੋਂ ਲਾਲਚ ਮੁੱਕ ਜਾਂਦਾ। ਤੁਸੀਂ ਇੰਨੇ ਫੋਕਸਡ ਹੋ ਜਾਂਦੇ ਆ ਕਿ ਤੁਹਾਨੂੰ ਐਂ ਲੱਗਦਾ ਤੁਹਾਨੂੰ ਜੋ ਚਾਹੀਦਾ ਬਸ ਉਹਦੇ ਤੇ ਧਿਆਨ ਰੱਖੋਗੇ ਤੁਸੀਂ ਪਰਵਾਹ ਕਰਨੀ ਛੱਡ ਦਿੰਦੇ। ਸੋ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਜਿਹੜੀ ਮੈਂ ਆਪਣੀ ਜ਼ਿੰਦਗੀ 'ਚ ਮੈਨੂੰ ਲੱਗਦਾ ਬਦਲਾਵ ਲੈਂਦਾ, ਸਿਰਫ ਇਹੀ ਆ ਕਿ ਮੈਂ ਪਹਿਲਾਂ ਵੀ ਕਰਦਾ ਸੀ, ਕਿ ਇਹ ਨਹੀਂ ਮੈਂ ਨਵਾਂ ਕਰਨ ਲੱਗਿਆ, ਪਰ ਪਹਿਲਾਂ ਇੰਨੀ ਸਮਝ ਨਹੀਂ ਸੀ। ਹੌਲੀ ਹੌਲੀ ਜਦੋਂ ਤੁਸੀਂ ਪਹਿਲਾਂ ਸਿਰਫ ਪੜ੍ਹ ਲੈਂਦੇ ਸੀ ਆਪਾਂ, ਬਿਲਕੁਲ, ਹਨਾ, ਫਿਰ ਹੌਲੀ ਹੌਲੀ ਤੁਹਾਨੂੰ ਅਸਰ ਕਰਨ ਲੱਗ ਜਾਂਦੀ ਸੀ। ਸੋ ਇਹੀ ਚੇਂਜ ਇੱਕ ਵਾਰ। ਬਿਲਕੁਲ। ਇਹ ਜ਼ਰੂਰੀ ਨਹੀਂ ਵੀ ਤੁਸੀਂ ਇਕੱਲੇ ਹੀ ਹੋਵੋਗੇ ਵੀ ਜਿਹੜੇ ਇਸ ਇੰਡਸਟਰੀ ਦੇ ਵਿੱਚ। ਜਿਵੇਂ ਮੈਂ ਤੁਹਾਡੀਆਂ ਕਈ ਇੰਟਰਵਿਊਜ਼ ਦੇ ਵਿੱਚ ਸੁਣਿਆ ਕਿ ਤੁਸੀਂ ਵੈਜੀਟੇਰੀਅਨ ਹੋ, ਤੁਸੀਂ ਡਰਿੰਕ ਨਹੀਂ ਕਰਦੇ ਹੈਗੇ। ਤਾਂ ਇਹ ਜਿਵੇਂ ਮੈਂ ਕਿਹਾ ਕਿ ਜ਼ਰੂਰੀ ਨਹੀਂ ਵੀ ਤੁਸੀਂ ਇਕੱਲੇ ਹੀ ਹੋਵੋਗੇ, ਪਰ ਜਿਵੇਂ ਬਹੁਤ ਸਾਰੇ ਜਦੋਂ ਸਾਡੇ ਯੰਗ ਮੁੰਡੇ ਕੁੜੀ ਇੰਡਸਟਰੀ 'ਚ ਕੰਮ ਕਰ ਰਹੇ ਨੇ, ਤਾਂ ਇੰਡਸਟਰੀ ਤੋਂ ਬਾਹਰ ਦੇਖਣ ਵਾਲਿਆਂ ਦੇ ਲਈ ਬੜੀਆਂ ਸਾਰੀਆਂ ਉਹਨਾਂ ਨੇ ਗੱਲਾਂ ਬਣਾਈਆਂ ਹੁੰਦੀਆਂ ਨੇ ਜਾਂ ਧਾਰਨਾ ਬਣੀ ਹੁੰਦੀ ਹੈ ਨਾ। ਸੋ ਇਸ ਇੰਡਸਟਰੀ ਦੇ ਲਈ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਮੈਂ ਖੁਦ ਵੀ ਐਕਸਪੀਰੀਅੰਸ ਕਰਦੀ ਹਾਂ ਵੀ ਜਿਵੇਂ ਜਾਣਾ ਪੈਂਦਾ, ਬਹਿਣਾ ਪੈਂਦਾ, ਮੀਟਿੰਗਾਂ 'ਤੇ ਜਦੋਂ ਜਾਂਦੇ ਆ ਫਿਰ ਤੁਹਾਨੂੰ ਡਰਿੰਕ ਲੈਣੀ ਪੈਂਦੀ ਆ, ਜਾਂ ਨੌਨ ਵੈਜ ਖਾਧੇ ਬਿਨਾਂ ਤਾਂ ਤੁਸੀਂ ਆਪਣੀ ਬੋਡੀ 'ਤੇ ਕੰਮ ਨਹੀਂ ਕਰ ਸਕਦੇ ਹੈਗੇ, ਹੈ ਨਾ। ਸੋ ਉਹ ਚੀਜ਼ਾਂ ਜਿਹੜਾ ਹੁਣ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਇੰਡਸਟਰੀ ਦੇ ਵਿੱਚ, ਤੁਸੀਂ ਯੰਗ ਹੋ, ਯੰਗ ਬੰਦੇ ਦੀ ਤਾਂ ਵੈਸੇ ਵੀ ਆਪਣੇ ਬਹੁਤ ਘੱਟ ਸੋਚ ਆ ਕਿ ਮਤਲਬ ਨੌਨ ਵੈਜ ਤੋਂ ਬਿਨਾਂ ਕਾਹਦੀ ਜ਼ਿੰਦਗੀ ਹੁੰਦੀ ਆ, ਪਰ ਤੁਸੀਂ ਕਿਉਂ ਵੈਜੀਟੇਰੀਅਨ ਰੱਖਿਆ ਆਪਣੇ ਆਪ ਨੂੰ? ਮੈਂ ਵੈਜੀਟੇਰੀਅਨ ਰੱਖਣ ਦਾ ਸਭ ਤੋਂ ਮੁੱਖ ਕਾਰਨ ਇਹ ਸੀਗਾ ਕਿ ਮੇਰੇ ਡੈਡ ਮਤਲਬ ਹੁਣ ਤਾਂ ਐਕਸਪਾਇਰ ਹੋ ਗਏ, ਹੁਣ ਨਹੀਂ ਹੈਗੇ ਉਹ, ਪਰ ਮੇਰੇ ਡੈਡ ਨਾ ਦਾਰੂ ਬਹੁਤ ਪੀਂਦੇ ਸੀ। ਮੇਰਾ ਬਾਪੂ ਰੋਜ਼ ਕੋਈ ਦਿਨ ਨਹੀਂ ਸੀਗਾ ਜਿਸ ਦਿਨ ਉਹ ਦਾਰੂ ਉਹਨਾਂ ਨੇ ਨਹੀਂ ਪੀਤੀ। ਤੇ ਪਿੰਡ 'ਚ ਰਹਿਣ ਵਾਲੇ ਹਰ ਘਰ ਦੀ ਗੱਲ ਹੋਊਗੀ, ਉਹ ਮੈਨੂੰ ਲੱਗਦਾ ਬਹੁਤ ਰੇਅਰਲੀ ਹੋਊਗਾ ਕਿ ਜਿਨ੍ਹਾਂ ਦੇ ਘਰ ਦੇ ਦਾਰੂ ਨਹੀਂ ਪੀਂਦੇ, ਹਨਾ। ਸੋ ਉਹ ਰੋਜ਼ ਹੀ ਦਾਰੂ ਪੀਂਦੇ ਹੁੰਦੇ ਸੀ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੇ ਪਾਪਾ ਜਦੋਂ ਦਾਰੂ ਪੀ ਲੈਂਦੇ ਆ ਉਦੋਂ ਇਹ ਹੋਰ ਬੰਦਾ ਬਣ ਜਾਂਦਾ ਹੈ, ਇਹ ਮੇਰਾ ਬਾਪੂ ਨਹੀਂ ਰਹਿੰਦਾ। ਤਾਂ ਮੈਂ ਛੋਟੇ ਹੁੰਦੇ ਤੋਂ ਇਹ ਚੀਜ਼ ਦੇਖਦਾ ਆਇਆ, ਤੇ ਜਦੋਂ ਉਹ ਐਕਸਪਾਇਰ ਵੀ ਹੋਏ ਤਾਂ ਉਹਨਾਂ ਦੀ ਸਿਹਤ ਵਿਗੜਨ ਦਾ ਕਾਰਨ ਵੀ ਇਹੀ ਸੀ। ਸੋ ਉਸ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਇਨਫਲੂਐਂਸ ਕੀਤਾ ਹੋਇਆ ਅੰਦਰ ਡੀਪ ਇਨਸਾਈਡ। ਮੈਨੂੰ ਪਤਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਕੁਝ ਵੀ ਕਰ ਸਕਦਾ, ਕਿ ਪਰ ਮੈਂ ਇਹ ਕੰਮ ਨਹੀਂ ਕਰ ਸਕਦਾ। ਸੋ ਸਭ ਤੋਂ ਵੱਡਾ ਇੰਪੈਕਟ ਇਹੀ ਸੀ। ਦੂਜਾ, ਜਿਹੜੇ ਮੇਰੇ ਮੰਮੀ ਨੇ ਉਹ ਸ਼ੁਰੂ ਤੋਂ ਵੈਜੀਟੇਰੀਅਨ ਨੇ। ਅੱਛਾ। ਤੇ ਜਦੋਂ ਸਾਡੇ ਘਰੇ ਸ਼ਰਾਬ ਵੀ ਆਉਂਦੀ ਸੀ ਤਾਂ ਮੇਰੇ ਮੰਮੀ ਪਾਪਾ ਨੂੰ ਕੁਝ ਕਹਿੰਦੇ ਨਹੀਂ ਸੀਗੇ, ਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਅਸੀਂ ਉਹ ਲੜਨ ਤੇ ਮੈਂ ਦੇਖਾਂ ਇੱਦਾਂ ਦੀਆਂ ਚੀਜ਼ਾਂ। ਉਹ ਸ਼ੁਰੂ ਤੋਂ ਉਹਨਾਂ ਨੂੰ ਪਤਾ ਸੀ ਕਿ ਮੈਂ ਆਪਦੇ ਬੱਚੇ ਦੀ ਪਰਵਰਿਸ਼ ਕਿਹੋ ਜਿਹੀ ਕਰਨੀ ਆ, ਤੇ ਇਹਦੇ ਦਿਮਾਗ 'ਚ ਕਿਹੜੀ ਗੱਲ ਆਪਣੇ ਆਪ ਆਊਗੀ, ਕਿਹੜੀ ਮੈਂ ਇਹਨੂੰ ਦੱਸਣੀ ਆ।
ਸੋ ਉਹਨਾਂ ਦੀ ਅਪਬ੍ਰਿੰਗਿੰਗ ਕਾਰਨ ਵੀ ਮੈਨੂੰ ਇਦਾਂ ਲੱਗਦਾ ਕਿ ਮੈਂ ਕਦੀ ਦਾਰੂ ਦੇ ਨੇੜੇ ਨਹੀਂ ਗਿਆ। ਤੇ ਵੈਜੀਟੇਰੀਅਨ ਹੋਣ ਦਾ ਕਾਰਨ ਮੈਨੂੰ ਇਦਾਂ ਲੱਗਦਾ ਕਿ ਵੈਜੀਟੇਰੀਅਨ ਵਰਗੀ ਚੀਜ਼ ਤੁਹਾਡੀ ਸਿਹਤ ਲਈ, ਤੁਹਾਡੇ ਦਿਮਾਗ ਲਈ ਬਹੁਤ ਇੰਪੋਰਟੈਂਟ ਆ। ਮੈਂ ਕਿਸੇ ਨੂੰ ਇਹ ਸਮਝਾ ਨਹੀਂ ਸਕਦਾ ਕਿ ਨਾਨ ਵੈਜ ਖਾਣ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਕੀ ਨੁਕਸਾਨ ਹੁੰਦਾ, ਤੁਸੀਂ 15 ਸਾਲ ਬਾਅਦ ਕਿੱਦਾਂ ਦੀ ਸੋਚ ਰੱਖਣ ਲੱਗ ਜਾਓਗੇ, ਇਹ ਨਹੀਂ ਮੈਂ ਸਮਝਾ ਸਕਦਾ। ਪਰ ਇਹ ਮੈਨੂੰ ਸਮਝ ਆ, ਤੇ ਇਸ ਚੀਜ਼ ਦੀ ਸਮਝ ਲਈ ਮੈਂ ਸੈਲਫ ਸਟੱਡੀ ਕਹਿ ਲਓ ਤੁਸੀਂ, ਜਾਂ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਵੈਜੀਟੇਰੀਅਨ ਬੰਦਾ ਹੁੰਦਾ ਉਹ ਬਹੁਤ ਜ਼ਿਆਦਾ ਐਕਟਿਵ ਹੁੰਦਾ ਕ੍ਰੀਏਟਿਵ ਮਾਈਂਡ ਤੋਂ, ਐਂਡ ਜਿਹੜਾ ਉਹ 'ਚ ਬਹੁਤ ਡਿਫਰੈਂਸਿਸ ਨੇ ਇਹਨਾਂ ਚੀਜ਼ਾਂ ਨੂੰ, ਸੈਲਫ ਗਰੋਥ ਨੂੰ ਲੈ ਕੇ ਬਹੁਤ ਡਿਫਰੈਂਸਿਸ ਨੇ। ਸੋ ਹਮੇਸ਼ਾ ਜਿਹੜਾ ਵੈਜੀਟੇਰੀਅਨ ਤੋਂ ਬਾਅਦ ਵੇਗਨ ਵੈਜੀਟੇਰੀਅਨ ਤੋਂ ਵੀ ਜ਼ਿਆਦਾ ਵਧੀਆ ਹੈ ਨਾ। ਸੋ ਜਦੋਂ ਤੁਸੀਂ, ਕਿਉਂਕਿ ਜਿਹੜਾ ਸੰਸਾਰ ਦੇ ਵਿੱਚ ਇਨਸਾਨ ਆਇਆ, ਉਹਦੀ ਜਿਹੜੀ ਆਪਣੇ ਰੱਬ ਨੇ ਜਿਹੜੀ ਚੀਜ਼ ਉਹਨੂੰ ਦਿੱਤੀ ਖਾਣ ਲਈ, ਉਹ ਤਾਂ ਵੇਗਨ ਹੀ ਆ। ਬਾਕੀ ਸਾਰੀਆਂ ਚੀਜ਼ਾਂ ਤਾਂ ਇਨਸਾਨ ਨੇ ਬਣਾਈਆਂ, ਉਹ ਇਨਸਾਨ ਨੇ ਚੰਗੀਆਂ ਬੁਰੀਆਂ ਸਾਰੀਆਂ ਬਣਾਈਆਂ। ਸੋ ਜਿਨ੍ਹਾਂ ਨੂੰ ਜਿੰਨੀ ਹਿਸਾਬ ਨਾਲ ਜਿਹਨੂੰ ਨੌਲੇਜ ਆ, ਉਸ ਹਿਸਾਬ ਦੇ ਨਾਲ ਉਹ ਆਪਦਾ ਕੰਮ ਕਰੀ ਜਾਂਦਾ। ਪਰ ਤੁਹਾਨੂੰ ਕਦੇ ਐਂ ਲੱਗਿਆ ਵੀ ਮੈਂ ਸ਼ਰਾਬ ਨਹੀਂ ਪੀਂਦਾ ਹੈਗਾ, ਜਾਂ ਮੈਂ ਨੌਨ ਵੈਜ ਨਹੀਂ ਖਾਂਦਾ, ਵੀ ਮੈਨੂੰ ਕੰਮ ਕਰਨ 'ਚ ਕੋਈ ਦਿੱਕਤ ਆ ਰਹੀ ਆ, ਜਾਂ ਮੈਨੂੰ ਕੋਈ ਲਿੰਕ ਬਣਾਉਣ 'ਚ ਦਿੱਕਤ ਆ ਰਹੀ ਆ, ਵੀ ਜਾਂ ਲੋਕਾਂ ਦੇ ਨਾਲ ਮੈਂ ਸੋਸ਼ਲ ਨਹੀਂ ਹੋ ਸਕਦਾ? ਕਿਉਂਕਿ ਬਹੁਤ ਸਾਰੇ ਲੋਕਾਂ ਦਾ ਖਾਸ ਤੌਰ ਤੇ ਸ਼ਰਾਬ ਨੂੰ ਲੈ ਕੇ ਇਹ ਐਕਸਕਿਊਜ਼ ਹੁੰਦਾ ਹੈ ਕਿ ਇਸ ਇੰਡਸਟਰੀ 'ਚ ਮਤਲਬ ਰਹਿਣਾ, ਲਿੰਕ ਬਣਾਉਣਾ ਯਾਰੀ ਪੈ ਜਾਂਦੀ ਆ। ਮੈਨੂੰ ਕਹਿੰਦੇ ਇਦਾਂ ਬਹੁਤ ਸਾਰੇ ਕਿ ਤੂੰ ਫਲਾਣੇ ਬੰਦੇ ਨਾਲ ਪੈਗ ਲਾ, ਤੇਰੀ ਯਾਰੀ ਪੈ ਜਾਂਦੀ, ਇਦਾਂ ਪੈ ਜਾਂਦੀ। ਉਹ ਜਿਹੜੀਆਂ ਯਾਰੀਆਂ ਨੇ ਉਹ ਨਿਭਦੀਆਂ ਨਹੀਂ ਗਈਆਂ, ਮੇਰੀ ਇਹ ਸੋਚਣੀ ਹੈ। ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਜੇ ਤੁਹਾਡੇ ਕੰਮ 'ਚ ਦਮ ਨਹੀਂ ਹੈਗਾ, ਤੁਸੀਂ ਦਾਰੂ ਪੀ ਲਓ, ਕਿਸੇ ਨਾਲ ਯਾਰੀ ਪਾ ਲਓ, ਕੀ ਕਰ ਲਓਗੇ ਤੁਸੀਂ? ਕੋਈ ਬੰਦਾ ਪ੍ਰੋਡਿਊਸਰ ਪੱਟ ਲਓਗੇ, ਜਾਂ ਇੰਨਾ ਹੀ ਕਰ ਸਕਦੇ ਹੋ, ਪ੍ਰੋਡਿਊਸਰ ਤੁਹਾਡੇ ਤੇ 5-10 ਕਰੋੜ ਲਾ ਦੂਗਾ। ਜੇ ਤੁਹਾਡੇ 'ਚ ਦਮ ਹੀ ਨਹੀਂ ਹੈਗਾ, ਉਹ ਕਿਸੇ ਕੰਮ ਨਹੀਂ। ਜੇ ਤੁਹਾਡੇ 'ਚ ਦਮ ਆ, ਹੋ ਸਕਦਾ ਤੁਹਾਨੂੰ 5-10 ਕਰੋੜ ਦਾ ਬੰਦਾ ਨਾ ਮਿਲੇ, ਇਹ ਪੋਸੀਬਲ ਆ। ਪਰ ਤੁਸੀਂ ਜਿਹੜਾ ਵੀ ਕੰਮ ਕਰੋਗੇ, ਉਹ ਚਾਹੇ ਤੁਸੀਂ ਕੋਲੋਂ ਲਾ ਕੇ ਕਰ ਲਓ, ਉਹ ਦਿਖੂਗਾ। ਉਹ ਇੱਕ ਜਿਹੜੀ ਪਿਓਰਿਟੀ ਤੇ ਓਨੈਸਟੀ ਜ਼ਰੂਰ ਦਿਖੂਗੀ। ਸੋ ਮੇਰੀ ਫਿਲਮ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਬਾਕਮਾਲ ਕੰਮ ਕਰਤਾ, ਬਹੁਤ ਚੀਜ਼ਾਂ ਕਰਦੀਆਂ, ਪਰ ਮੈਂ ਜਿੰਨਾ ਵੀ ਕੰਮ ਕੀਤਾ ਉਹਦੇ 'ਚ ਓਨੈਸਟੀ ਤੇ ਪਿਓਰਿਟੀ ਹਮੇਸ਼ਾ 100% ਦਿਖੂਗੀ, ਰਹਿੰਦੀ ਜਦੋਂ ਤੱਕ ਮੈਂ ਹੈਗਾ ਉਦੋਂ ਤੱਕ। ਸੋ ਇਹ ਡਿਫਰੈਂਸ ਰਹਿੰਦਾ। ਦੂਜੀ ਗੱਲ, ਜਿਹੜੇ ਨਵੇਂ ਜਿੰਨੇ ਵੀ ਯੰਗਸਟਰਸ ਆਉਂਦੇ ਨੇ, ਉਹਨਾਂ ਨੂੰ ਇਦਾਂ ਨਹੀਂ ਸੋਚਣਾ ਚਾਹੀਦਾ। ਜਿਹੜੇ ਸੋਚਦੇ ਨੇ ਉਹ ਬਿਲਕੁਲ ਨਵੇਂ ਹੁੰਦੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ। ਜਦੋਂ ਮੈਂ ਤੁਹਾਨੂੰ ਦੱਸਿਆ, ਜਦੋਂ ਮੈਂ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਕੀ ਨਹੀਂ। ਸੋ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਮਿਸਗਾਈਡ ਕਰਨ ਵਾਲੇ ਲੋਕ ਬਹੁਤ ਨੇ। ਕਹਣਾ ਕਿ ਇਦਾਂ ਕਰ ਲਓ, ਇਦਾਂ, ਮਤਲਬ ਹਾਲਾਂਕਿ ਇੱਥੇ ਇਸ ਇੰਡਸਟਰੀ 'ਚ ਕਿਸੇ ਨੂੰ ਵੀ ਕੁਝ ਨਹੀਂ ਪਤਾ। ਬਿਲਕੁਲ, ਇਹ ਸਾਰਾ ਕੁਝ ਪਰਮਾਤਮਾ ਦੇ ਹੱਥ 'ਚ ਆ। ਤੁਸੀਂ ਸਿਰਫ ਆਪਦੇ ਰਸਤੇ ਤੇ ਤੁਰਨਾ ਹੁੰਦਾ ਹੈ ਨਾ। ਪਰ ਇੱਥੇ ਮਿਸਗਾਈਡ ਬਹੁਤ ਕਰਦੇ ਆ। ਪਰ ਮੈਨੂੰ ਤਾਂ ਲੱਗਦਾ ਕਿ ਜਿਹੜਾ ਬੰਦਾ ਟੈਲੈਂਟਡ ਆ, ਜਿਹੜਾ ਬੰਦਾ ਆਪਣੇ ਆਪ ਨੂੰ ਲੈ ਕੇ ਕੌਨਫੀਡੈਂਟ ਆ, ਉਹਨੂੰ ਕਿਸੇ ਬੰਦੇ ਦੀ ਲੋੜ ਨਹੀਂਗੀ। ਉਹਦਾ ਬਸ ਰੱਬ ਨਾਲ ਕਨੈਕਸ਼ਨ ਸਹੀ ਰਹਿਣਾ ਚਾਹੀਦਾ, ਤੇ ਉਹ ਆਪਦਾ ਕੰਮ ਇਮਾਨਦਾਰੀ ਨਾਲ ਕਰੇ। ਪਰ ਜਦੋਂ ਤੁਸੀਂ ਕੰਮ ਕਰਕੇ ਥੱਕ ਕੇ ਘਰ ਵਾਪਸ ਆਉਂਦੇ ਹੋ, ਫਿਰ ਤੁਸੀਂ ਥਕਾਵਟ ਕਿੱਦਾਂ ਲਾਉਂਦੇ ਹੋ? ਮੈਂ ਇਦਾਂ ਕਹੂੰਗਾ ਤੇ ਇਦਾਂ ਲੱਗਣਾ ਇਹ ਝੂਠ ਬੋਲਦਾ। ਮੈਨੂੰ ਐਂ ਲੱਗਦਾ ਕਿ ਜੇ ਮੈਂ ਨਹੀਂ ਕੰਮ ਕਰਦਾ, ਮੈਂ ਫਿਰ ਥੱਕਦਾ। ਅੱਛਾ, ਹਾਂ, ਮੈਨੂੰ ਐਂ ਫੀਲ ਹੁੰਦਾ, ਕਿਉਂਕਿ ਮੈਨੂੰ ਮੇਰੇ ਅੰਦਰ ਇੱਕ ਵੱਖਰੀ ਜਿਹੀ ਅੱਗ ਜਿਹੀ ਲੱਗੀ ਹੋ ਰਹਿੰਦੀ ਕਿ ਯਾਰ ਇੱਦਾਂ ਕਰਨਾ। ਨੋਟ ਕਿ ਕਿਸੇ ਜਗ੍ਹਾ 'ਤੇ ਪਹੁੰਚਣਾ ਨਹੀਂ ਚਾਹੁੰਦਾ। ਇਹ ਛੋਟੇ ਹੁੰਦੇ ਤੋਂ ਹੀ ਇੱਦਾਂ ਹੈ। ਮੈਂ ਮਾਰਸ਼ਲ ਆਰਟਸ ਕਰਦਾ ਸੀ ਪਹਿਲਾਂ, ਮੈਨੂੰ ਉਦੋਂ ਹੀ ਹੁੰਦਾ ਸੀ, ਜਦੋਂ ਮੈਂ ਕੰਪੀਟੀਸ਼ਨ ਜਿੱਤ ਕੇ ਵੀ ਆਉਂਦਾ ਸੀ, ਮੈਨੂੰ ਵੇਟ ਰਹਿੰਦੀ ਸੀ ਹੁਣ ਅਗਲਾ ਕਦੋਂ ਆਊਗਾ। ਸੋ ਸੇਮ ਚੀਜ਼ ਮੇਰੇ ਅੱਜ ਵੀ ਚੱਲਦੀ ਰਹਿੰਦੀ ਹੈ ਦਿਮਾਗ 'ਚ, ਦਿਲ 'ਚ। ਜਿੱਦਣ ਮੈਂ ਐਂ ਕੱਢਦਾ ਸਾਰਾ ਦਿਨ ਕਿ ਯਾਰ ਅੱਜ ਮੈਂ ਕੁਝ ਕੀਤਾ ਨਹੀਂ, ਤਾਂ ਮੈਨੂੰ ਇੱਦਾਂ ਫੀਲ ਹੋਣ ਲੱਗ ਜਾਂਦਾ ਕਿ ਮੈਂ ਆਪਣਾ ਦਿਨ ਵੇਸਟ ਕਰਤਾ ਹੈ ਨਾ। ਤੇ ਮੈਂ ਆਪਦੀ ਜ਼ਿੰਦਗੀ 'ਚ ਇੱਦਾਂ ਕਰੂੰਗਾ ਤੇ ਮੈਂ ਤੇ ਕੁਝ ਕਰ ਨਹੀਂ ਪਾਊਂਗਾ। ਅੱਜ ਦੀ ਕੋਈ ਇਨਪੁਟ ਆਊਟਪੁੱਟ ਹੈ ਹੀ ਨਹੀਂ ਆ। ਜਿੱਦਣ ਮੈਂ ਕੰਮ ਕਰਾਂ, ਜਿੱਦਣ ਮੈਂ 16 ਘੰਟੇ ਕੰਮ ਕਰ ਲਾਂ, 17 ਘੰਟੇ ਕਰ ਲਾਂ, 18 ਘੰਟੇ ਕਰ ਲਾਂ, ਤਾਂ ਮੈਨੂੰ ਲੱਗਦਾ ਕਿ ਹਾਂ ਅੱਜ ਬਹੁਤ ਵਧੀਆ ਨੀਂਦ ਆਉਣੀ ਆ। ਸੋ ਆਪੋਜ਼ਿਟ ਚੀਜ਼ਾਂ, ਮਤਲਬ ਮੈਂ ਆਪੋਜ਼ਿਟ ਸੋਚਦਾ ਇੱਦਾਂ ਇਹਨੂੰ ਲੈ ਕੇ। ਬਿਲਕੁਲ, ਇਹ ਸਵਾਲ ਉਹਨਾਂ ਲੋਕਾਂ ਦੇ ਲਈ ਸੀਗਾ ਜਿਹੜੇ ਅਕਸਰ ਕਹਿ ਦਿੰਦੇ ਨੇ ਵੀ ਥਕਾਵਟ ਲਾਉਣ ਲਈ ਘੁੱਟ ਲਾਉਣੀ ਮਾੜੀ ਗੱਲ ਨਹੀਂ ਇੱਦਾਂ ਦੀ ਨਹੀਂ ਗੱਲ ਹੈ ਨਾ। ਤੇ ਉੱਥੇ ਮੈਂ ਕਈ ਵਾਰ ਕਹਿੰਦੀ ਹੁੰਦੀ ਆ ਵੀ ਚਲੋ ਅੱਜ ਕੱਲ੍ਹ ਤਾਂ ਜਨਾਨੀਆਂ ਵੀ ਪੀਂਦੀਆਂ ਨੇ, ਵੀ ਮਤਲਬ ਘਰ 'ਚ ਜਿੰਨਾ ਕੰਮ ਸਾਡੀਆਂ ਪਿੰਡਾਂ 'ਚ ਸਾਡੀਆਂ ਔਰਤਾਂ ਕਰਦੀਆਂ ਨੇ, ਜਾਂ ਸਾਡੇ ਮਦਰ ਉਹਨਾਂ ਨੂੰ ਅਸੀਂ ਦੇਖਿਆ, ਅਸੀਂ ਤਾਂ ਉਹਦਾ 5% ਵੀ ਨਹੀਂ ਕਰ ਸਕਦੇ। ਕਿੰਨਾ ਕੰਮ ਕਰਦੇ ਆ ਵੀ ਉਹ ਕਿਵੇਂ ਥਕਾਵਟ ਲਾਉਂਦੀਆਂ ਸੀਗੀਆਂ ਨਾ। ਇਹ ਤਾਂ ਇੱਕ ਐਕਸਕਿਊਜ਼ ਆ ਕਿ ਤੁਸੀਂ ਬੇਸਿਕਲੀ ਤੁਸੀਂ ਆਪਣੇ ਬ੍ਰੇਨ ਨੂੰ ਟ੍ਰੇਨ ਕਰਨਾ। ਤੁਸੀਂ ਉਹਨੂੰ ਇਦਾਂ ਕਰ ਲਓ, ਜਿਹੜਾ 6 ਘੰਟੇ ਸੌਣਾ, 8 ਘੰਟੇ ਸੌਣਾ, 10 ਘੰਟੇ, ਇਹ ਵੀ ਬੇਸਿਕਲੀ ਟ੍ਰੇਨਿੰਗ ਆ। ਦੇਰ ਕਿੰਨੇ ਇਦਾਂ ਦੇ ਲੋਕ ਨੇ ਜਿਹੜੇ ਮੈਨੂੰ ਲੱਗਦਾ 2-3 ਘੰਟੇ ਸੌਂਦੇ ਨੇ। ਸੋ ਉਹਨਾਂ ਨੇ ਉਦਾਂ ਟ੍ਰੇਨ ਕੀਤਾ ਹੋਇਆ। ਸੋ ਜਿਹਨੂੰ ਜਿੰਨੀ ਕੁ ਇਨਫੋਰਮੇਸ਼ਨ ਹੈਗੀ ਆਪਣੇ ਆਪ ਨੂੰ ਲੈ ਕੇ, ਉਸ ਹਿਸਾਬ ਨਾਲ ਉਹ ਜ਼ਿੰਦਗੀ ਜੀਓ ਜਾਂਦਾ। ਸੋ ਇਹ ਇੱਥੇ ਹੀ ਮੁੱਕ ਜਾਂਦੀ ਗੱਲ। ਤੁਸੀਂ ਗਾਉਣਾ ਛੱਡ ਤਾ? ਹਾਂ, ਮੈਂ ਗਾਉਣਾ ਛੱਡਿਆ ਤਾਂ ਕਰਕੇ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਮੈਂ ਪੇਸ਼ਾ ਐਕਟਿੰਗ ਜਿਹਨੂੰ ਮੈਂ ਸੋਚਦਾ, ਮੈਂ ਇਹਨੂੰ ਇੱਕ ਨਵੀਂ ਸੋਚ ਦੇ ਨਾਲ ਲੈ ਕੇ ਜਾਣਾ ਚਾਹੁੰਦਾ। ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚ ਨਾ ਕੋਈ ਵੀ ਜਿਹੜੇ ਐਕਟਰਸ ਨੇ, ਉਹ ਸਾਰੇ ਮੋਸਟਲੀ ਸਿੰਗਰਸ ਨੇ।
ਨੌਨ ਐਕਟਰ ਬਹੁਤ ਘੱਟ ਨੇ ਤੇ ਨੌਨ ਐਕਟਰ ਬੰਦੇ ਜਿਹੜੇ ਨੇ ਉਹਨਾਂ ਦਾ ਸਰਵਾਈਵਿੰਗ ਜਿਹੜਾ ਹੈਗਾ ਉਹ ਵੀ ਬੜਾ ਘੱਟ ਆ। ਬਿਲਕੁਲ। ਸੋ ਜਦੋਂ ਤੁਸੀਂ ਜੇ ਮੈਂ ਗਾਣੇ ਗਾਉਣ ਲੱਗ ਗਿਆ ਹੁਣ ਤਾਂ ਮੈਂ ਫਿਰ ਉਸੇ ਕੈਟਾਗਰੀ 'ਚ ਡਿੱਗ ਜਾਊਂਗਾ। ਕਰੂੰਗਾ, ਇਦਾਂ ਨਹੀਂ ਮੈਂ ਨਹੀਂ ਕਰਦਾ, ਪਰ ਮੈਂ ਹੱਲੇ ਲੋਕਾਂ ਨੂੰ ਕਈਆਂ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਗਾਣੇ ਵੀ ਕੀਤੇ ਆ। ਸੋ ਲੋਕਾਂ ਨੂੰ ਮੇਰੀ ਪਛਾਣ ਸ਼ੂਟਰ ਫਿਲਮ ਕਰਕੇ ਆ। ਸੋ ਮੈਂ ਸੋਚਦਾ ਕਿ ਹੱਲੇ ਮੇਰਾ ਇੱਕ ਇਦਾਂ ਦਾ ਮੁਕਾਮ ਮੈਨੂੰ ਮਿਲੇ ਜਿਹਦੇ ਕਰਕੇ ਘੱਟੋ ਘੱਟ ਨਹੀਂ ਤਾਂ ਐਟਲੀਸਟ 10 ਬੰਦੇ ਤਾਂ ਇੰਸਪਾਇਰ ਹੋਣੇ ਸੋਚ ਕੇ ਕਿ ਯਾਰ ਅਸੀਂ ਐਕਟਿੰਗ ਦੇ ਵਿੱਚ ਕੰਮ ਕਰਨਾ, ਸਾਨੂੰ ਸਿੰਗਰ ਹੋਣ ਦੀ ਲੋੜ ਨਹੀਂ ਗੀ। ਹਾਂ, ਇਹ ਮਿੱਥ ਤੋੜਨੀ ਵੀ ਬਹੁਤ ਜ਼ਰੂਰੀ ਆ। ਦੇਵ ਖਰੋੜ ਭਾਜੀ ਹੁਣੀ ਹਾਂਜੀ ਵਧੀਆ ਕੰਮ ਕੀਤਾ ਉਹਨਾਂ ਨੇ, ਕਮਾਲ ਕੰਮ ਕਰਦੇ। ਹਾਂ, ਜਗਜੀਤ ਹੁਣੀ, ਧੀਰਜ ਹੋ ਗਈ, ਉਹਨਾਂ ਨੇ ਪ੍ਰੂਵ ਕੀਤਾ ਆਪਣੇ ਆਪ ਨੂੰ। ਹਾਂਜੀ। ਸੋ ਮੈਂ ਇਦਾਂ ਜਿੱਦਾਂ ਤੁਸੀਂ ਨਾਮ ਲਏ ਜਿਨ੍ਹਾਂ ਦੇ, ਇਹਨਾਂ ਨੂੰ ਦੇਖਦਾ ਹਾਂ ਮੈਂ, ਇਹਨਾਂ ਦੇ ਕੰਮ ਵੀ ਦੇਖਦਾ ਹਾਂ, ਬਹੁਤ ਵਧੀਆ ਕੰਮ ਕਰਦੇ ਨੇ। ਸੋ ਮੈਂ ਚਾਹੁੰਦਾ ਕਿ ਇਦਾਂ ਦੇ ਬਹੁਤ ਸਾਰੇ ਹੋਰ ਲੋਕ ਵੀ ਆਉਣ ਜਿਨ੍ਹਾਂ ਨੂੰ, ਜਦੋਂ ਪੰਜਾਬੀ ਇੰਡਸਟਰੀ ਨੂੰ ਅਸੀਂ ਪੰਜਾਬ ਤੋਂ ਬਾਹਰ ਨਿਕਲ ਕੇ ਆਪਾਂ ਗੱਲ ਕਰਦੇ ਹਾਂ ਤਾਂ ਸਾਰੇ ਲੋਕ ਇਹੀ ਕਹਿੰਦੇ ਯਾਰ ਉੱਥੇ सिंगर्स ही एक्टर होते हैं, सिंगर हैं गाने करते हैं, चलो उनके साथ फिल्म कर लेते हैं, इदां कहते हैं। ਤਾਂ ਉਹਦੇ 'ਚ ਕੀ ਆ ਕਿ ਜਿਹੜੇ ਬੰਦੇ ਐਕਟਿੰਗ ਦਾ ਜਿਨ੍ਹਾਂ 'ਚ ਟੈਲੈਂਟ ਆ, ਪੰਜਾਬ 'ਚ ਬਹੁਤ ਟੈਲੈਂਟ ਆ, ਬਿਲਕੁਲ ਬਹੁਤ ਟੈਲੈਂਟ ਆ, ਉਹ ਜਿਹੜੇ ਐਕਟਿੰਗ ਵਾਲੇ ਬੰਦੇ ਉਹਦੇ ਪਿੱਛੇ ਰਹਿ ਜਾਂਦੇ। ਤਾਂ ਮੈਂ ਚਾਹੁੰਦਾ ਕਿ ਮੇਰੇ ਇਸ ਕੰਮ ਕਰਨ ਦੇ ਨਾਲ ਜੇ ਥੋੜਾ ਜਿਹਾ ਵੀ ਫਾਇਦਾ ਹੋ ਸਕਿਆ ਤਾਂ ਮੈਂ ਉਹ ਕਰਨ ਦੀ ਕੋਸ਼ਿਸ਼ ਆ ਮੇਰੀ। ਪੰਜਾਬ 'ਚ ਇੰਨਾ ਟੈਲੈਂਟ ਆ। ਤੁਹਾਡੀ ਸ਼ੂਟਰ ਫਿਲਮ ਤੇ ਆਪਾਂ ਅੱਗੇ ਜਾ ਕੇ ਡਿਟੇਲ 'ਚ ਵੀ ਗੱਲ ਕਰਾਂਗੇ, ਪਰ ਉਹਦੇ ਜਿੰਨੇ ਕਰੈਕਟਰ ਸੀ ਕਿ ਮੈਂ ਹੈਰਾਨ ਸੀ ਵੀ ਇਹ ਆਰਟਿਸਟ ਹੁਣ ਤੱਕ ਕਿੱਥੇ ਸੀਗੇ। ਹਾਂਜੀ, ਇੰਨਾ ਕਮਾਲ ਦਾ ਉਹਨਾਂ ਨੇ ਕੰਮ ਕੀਤਾ ਹੋਇਆ ਸੀ। ਈਵਨ ਮਤਲਬ ਜੇ ਕੋਈ ਨਹੀਂ ਵੀ ਬੋਲ ਰਿਹਾ ਤਾਂ ਖੜੇ ਬੰਦੇ ਦਾ ਮਤਲਬ ਉਹਨਾਂ ਦੇ ਜਿਹੜੇ ਬਾਡੀ ਲੈਂਗੁਏਜ ਜਾਂ ਜੈਸਚਰ ਪੋਸਚਰ ਸੀਗੇ ਉਹ ਵੀ ਤੁਹਾਡੇ ਇੱਕ ਐਕਟਰ ਹੋਣ ਦਾ ਤੁਹਾਡੇ ਤੇ ਮੋਹਰ ਲਾਉਂਦੇ ਨੇ ਵੀ ਤੁਸੀਂ ਐਕਟਰ ਹੈਗੇ ਹੋ। ਤੁਸੀਂ ਨਹੀਂ ਵੀ ਬੋਲ ਰਹੇ ਤਾਂ ਵੀ ਤੁਸੀਂ ਐਕਟ ਕਰ ਰਹੇ ਹੋ, ਹਨਾ। ਉਹ ਬੇਸਿਕਲੀ ਕਿਸੇ ਨੇ ਕਦੀ ਲੱਭੇ ਹੀ ਨਹੀਂ ਐਕਟਰ। ਕਹਿੰਦੇ ਨੇ ਜੀ ਉਹ ਫਲਾਣੇ ਸਿੰਗਰ ਨੂੰ ਲੈ ਲਓ। ਮੇਰੀ ਕੋਈ ਪ੍ਰੋਬਲਮ ਨਹੀਂ ਗੀ ਸਿੰਗਰਸ ਨਾਲ, ਮੈਂ ਗਾਣੇ ਗਾਉਂਦਾ ਰਿਹਾ ਤੇ ਮੈਨੂੰ ਵੀ ਸਾਰੇ ਸਿੰਗਰ ਹੀ ਕਹਿੰਦੇ ਨੇ, ਅੱਧੇ ਹੱਲੇ ਵੀ ਸਿੰਗਰ ਕਹਿੰਦੇ ਨੇ, ਪਰ ਮੈਨੂੰ ਇਹ ਚੀਜ਼ ਤੋਂ ਪ੍ਰੋਬਲਮ ਹੁੰਦੀ ਆ ਕਿ ਇੱਕ ਟੈਲੈਂਟਡ ਬੰਦੇ ਜਦੋਂ ਪਿੱਛੇ ਰਹਿ ਜਾਂਦੇ ਆ। ਇਹ ਤਾਂ ਹੈ, ਹਨਾ। ਸੋ ਇਸ ਫਿਲਮ ਦੇ ਵਿੱਚ ਮੇਰੀ ਕੋਸ਼ਿਸ਼ ਸੀ ਕੋਈ ਵੀ ਮੁੰਡਾ ਨਵਾਂ ਨਹੀਂ ਆ ਸ਼ੂਟਰ 'ਚ, ਐਂਡ ਇਹ ਪ੍ਰੋਜੈਕਟ A ਤੋਂ ਲੈ ਕੇ Z ਤੱਕ ਹਰ ਇੱਕ ਚੀਜ਼ ਦੇ ਵਿੱਚ ਇਨਵੋਲਵਡ ਸੀਗਾ ਮੈਂ। ਕੋਈ ਵੀ ਇਦਾਂ ਨਹੀਂ ਕਿ ਜਿਹੜੀ ਚੀਜ਼ ਮੇਰੇ ਕਹੇ ਤੋਂ ਜਾਂ ਸੋਚੇ ਤੋਂ ਬਿਨਾਂ ਹੋ ਗਈ ਆ। ਸੋ ਸੇਮ ਚੀਜ਼ ਚੋਬਰ ਜਿਹੜੀ ਮੈਂ ਅਗਲੀ ਫਿਲਮ ਕਰ ਰਿਹਾ, ਸੇਮ ਚੀਜ਼ ਉਹਦੇ 'ਚ ਤੁਹਾਨੂੰ ਮੋਸਟਲੀ ਜਿੰਨੇ ਵੀ ਯੰਗਸਟਰ ਐਕਟਰਸ ਮਿਲਣਗੇ ਉਹ ਸਾਰੇ ਨਵੇਂ। ਕਦੀ ਵੀ ਮੈਂ ਇਦਾਂ ਨਹੀਂ ਸੋਚਦਾ ਕਿ ਪੁਰਾਣੇ ਚਿਹਰੇ, ਜਿੱਦਾਂ ਸਾਰੇ ਸੋਚਦੇ ਆ ਕਿ ਪੁਰਾਣੇ ਚਿਹਰੇ ਲੈ ਕੇ ਆਓ ਯਾਰ ਲੋਕਾਂ ਨੂੰ ਰਿਲੇਟੇਬਿਲਿਟੀ ਬਣੂਗੀ, ਪਰ ਜੇ ਤੁਸੀਂ ਨਵੇਂ ਲੈ ਕੇ ਆਓਗੇ ਕਿੰਨੇ ਨਵੇਂ ਉਹਨਾਂ ਨੂੰ ਦੇਖ ਕੇ ਹੋਰ ਆਉਣਗੇ। ਹਾਂ, ਨਾਲੇ ਆਡੀਅנס ਨੂੰ ਵੀ ਤਾਂ ਕੁਝ ਨਵਾਂ ਦੇਖਣ ਨੂੰ ਮਿਲੂਗਾ ਚਾਹੀਦਾ, ਹਨਾ। ਇੱਕ ਇੰਟਰਵਿਊ ਦੇ ਵਿੱਚ ਮੈਂ ਤੁਹਾਡੀ ਸਟੇਟਮੈਂਟ ਸੁਣ ਰਹੀ ਸੀ, ਤੁਸੀਂ ਕਿਹਾ ਕਿ ਮੈਂ ਕਾਮੇਡੀ ਫਿਲਮਾਂ ਨਹੀਂ ਕਰ ਸਕਦਾ ਕਿਉਂਕਿ ਉਹ ਮੇਰਾ ਜਨਰ ਨਹੀਂ ਆ, ਪਰ ਜਿਵੇਂ ਤੁਹਾਡਾ ਐਂਕਰਿੰਗ ਦਾ ਫੀਲਡ ਜਦੋਂ ਆਪਾਂ ਦੇਖਦੇ ਹਾਂ ਤਰੀਕਾ ਸੀ ਜਿਹੜਾ, ਹਾਂ, ਉਹ ਕਾਈਂਡ ਆਫ ਕਾਮੇਡੀ ਹੀ ਸੀਗਾ, ਜ਼ਿਆਦਾ ਐਂਟਰਟੇਨਿੰਗ ਸੀਗਾ, ਹਨਾ। ਤਾਂ ਉੱਥੇ ਫਿਰ ਮੈਨੂੰ ਲੱਗਦਾ ਹੁੰਦਾ ਕਿ ਤੁਹਾਡੇ ਲਈ ਕਾਮੇਡੀ ਫਿਲਮ ਕਰਨੀ ਕਿੰਨੀ ਔਖੀ ਹੋ ਸਕਦੀ ਹੈ। ਮੈਂ ਤੁਹਾਨੂੰ ਦੱਸਿਆ ਨਾ, ਮੈਂ ਇਵੋਲਵ ਚੇਂਜ ਹੁੰਦਾ ਰਹਿੰਦਾ ਇਨਸਾਨ ਸਮੇਂ ਨਾਲ, ਪਤਾ ਨਹੀਂ ਮੈਂ ਕਿਉਂ ਕਹਿਤੀ ਇਹ ਗੱਲ, ਪਰ ਮੈਂ ਕੰਮ ਕਰ ਰਿਹਾ ਇੱਕ ਫਿਲਮ ਦੇ ਉੱਤੇ, ਨਾਟ ਅ ਕਾਮੇਡੀ ਫਿਲਮ। ਮੈਨੂੰ ਇਦਾਂ ਲੱਗਦਾ ਹੁੰਦਾ ਕਾਮੇਡੀ ਜਿਹੜੀ ਆ ਮੇਰੀ ਆਪ ਦੀ ਸੋਚ ਆ ਇਸ 'ਚ, ਹਨਾ। ਮੈਂ ਕਿਸੇ ਨੂੰ ਇਹਦੇ 'ਚ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਮੈਨੂੰ ਇਦਾਂ ਲੱਗਦਾ ਕਾਮੇਡੀ ਫਿਲਮ ਪੰਚ ਮਾਰ ਕੇ ਨਹੀਂ ਹੁੰਦੀ, ਕਿ ਤੁਸੀਂ ਕਾਮੇਡੀ ਕਰਨ ਲਈ ਤੁਹਾਨੂੰ ਪੰਚ ਮਾਰਨ ਦੀ ਲੋੜ ਨਹੀਂ। ਜੇ ਪੰਚ ਮਾਰਨ ਦੀ ਲੋੜ ਹੁੰਦੀ ਤਾਂ ਮਿਸਟਰ ਬੀਨ ਨੂੰ ਕੋਈ ਨਾ ਦੇਖਦਾ, ਬਿਲਕੁਲ, ਹਨਾ। ਤੁਹਾਨੂੰ ਕਾਮੇਡੀ 'ਚ ਪੰਚ ਮਾਰਨ ਦੀ ਲੋੜ ਪੈ ਗਈ, ਫਿਰ ਜੇ ਪੈ ਗਈ ਤਾਂ ਇਹਦਾ ਮਤਲਬ ਤੁਹਾਡਾ ਜਿਹੜਾ ਇਹ ਹੈ ਕਿਸੇ ਕੰਮ ਦਾ ਨਹੀਂ ਆ। ਮਤਲਬ ਇਹ ਨਹੀਂ ਮੈਂ ਜਿਨ੍ਹਾਂ ਨੇ ਕੀਤੀ ਕਿ ਉਹਨਾਂ ਨੂੰ ਇਹ ਗੱਲ ਕਹਿ ਰਿਹਾ, ਮੈਂ ਆਪ ਦੇ ਲਈ ਸੋਚਦਾ ਇਹ ਗੱਲ, ਮੇਰੀ ਪਰਸਨਲ ਸੋਚ ਆ ਕਿ ਜੇ ਮੈਂ ਕਾਮੇਡੀ ਫਿਲਮ ਕਰੂੰਗਾ ਤਾਂ ਮੈਂ ਖੜਾ ਵੀ ਲੋਕਾਂ ਨੂੰ ਹਸਾਉਣਾ ਚਾਹੀਦਾ। ਜੇ ਮੈਂ ਉਸ ਚੀਜ਼ 'ਚ ਕਾਮਯਾਬ ਹਾਂ ਤਾਂ ਮੈਂ ਕਰੂੰਗਾ। ਤਾਂ ਮੈਂ ਇੱਕ ਚੀਜ਼ 'ਤੇ ਕੰਮ ਕਰ ਰਿਹਾ ਹੁਣ, ਤੇ ਫਿਰ ਮੈਂ ਤੁਹਾਨੂੰ ਉਹਦਾ ਸਰਪ੍ਰਾਈਜ਼ ਦੱਸੂੰਗਾ। ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਇਦਾਂ ਦਾ ਕੰਮ ਆ, ਕੋਈ ਵੀ ਇਦਾਂ ਦਾ ਜਨਰ ਆ ਜਿਹੜਾ ਮੈਂ ਕਦੀ ਡਰੂੰਗਾ ਕਿ ਮੈਂ ਨਹੀਂ ਕਰਨਾ। ਮੈਂ ਸਾਰੇ ਕਰੂੰਗਾ ਐਂਡ ਸਾਰੇ ਅਟੈਂਪਟ ਕਰੂੰਗਾ। ਮੈਂ ਇਹ ਇਦਾਂ ਹੀ ਸੋਚ ਕੇ ਚੱਲ ਰਿਹਾ ਮੇਰਾ। ਤੀਜੇ ਪੰਜਾਬ 'ਚ ਜੋ ਤੁਸੀਂ ਕੰਮ ਕੀਤਾ, ਤੁਸੀਂ ਉਹਦੇ ਲਈ ਪੈਸੇ ਲਏ ਸੀਗੇ? ਨਹੀਂ, ਮੈਂ ਕੋਈ ਪੈਸਾ ਨਹੀਂ ਲਿਆ ਸੀ ਤੀਜੇ ਪੰਜਾਬ 'ਚ। ਐਂਡ ਤੀਜੇ ਪੰਜਾਬ 'ਚ ਕੰਮ ਕਰਨ ਦਾ ਜਿਹੜਾ ਮਕਸਦ ਵੀ ਸੀ ਉਹ ਵੀ ਕੋਈ ਇਦਾਂ ਨਹੀਂ ਸੀ। ਕੋਈ ਬੰਦਾ ਇਦਾਂ ਨਹੀਂ ਕਰੂਗਾ ਮੈਨੂੰ ਲੱਗਦਾ ਕਿ ਜਿਹੜਾ ਇੰਨੀ ਮੁਸ਼ਕਿਲ ਦੇ ਨਾਲ ਫਿਲਮ ਦੇ ਲਈ, ਆਪਦੀ ਫਿਲਮ ਦੇ ਲਈ ਇੰਨੀ ਤਿਆਰੀ ਕਰਕੇ ਇੱਕ ਫਿਲਮ ਨੂੰ ਐਕਸੈਪਟ ਕਰਾ ਲਵੇ। ਐਕਸੈਪਟ ਕਰਾਉਣ ਤੋਂ ਬਾਅਦ ਲੋਕੀ ਤੁਹਾਨੂੰ ਦੇਖਣਾ ਪਸੰਦ ਕਰਨ ਲੱਗ ਜਾਣ ਤੇ ਤੁਹਾਨੂੰ ਉਹ ਅਗਲੀ ਫਿਲਮ ਤੁਹਾਡੀ ਵੇਟ ਕਰਨ ਤੇ ਤੁਸੀਂ ਕਿਸੇ ਫਿਲਮ 'ਚ ਜਾ ਕੇ ਇੱਕ ਛੋਟਾ ਜਿਹਾ ਕਿਰਦਾਰ ਨਿਭਾ ਦਿਓ। ਇੱਦਾਂ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਕਰੂਗਾ। ਬੇਸਿਕਲੀ ਜਦੋਂ ਤੁਸੀਂ ਦਿਲ ਤੋਂ ਸੋਚਦੇ ਆ ਨਾ, ਫਿਰ ਤੁਸੀਂ ਇੱਦਾਂ ਦੇ ਕੰਮ ਕਰਨਾ ਚਾਹੁੰਦੇ ਹੋਣੇ। ਅੱਜ ਤੋਂ 10 ਸਾਲ ਬਾਅਦ ਜਦੋਂ ਮੈਂ ਦੇਖੂੰਗਾ ਪਿੱਛੇ ਮੁੜ ਕੇ, ਕਿਉਂਕਿ ਮੈਂ ਇੱਕ ਪੋਸਟ ਪਾਈ ਸੀ ਇੰਸਟਾਗ੍ਰਾਮ 'ਤੇ ਕਿ ਜੇ ਕੋਈ ਵੀ, ਜਦੋਂ ਕਿਸਾਨੀ ਆਪਣਾ ਚੱਲਦਾ ਸੀ ਨਾ, ਉਦੋਂ ਮੈਂ ਇੱਕ ਪੋਸਟ ਪਾਈ ਸੀ ਕਿ ਕੋਈ ਵੀ ਬੰਦਾ ਕਿਸਾਨੀ ਮੁੱਦੇ 'ਤੇ ਕੋਈ ਵੀ ਫਿਲਮ ਬਣਾਉਣਾ ਚਾਹੁੰਦਾ, ਨਾਟ ਅ ਫੀਚਰ ਫਿਲਮ, ਕੋਈ ਸ਼ਾਰਟ ਫਿਲਮ ਵੀ ਬਣਾਊਂਗਾ ਤਾਂ ਮੈਂ ਫ੍ਰੀ 'ਚ ਹੀ ਕੰਮ ਕਰੂੰਗਾ। ਕਿ ਮੇਰਾ ਜੀ ਕਰਦਾ ਸੀ
ਤਾਂ ਜਦੋਂ ਇਹ ਤੀਜਾ ਪੰਜਾਬ ਚੱਲਦੀ ਸੀ ਤੇ ਉਦੋਂ ਅੰਬਰ ਭਾਜੀ ਹੁਣਾਂ ਨੇ ਬਾਈ ਚਾਂਸ ਹੀ ਉਦਾਂ ਹੀ ਕਾਲ ਕੀਤਾ ਮੈਨੂੰ ਕਿ ਇੱਦਾਂ ਦਾ ਇੱਕ ਕਿਰਦਾਰ ਆ ਇੱਕ ਯੰਗ ਮੁੰਡੇ ਦਾ ਜਿਹੜਾ ਪਹਿਲਾਂ ਇੱਦਾਂ ਦਾ ਨਸ਼ੇ ਕਰਦਾ, ਉਸ ਤੋਂ ਬਾਅਦ ਉਹ ਧਰਨੇ 'ਚ ਜਾ ਕੇ ਸੁਧਰ ਜਾਂਦਾ। ਮੈਨੂੰ ਗੱਲ ਵਧੀਆ ਲੱਗੀ ਸੀ, ਮੈਂ ਕਿਹਾ ਠੀਕ ਆ ਕਿ ਭਾਜੀ ਕੋਈ ਚੱਕਰ ਨਹੀਂ ਆਪਾਂ ਕਰਾਂਗੇ। ਤਾਂ ਨਾ ਉਹ ਇਜ਼ ਲਾਈਕ ਮੈਂ ਉਹਨਾਂ ਨੂੰ ਵੱਡਾ ਭਰਾ ਵੀ ਮੰਨਦਾ ਤੇ ਉਹ ਬਹੁਤ ਟੈਲੈਂਟਡ ਇਨਸਾਨ ਆ। ਬਿਲਕੁਲ, ਹਰ ਟੈਲੈਂਟਡ ਇਨਸਾਨ ਦੀ ਮੈਂ ਬਹੁਤ ਕਦਰ ਕਰਦਾ। ਸੋ ਮੈਂ ਉਹਨਾਂ ਨੂੰ ਕਿਹਾ ਵੀ ਕਿ ਭਾਈ ਕੋਈ ਚੱਕਰ ਨਹੀਂ ਆਪਾਂ ਕਰਾਂਗੇ, ਤੇ ਮੈਂ ਕੀਤੀ ਵੀ। ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਬੜੇ ਨਹੀਂ ਸਾਰਿਆਂ ਨੇ ਹੀ ਕਿਹਾ ਵੈਸੇ ਵੀ ਹੁਣ ਕੀ ਲੋੜ ਪਈ ਸੀ ਤੈਨੂੰ ਹੁਣ ਕਰਨ ਦੀ, ਤੂੰ ਪਹਿਲਾਂ ਕਰ ਲੈਂਦਾ। ਤੇ ਮੈਂ ਕਿਹਾ ਪਹਿਲਾਂ ਕੀਤੇ ਦਾ ਕੋਈ ਫਾਇਦਾ ਨਹੀਂ ਸੀ, ਬਿਲਕੁਲ ਹੁਣ ਕੀਤੇ ਦਾ ਚਾਹੇ ਕਿਸੇ ਨੂੰ ਲੱਗੇ ਨਹੀਂ ਫਾਇਦਾ, ਪਰ ਮੈਨੂੰ ਐ ਤਾਂ ਆਪਦੇ ਦਿਲ ਨੂੰ ਤਾਂ ਲੱਗਦਾ ਨਾ ਕਿ ਯਾਰ ਮੈਂ ਕਹਿਣ ਜੋਗਾ ਤਾਂ ਹੈਗਾ ਨਾ ਕਿਸੇ ਨੂੰ। ਜੇ ਮੈਨੂੰ ਕੋਈ ਕਵੇ, ਮੈਂ ਇੱਕ ਫਿਲਮ ਕੀਤੀ ਗੈਂਗਸਟਰ ਦੇ, ਲੋਕ ਕਈ ਕਹਿ ਦਿੰਦੇ ਨੇ ਤੁਸੀਂ ਗਲਤ ਕੀਤਾ, ਤੇ ਮੈਂ ਇੱਕ ਐਸੀ ਫਿਲਮ ਕੀਤੀ ਜਿਹਦੇ ਵਿੱਚ ਇੱਕ ਯੂਥ ਜਿਹੜਾ ਯੰਗਸਟਰ ਜਿਹੜਾ ਵਿਗੜਿਆ ਹੋਇਆ ਮੁੰਡਾ ਜਾ ਕੇ ਕਿਸਾਨ ਧਰਨੇ 'ਚ ਸੁਧਰਦਾ। ਸੋ ਇੱਕ ਐਗਜ਼ਾਮਪਲ ਆ ਮੇਰੇ ਪਰਸਨਲ ਆਪ ਦੀ ਗਰੋਥ ਲਈ। ਸੋ ਮੈਨੂੰ ਪ੍ਰਾਊਡ ਹੈ ਇਸ ਚੀਜ਼ ਦਾ, ਮੈਂ ਕਦੀ ਵੀ ਇਸ ਚੀਜ਼ ਤੋਂ ਭੱਜਦਾ ਨਹੀਂ। ਬਿਲਕੁਲ, ਇੱਕ ਆਰਟਿਸਟ ਦੇ ਲਈ ਚਾਹੇ ਉਹ ਕੋਈ ਵੀ ਹੋਵੇ, ਓਵਰ ਐਕਸਪੋਜ਼ਰ ਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ? ਕਿ ਜਾਂ ਚਾਹੇ ਤੁਸੀਂ ਕੰਮ ਨੂੰ ਲੈ ਕੇ ਕਹਿ ਲਓ ਕਿ ਬੈਕ ਟੂ ਬੈਕ ਉਹਨਾਂ ਦਾ ਕੰਮ ਹੀ ਆਈ ਜਾ ਰਿਹਾ, ਜਾਂ ਸਾਲ 'ਚ ਤੁਹਾਡੀਆਂ 5 ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਤੁਹਾਡੇ ਬੈਕ ਟੂ ਬੈਕ ਗਾਣੇ ਆਈ ਜਾ ਰਹੇ ਨੇ, ਕਿ ਜਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਹੀ ਇੰਨੇ ਜ਼ਿਆਦਾ ਐਕਟਿਵ ਰਹਿੰਦੇ ਹੋ, ਹੈ ਨਾ? ਸੋ ਓਵਰ ਐਕਸਪੋਜ਼ਰ ਤੁਹਾਨੂੰ ਕੀ ਲੱਗਦਾ ਕਿ ਆਰਟਿਸਟ ਦੇ ਲਈ ਇੱਕ ਪਲੱਸ ਹੁੰਦਾ ਜਾਂ ਇੱਕ ਨੈਗੇਟਿਵ ਹੁੰਦਾ ਆ? ਮੈਨੂੰ ਲੱਗਦਾ ਕਿ ਓਵਰ ਹਰ ਇੱਕ ਚੀਜ਼ ਹੀ ਮਾੜੀ ਆ। ਜੇ ਕਿਸੇ ਨੂੰ 2 ਰੋਟੀਆਂ ਦੀ ਭੁੱਖ ਆ 10 ਖਾ ਲੂਗਾ ਤਾਂ ਔਖਾ ਹੋ ਜਾਂਦਾ ਕੰਮ। ਉੱਦਾਂ ਹੀ ਇੱਕ ਆਰਟਿਸਟ ਆ, ਜਦੋਂ ਇੱਕ ਆਰਟਿਸਟ ਦੀ ਮੇਰੇ ਅਕੋਰਡਿੰਗਲੀ ਜਦੋਂ ਇੱਕ ਆਰਟਿਸਟ ਦੀ ਇੱਕ ਲੋਕਾਂ ਨੂੰ ਦੇਖਣ ਦੀ ਚਾਹ ਆ ਜਿਹੜੀ, ਜਦੋਂ ਉਹ ਓਵਰ ਹੋ ਜਾਂਦੀ, ਜਦੋਂ ਕੋਈ ਵੀ ਆਰਟਿਸਟ ਜ਼ਿਆਦਾ ਫਿਲਮਾਂ ਕਰਦਾ ਉਹਦਾ ਹਮੇਸ਼ਾ ਇੰਪੈਕਟ ਨੈਗੇਟਿਵ ਹੀ ਪਊਗਾ। ਜਦੋਂ ਕੋਈ ਸਿੰਗਰ ਬੈਕ ਟੂ ਬੈਕ ਗਾਣੇ ਕਰੀ ਜਾਊਗਾ ਉਹਦਾ ਇੰਪੈਕਟ ਹਮੇਸ਼ਾ ਹੀ ਨੈਗੇਟਿਵ ਪਊਗਾ। ਕਿਉਂਕਿ ਅੱਜ ਦੇ ਦੌਰ ਦੇ ਵਿੱਚ ਲੋਕੀ ਛੇਤੀ ਭੁੱਲ ਜਾਂਦੇ ਆ, ਮੈਮਰੀ ਬੜੀ ਛੋਟੀ ਹੋ ਗਈ, ਪੁਰਾਣਾ ਟਾਈਮ ਨਹੀਂ ਆ। ਬਟ ਤੁਹਾਨੂੰ ਆਪਣੇ ਲੋੜ ਅਨੁਸਾਰ ਜਿੰਨੀ ਕੁ ਚੀਜ਼ ਦੀ ਲੋੜ ਹੈ ਓਨਾ ਕੁ ਹੀ ਕੰਮ ਕਰਨਾ ਚਾਹੀਦਾ ਮੇਰੇ ਅਕੋਰਡਿੰਗ। ਮੈਂ ਬਹੁਤ ਜ਼ਿਆਦਾ ਐਕਟਿਵ ਨਹੀਂ ਆ ਸੋਸ਼ਲ ਮੀਡੀਆ ਤੇ, ਮੈਂ ਜ਼ਿਆਦਾ ਪੋਸਟਾਂ ਨਹੀਂ ਪਾਉਂਦਾ, ਜ਼ਿਆਦਾ ਇੰਟਰਵਿਊਜ਼ ਨਹੀਂ ਕਰਦਾ, ਕਿਉਂਕਿ ਮੈਂ ਚਾਹੁੰਦਾ ਲੋਕ ਮੇਰਾ ਕੰਮ ਦੇਖਣ। ਮੈਨੂੰ ਸਿਰਫ 5 ਮਿੰਟ ਲੱਗੇ ਸੀ ਤੁਹਾਡਾ ਪੂਰਾ ਇੰਸਟਾਗ੍ਰਾਮ ਦੇਖਣ। ਉਹ ਬਹੁਤ ਘੱਟ ਨੇ ਪੋਸਟਾਂ, ਹਾਲਾਂਕਿ ਮੈਂ ਡਿਲੀਟ ਕਰਤੀਆਂ ਪਹਿਲਾਂ, ਬਹੁਤ ਸਾਰੀਆਂ ਸੀਗੀਆਂ। ਪਹਿਲਾਂ ਮੈਂ ਸੁਪਰ ਐਕਟਿਵ ਸੀ ਜਦੋਂ ਟਸ਼ਨ ਦਾ ਪੈਕ ਕਰਦਾ ਸੀ, ਕਿਉਂਕਿ ਮੇਰਾ ਹਰ ਹਫਤੇ ਸ਼ੋਅ ਆਉਂਦਾ ਸੀ, ਮੈਂ ਉਹ ਚੀਜ਼ਾਂ ਕਰਨੀਆਂ, ਹਨਾ, ਉਹ ਕੰਮ ਕਰਨਾ। ਬਟ ਹੁਣ ਉਹ ਕੰਮ ਬਦਲ ਗਿਆ ਤੇ ਉਸ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਵੀ ਚੇਂਜ ਹੋ ਜਾਂਦੀ ਆ। ਸੋ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜਦੋਂ ਜਿਹੜੀ ਚੀਜ਼ ਦੀ ਜਿੰਨੀ ਲੋੜ ਆ ਤੁਸੀਂ ਉਹ ਲੋਕਾਂ ਨੂੰ ਦਿਓਗੇ ਤਾਂ ਲੋਕ ਹੱਸ ਕੇ ਦੇਖਦੇ ਆ, ਖੁਸ਼ ਹੋ ਕੇ ਐਂਟਰਟੇਨ ਹੋ ਕੇ ਤੁਹਾਨੂੰ ਪਸੰਦ ਕਰਦੇ ਨੇ। ਜਦੋਂ ਤੁਸੀਂ ਓਵਰ ਕਰਦੇ ਆ ਕੋਈ ਵੀ ਚੀਜ਼ ਤਾਂ ਲੋਕ ਕਹਿੰਦੇ ਯਾਰ ਠੀਕ ਹੈ ਤਾਂ ਰੋਜ਼ ਆ ਜਾਂਦਾ। ਇਹੀ ਗੱਲ ਹੁੰਦੀ ਆ, ਹਨਾ? ਇਹ ਲੋਕੀ ਇਦਾਂ ਹੀ ਸੋਚਦੇ। ਜੇ ਰੋਜ਼ ਤੁਸੀਂ ਧਰਮਿੰਦਰ ਦੀ ਫਿਲਮ ਦੇਖੀ ਜਾਓਗੇ ਤੁਸੀਂ ਕਹਿਣਾ ਯਾਰ ਕਿ ਹੋਰ ਦੀ ਦਿਖਾ ਦੇ, ਚਾਹੇ ਉਹ ਲੱਖ ਵਧੀਆ ਹੋਵੇ, ਹਨਾ? ਸੋ ਤੁਸੀਂ ਹਰ ਬੰਦਾ ਵੇਰੀਏਸ਼ਨ ਚਾਹੁੰਦਾ, ਤੁਸੀਂ ਰੋਜ਼ ਸੇਮ ਸਬਜ਼ੀ ਨਹੀਂ ਖਾ ਸਕਦੇ। ਤੁਸੀਂ ਤਾਂ ਹੀ ਆਪਾਂ ਰੋਜ਼ ਅਲੱਗ-ਅਲੱਗ ਬਣਾ ਕੇ ਖਾਂਦੇ ਹਾਂ, ਹਨਾ? ਸੋ ਉਸੇ ਤਰ੍ਹਾਂ ਲੋਕਾਂ ਨੂੰ ਵੀ ਵੇਰੀਏਸ਼ਨ ਚਾਹੀਦੀ ਹੁੰਦੀ। ਆਈਦਰ ਤੁਸੀਂ ਇੱਦਾਂ ਸੋਚ ਲਓ ਕਿ ਤੁਸੀਂ ਉਹਨਾਂ ਕੁ ਕੰਮ ਕਰੋ ਜਿਹਦੇ 'ਚ ਤੁਹਾਡਾ ਦਿਲ, ਸੋਲ ਸਾਰੀਆਂ ਚੀਜ਼ਾਂ ਮਿਲਣ। ਜਦੋਂ ਕੋਈ ਆਰਟਿਸਟ ਇੱਦਾਂ ਕੰਮ ਕਰਦਾ ਨਾ ਜਿਹਦੇ 'ਚ ਦਿਲੋਂ ਕੰਮ ਕੀਤਾ ਜਾਂਦਾ, ਉਹ 1 ਤੋਂ 2 ਫਿਲਮਾਂ ਹੋ ਸਕਦੀਆਂ ਜਾਂ ਸਾਲ 'ਚ ਵੱਧ ਤੋਂ ਵੱਧ 3 ਗਾਣੇ ਹੋ ਸਕਦੇ ਜਿਹੜੇ ਦਿਲੋਂ ਬਣਾਏ ਹੋਣ ਮਿਹਨਤ ਕਰਕੇ। ਬਾਕੀ ਸਾਰੇ ਪੈਸਿਆਂ ਲਈ ਹੋ ਸਕਦੇ ਆ ਕਿ ਪੈਸੇ ਕਮਾ ਲਓ, ਆਹ ਲੈ ਲਓ, ਆਹ ਕਰ ਲਓ, ਤੇ ਉਹਦਾ ਨੁਕਸਾਨ ਫਿਰ ਭਰਦਾ ਆਰਟਿਸਟ। ਨੈਗੇਟਿਵਿਟੀ ਦੇ ਨਾਲ ਤੁਸੀਂ ਕਿਵੇਂ ਡੀਲ ਕਰਦੇ ਹੋ? ਇੱਕ ਨੈਗੇਟਿਵਿਟੀ ਜਿਹੜੀ ਕਿ ਲੋਕਾਂ ਵੱਲੋਂ ਤੁਹਾਨੂੰ ਦਿੱਤੀ ਜਾਂਦੀ ਹੈ, ਇੱਕ ਨੈਗੇਟਿਵਿਟੀ ਤੁਹਾਡੇ ਅੰਦਰ ਵੀ ਕਦੇ ਨਾ ਕਦੇ ਤਾਂ ਆਉਂਦੀ ਆ, ਹਨਾ? ਵੀ ਮੇਰਾ ਕੁਛ ਬਣ ਨਹੀਂ ਰਿਹਾ ਜਾਂ ਮੈਂ ਕੁਛ ਕਰ ਨਹੀਂ ਰਿਹਾ। ਕਈ ਵਾਰੀ ਸਾਰਾ ਕੁਝ ਸਹੀ ਹੁੰਦਿਆਂ ਹੋਇਆ ਵੀ ਸਾਨੂੰ ਲੱਗੀ ਜਾਂਦਾ ਹੈ ਕਿ ਮੈਂ ਕੁਛ ਵੀ ਨਹੀਂ ਕਰ ਰਿਹਾ ਹੈਗਾ, ਵੀ ਜਾਂ ਜੋ ਮੈਂ ਸੋਚਿਆ ਸੀਗਾ ਜਿਹਦੇ ਲਈ ਮੈਂ ਇੰਨੇ ਸਾਲ ਲਾਏ ਉਹ ਵਰਥ ਰੱਖਣਗੇ ਜਾਂ ਨਹੀਂ ਰੱਖਣਗੇ, ਹਨਾ? ਇੱਕ ਨੈਗੇਟਿਵਿਟੀ ਹੁੰਦੀ ਆ ਮਤਲਬ ਐਕਸਟਰਨਲ। ਜਿਵੇਂ ਮੈਂ ਰੀਸੈਂਟ ਦੇਖ ਰਹੀ ਸੀ, ਜਦੋਂ ਤੁਸੀਂ ਚੋਬਰ ਦਾ ਇੱਕ ਪੋਸਟਰ ਪਾਇਆ ਤਾਂ ਕਿਸੇ ਨੇ ਆ ਕੇ ਥੱਲੇ ਲਿਖਿਆ ਸੀਗਾ ਵੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਤੇਰੀ ਕੋਈ ਫਿਲਮ ਨਹੀਂ ਚੱਲਣੀ। ਹਾਂ, ਇਦਾਂ ਕਹਿ ਦਿੰਦੇ ਆ। ਸੋ ਇਹ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਨਕਾਰਾਤਮਕ એનર્ਜੀਜ਼ ਹੁੰਦੀਆਂ ਨੇਗੀਆਂ, ਨੈਗੇਟਿਵ એનર્ਜੀਜ਼ ਹੁੰਦੀਆਂ, ਉਹਨਾਂ ਨਾਲ ਤੁਸੀਂ ਕਿਵੇਂ ਡੀਲ ਕਰਦੇ ਹੋ? ਮੈਨੂੰ ਇੱਦਾਂ ਲੱਗਦਾ ਕਿ ਪਹਿਲਾਂ ਮੈਂ ਜਿਹੜੇ ਬੰਦੇ ਨੇ ਕੋਈ ਗੱਲ ਲਿਖੀ, ਪਹਿਲਾਂ ਤਾਂ ਮੈਂ ਇੱਦਾਂ ਧਿਆਨ ਨਹੀਂ ਦਿੰਦਾ ਸੋਸ਼ਲ ਮੀਡੀਆ 'ਤੇ, ਪਰ ਜਦੋਂ ਕੋਈ ਦਿੰਦਾ ਮੈਂ ਅਗਲੇ ਦੀ ਸੋਚ ਸਮਝਦਾ ਇਹਨੂੰ ਕਿ ਉਹ ਕੀ ਸੋਚਦਾ। ਹੁਣ ਕੀ ਹੋ ਗਿਆ, ਹੁਣ ਸੋਸ਼ਲ ਮੀਡੀਆ 'ਤੇ ਲੋਕ ਚੰਗਾ ਲਿਖਦੇ ਨੇ ਪਰ ਉਹਨਾਂ ਨੂੰ ਇਹ ਪਤਾ ਅਸੀਂ ਨੋਟਿਸ ਨਹੀਂ ਹੁੰਦੇ। ਜਿੱਦਾਂ ਤੁਸੀਂ ਉਸ ਜਗ੍ਹਾ 'ਤੇ 1200 ਕਮੈਂਟ ਆ ਉਸ ਪੋਸਟ 'ਤੇ, ਪਰ ਤੁਸੀਂ ਸਿਰਫ ਉਸ ਕਮੈਂਟ ਦੀ ਗੱਲ ਕੀਤੀ ਜਿਹਦੇ 'ਚ ਉਹਨੇ ਇੱਦਾਂ ਲਿਖਿਆ ਸੀ। ਸੋ ਉਹਨੇ ਇਹ ਗੱਲ, ਉਹਦਾ ਪਰਪਸ ਹੀ ਇਹ ਸੀ ਕਿ ਮੇਰਾ ਕਮੈਂਟ ਪੜ੍ਹਨ, ਮੈਨੂੰ ਰਿਪਲਾਈ ਕਰਨ, ਮੈਨੂੰ ਮੈਸੇਜ ਕਰਨ। ਜਦੋਂ ਮੈਂ ਇੱਦਾਂ ਦੇ ਕਮੈਂਟ ਕਰਨ ਵਾਲੇ ਦਾ ਮੈਸੇਜ ਕਦੀ ਜ਼ਿੰਦਗੀ 'ਚ ਖੋਲ੍ਹ ਕੇ ਦੇਖਾਂ ਤਾਂ ਉਹਦੇ 'ਚ ਆਉਂਦਾ ਭਾਜੀ ਪਲੀਜ਼ ਰਿਪਲਾਈ,
ਭਾਜੀ ਤੁਹਾਡੇ ਬਹੁਤ ਵੱਡੇ ਫੈਨ ਹਨਾ। ਸੋ ਬੇਸਿਕਲੀ ਇਹ ਜਿਹੜੀ ਸੋਸ਼ਲ ਮੀਡੀਆ ਤੇ ਕਮੈਂਟਸ ਨੇ, ਇਹ ਨਾ ਬੰਦੇ ਤੁਹਾਨੂੰ ਜ਼ਿੰਦਗੀ 'ਚ ਕਦੀ ਨਹੀਂ ਮਿਲਣੇ, ਨਾ ਤੁਹਾਨੂੰ ਕਦੀ ਮਿਲੇ, ਜਾਂ ਉਹ ਫੇਕ ਆਈਡੀ ਤੋਂ ਹੋਣਗੇ, ਜਾਂ ਉਹਨਾਂ ਦਾ ਪਰਪਸ ਇਹ ਹੋਗਾ ਅਸੀਂ ਨੋਟਿਸ ਹੋ ਜਾਈਏ। ਸੋ ਉਹਨਾਂ ਨੂੰ ਉਹ ਬੋਦਰ ਨਹੀਂ ਕਰਦੇ ਮੈਨੂੰ। ਹਾਂ, ਦੂਜੀ ਗੱਲ, ਜਿਹੜੀ ਬੰਦੇ ਦੇ ਇਨਸਾਨ ਦੇ ਅੰਦਰ ਕੋਈ ਚੀਜ਼ ਇਦਾਂ ਦੀ ਆਉਂਦੀ ਹੈ, ਕੋਈ ਖਿਆਲ ਇਦਾਂ ਹੁੰਦਾ, ਮੈਂ ਹਮੇਸ਼ਾ ਉਹਦੀ ਤਹਿ ਤੱਕ ਜਾਣਨਾ ਹੁੰਦਾ ਕਿ ਇਹ ਖਿਆਲ ਮੈਨੂੰ ਕਿਉਂ ਆ ਰਿਹਾ। ਕਿ ਦੋ ਤਰੀਕੇ ਨਾਲ ਖਿਆਲ ਆ ਸਕਦੇ। ਜੇ ਬੰਦਾ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਕਰ ਰਿਹਾ ਤਾਂ ਉਹਦੇ ਪਿੱਛੇ ਦੋ ਕਾਰਨ ਹੋ ਸਕਦੇ ਆ। ਜਾਂ ਲੋਕੀ ਕਹਿੰਦੇ ਉਹਦੀ ਕਿਸਮਤ ਨਹੀਂ ਵਧੀਆ ਸੀਗੀ ਤੇ ਉਹਨੂੰ ਕੰਮ ਨਹੀਂ ਮਿਲਿਆ, ਤਾਂ ਬੰਦਾ ਸੋਚਦਾ ਯਾਰ ਮੇਰੀ ਕਿਸਮਤ ਬੜੀ ਮਾੜੀ ਆ। ਜਿਹੜਾ ਦੂਜਾ ਆ, ਉਹਦੇ 'ਚ ਬੰਦਾ ਆਪ ਕਸੂਰਵਾਰ ਹੁੰਦਾ। ਉਹ ਇਹ ਹੁੰਦਾ ਤੁਸੀਂ ਘਰੋਂ ਨਿਕਲ ਕੇ ਐਫਰਟ ਕਰਨਾ। ਬਿਲਕੁਲ ਹਨਾ, ਜੇ ਤੁਸੀਂ ਐਫਰਟ ਕਰ ਰਹੇ ਆ, ਤੁਹਾਨੂੰ ਕੁਝ ਨਹੀਂ ਮਿਲ ਰਿਹਾ, ਇੱਦਾਂ ਕਦੀ ਨਹੀਂ ਹੋਊਗਾ ਜ਼ਿੰਦਗੀ 'ਚ। ਮੈਂ ਆਪਣੀ ਜ਼ਿੰਦਗੀ 'ਚ ਕੋਈ ਬੰਦਾ ਨਹੀਂ ਦੇਖਿਆ ਇੱਦਾਂ ਦਾ, ਨਾ ਮੈਂ ਆਪਣੇ ਆਪ ਨੂੰ ਇਸ ਕੈਟਾਗਰੀ 'ਚ ਪਾਇਆ ਕਦੀ, ਕਿ ਜਿਹੜਾ ਬੰਦਾ ਐਫਰਟ ਕਰ ਰਿਹਾ ਤੇ ਉਹਨੂੰ ਕਦੀ ਨਾ ਕੁਝ ਮਿਲੇ। ਜਿਹੜਾ ਬੰਦਾ ਐਫਰਟ ਕਰ ਰਿਹਾ ਰਾਈਟ ਡਾਇਰੈਕਸ਼ਨ 'ਚ, ਸਹੀ ਪਾਸੇ ਦੇ ਨਾਲ, ਪੂਰੀ ਨੀਅਤ ਨਾਲ, ਚੰਗੇ ਪਾਸੇ, ਤਾਂ ਉਹਦੇ ਦਿਲ 'ਚ ਕਦੀ ਨੈਗੇਟਿਵਿਟੀ ਨਹੀਂ ਆਊਗੀ। ਤੁਹਾਡੇ ਐਫਰਟ ਕਰਨ ਦੇ ਨਾਲ ਹੀ ਤੁਸੀਂ ਪੋਜ਼ਿਟਿਵ ਹੋ ਜਾਂਦੇ ਆ, ਤੁਸੀਂ ਰਿਜ਼ਲਟ ਦੀ ਵੇਟ ਨਹੀਂ ਕਰਦੇ। ਤੀਜੀ ਗੱਲ, ਜੇ ਕੋਈ ਬੰਦਾ ਤੁਹਾਡੇ ਤੇ ਜ਼ਿਆਦਾ ਬੰਦੇ ਦਾ ਆਲਾ ਦੁਆਲਾ ਇੰਪੈਕਟ ਪਾਉਂਦਾ, ਜਿਹੜੇ ਲੋਕ ਨਾਲ ਨੇ, ਉਹ ਕਹਿੰਦੇ ਨਹੀਂ ਯਾਰ ਤੂੰ ਐ ਨਾ ਕਰ। ਜਦੋਂ ਮੈਂ ਗਾਣੇ ਕਰਦਾ ਸੀ, ਮੇਰੇ ਨਾਲ ਦੇ ਹੀ ਮੈਨੂੰ ਕਹਿੰਦੇ ਸੀ, ਕਹਿੰਦੇ ਨਹੀਂ ਕਰਨਾ ਹੀ ਨਹੀਂ, ਇਹ ਕੰਮ ਹੀ ਨਹੀਂ, ਇਹ ਨਹੀਂ ਕਰਨਾ ਆਪਾਂ। ਅੱਛਾ। ਜਦੋਂ ਮੈਂ ਸ਼ੋਅ ਛੱਡਿਆ ਸੀ, ਆਪਣਾ ਚੱਲਦਾ ਸ਼ੋਅ ਛੱਡਿਆ, ਤਾਂ ਮੇਰੇ ਮੰਮੀ ਮੈਨੂੰ ਕਹਿੰਦੇ ਸੀ ਕਿ ਪੁੱਤ ਤੇਰਾ ਕੰਮ ਚੱਲਦਾ ਸੀ, ਤੂੰ ਕਾਹਤੋਂ ਬਹਿ ਗਿਆ ਘਰੇ। ਜਿਹੜਾ ਬੰਦਾ ਹਫਤੇ 'ਚ ਮੇਰਾ 5 ਦਿਨ ਸ਼ੂਟ ਹੁੰਦਾ ਸੀ, ਮੈਂ 7 ਦਿਨ ਕਰਦਾ ਸੀ, ਉਹ ਕਹਿੰਦੇ ਤੂੰ ਕਾਹਤੋਂ ਘਰੇ ਬਹਿ ਗਿਆ। ਮੇਰੇ ਨਾਲ ਦੇ ਸਾਰੇ ਬੰਦੇ ਮੈਨੂੰ ਕਹਿੰਦੇ ਸੀ ਕੀ ਕਰਨ ਲੱਗ ਗਿਆ, ਤੇਰਾ ਵਧੀਆ ਕੰਮ ਚੱਲਦਾ, ਵਧੀਆ ਪੈਸੇ ਮਿਲ ਰਹੇ ਤੈਨੂੰ, ਤੂੰ ਆਪਦਾ ਚੱਲਦਾ ਕੰਮ ਛੱਡ ਕੇ ਘਰੇ ਕਿਉਂ ਬਹਿ ਗਿਆ। ਸੋ ਜਿਹੜਾ ਇਹ ਇੰਪੈਕਟ ਪੈਂਦਾ, ਇਹ ਤੁਸੀਂ ਉਦੋਂ ਪਵਾ ਸਕਦੇ ਹੋ ਜਦੋਂ ਤੁਸੀਂ ਪ੍ਰਿਪੇਅਰ ਆ, ਤੁਹਾਡਾ ਫੋਕਸ ਕਲੀਅਰ ਆ, ਤੁਸੀਂ ਕਰਨਾ ਕੀ। ਉਹ ਤੁਸੀਂ ਬੋਲ ਕੇ ਨਹੀਂ ਦੱਸ ਸਕਦੇ। ਤੁਸੀਂ ਬੋਲੋਗੇ ਲੋਕਾਂ ਕਹਿਣਾ ਲੈ ਇਹ ਤਾਂ ਸਾਰੇ ਕਹਿੰਦੇ ਆ, ਮੈਂ ਕਰਨਾ ਚਾਹੁੰਦਾ। ਜੇ ਕੋਈ ਬੰਦਾ ਕਹਦੇ ਜੀ ਮੈਂ ਬੰਬੇ ਜਾ ਕੇ ਐਕਟਰ ਬਣਨਾ ਚਾਹੁੰਦਾ, ਜਾਂ ਕੋਈ ਕਹਦੇ ਜੀ ਮੈਂ ਇੰਜੀਨੀਅਰ ਬਣਨਾ ਚਾਹੁੰਦਾ, ਮੈਂ ਡਾਕਟਰ ਬਣਨਾ ਚਾਹੁੰਦਾ, ਲੋਕ ਬਲੀਵ ਕਰ ਲੈਣਗੇ, ਇਸ ਚੀਜ਼ ਦਾ ਬਲੀਵ ਕਰ ਲੈਣਗੇ, ਕਿਉਂਕਿ ਉਹ ਪੜ੍ਹਾਈ ਦੇ ਨਾਲ ਲਿੰਕਡ ਚੀਜ਼ ਆ। ਜਦੋਂ ਕੋਈ ਕਹਿੰਦਾ ਮੈਂ ਐਕਟਰ ਬਣਨਾ ਚਾਹੁੰਦਾ, ਮੈਂ ਸਿੰਗਰ ਬਣਨਾ ਚਾਹੁੰਦਾ, ਉਹਦੇ 'ਚ ਪੜ੍ਹਾਈ ਦਾ ਕੋਈ ਲੈਣਾ ਦੇਣਾ ਨਹੀਂ, ਉਹ 'ਚ ਤੁਹਾਡਾ ਟੈਲੈਂਟ, ਤੁਹਾਡੀ ਵਿਲ ਪਾਵਰ। ਉਦੋਂ ਲੋਕ ਕਿੰਤੂ ਬੰਤੂ ਕਰਨ ਲੱਗ ਜਾਂਦੇ, ਉਦੋਂ ਕਹਿਣ ਲੱਗ ਜਾਂਦੇ ਅੱਛਾ ਚੱਲ 2 ਸਾਲ 'ਚ ਦੇਖ ਲੈਂਦੇ ਬਣਦਾ ਕੁਛ ਕਿ ਨਹੀਂ, ਇੱਦਾਂ ਹੀ ਕਹਿੰਦੇ ਹੈ ਨਾ, 2 ਸਾਲ 'ਚ ਦੇਖ ਲੈਂਦੇ, 3 ਸਾਲ 'ਚ। ਉੱਥੇ ਜਦੋਂ ਬੰਦੇ ਦਾ ਜਿਹੜਾ ਮਨੋਬਲ ਆ, ਕੌਨਫੀਡੈਂਸ ਆ, ਉਹ ਟੁੱਟਣ ਨਹੀਂ ਦੇਣਾ ਚਾਹੀਦਾ ਕਦੀ ਵੀ, ਕਿਸੇ ਦਾ ਵੀ। ਜਦੋਂ ਉਹ ਟੁੱਟ ਜੇ, ਫਿਰ ਉਹ ਬੰਦਾ ਆਪਣੀ ਜ਼ਿੰਦਗੀ 'ਚ ਕੋਈ ਵੀ ਕੰਮ ਕਰ ਲੇ, ਉਹ ਸਿਰਫ ਜੌਬ ਕਰੂਗਾ। ਫਿਰ ਉਹ ਕਦੀ ਇੱਦਾਂ ਨਹੀਂ ਕਰੂਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦਾ ਕੋਈ ਅਹੁਦਾ ਕਰਾਂ ਜਿਹੜੀ ਮੇਰੀ ਕ੍ਰੀਏਸ਼ਨ ਹੋਵੇ। ਸੋ ਉਹ ਚੀਜ਼ਾਂ ਜਦੋਂ ਇੰਪੈਕਟ ਪਾਉਂਦੀਆਂ, ਜਦੋਂ ਮੇਰੇ ਨਾਲ ਦੇ ਕਹਿਣ ਲੱਗੇ, ਮੇਰੇ ਮੰਮੀ ਕਹਿਣ ਲੱਗੇ, ਤਾਂ ਮੈਂ ਇੱਕ ਟਾਈਮ ਤੇ ਸੋਚਿਆ ਸੀ ਮੇਰੀ ਜ਼ਿੰਦਗੀ 'ਚ ਕਿ ਯਾਰ ਮੈਂ ਕਿਤੇ ਕੁਝ ਗਲਤ ਤਾਂ ਨਹੀਂ ਕੀਤਾ ਕਿ ਮੈਂ ਸ਼ੋਅ ਛੱਡਤਾ, ਮੈਂ ਉਹ ਕੰਮ ਕਰਨ ਲੱਗਿਆ ਜਿਹਦੇ ਬਾਰੇ ਜ਼ਿੰਦਗੀ 'ਚ ਮੈਂ ਕਦੀ ਸੋਚਿਆ ਨਹੀਂ ਸੀ। 1 ਸੈਕਿੰਡ ਲਈ ਸੋਚਿਆ ਸੀ। ਫਿਰ ਮੈਂ ਆਪਣੀ ਜ਼ਿੰਦਗੀ ਜਦੋਂ ਦੁਹਰਾਈ ਕਿ ਮੈਂ ਕਿੱਥੋਂ ਆਇਆ, ਮੈਂ ਕੀ ਕੀਤਾ, ਤਾਂ ਫਿਰ ਤੁਸੀਂ ਆਪਣੇ ਆਪ ਪੋਜ਼ਿਟਿਵ ਹੋ ਜਾਣੇ। ਫਿਰ ਮੈਂ ਕਹਿੰਦਾ ਨਹੀਂ ਮੈਂ ਸਹੀ ਹਾਂ, ਠੀਕ ਆ, ਇਟਸ ਓਕੇ, ਕੋਈ ਗੱਲ ਨਹੀਂ। ਜੇ ਕੋਈ ਨਾਲ ਹੋਊਗਾ ਗੁੱਡ, ਨਹੀਂ ਵੀ ਨਾਲ ਹੋਊਗਾ ਤਾਂ ਵੀ ਗੁੱਡ, ਪਰਮਾਤਮਾ ਤੁਹਾਡੇ ਨਾਲ। ਮੈਂ ਪਾਠ ਕਰਦਾ ਸੀ, ਪਾਠ ਤੋਂ ਵੱਡੀ ਸ਼ਕਤੀ ਕੋਈ ਨਹੀਂ। ਇਹ ਨਹੀਂ ਕਿ ਮੈਂ ਪਾਠ ਇਸ ਕਰਕੇ ਕਰਦਾ ਮੈਨੂੰ ਸ਼ਕਤੀ ਮਿਲਦੀ ਆ, ਮੈਨੂੰ ਵਧੀਆ ਲੱਗਦਾ। ਮੇਰੀ ਉਹ ਜਿੱਦਾਂ ਰੋਟੀ ਖਾਣੀ, ਹਾਂ, ਪੋਜ਼ਿਟਿਵਿਟੀ, એનર્ਜੀ ਕਹਿ ਲਓ। ਜਿੱਦਾਂ ਮੈਨੂੰ ਇਦਾਂ ਲੱਗਦਾ ਜਦ ਇਨਸਾਨ ਰੋਟੀ ਖਾਂਦਾ ਰੋਜ਼, ਉਹ ਰੋਟੀ ਇਸ ਕਰਕੇ ਵੀ ਖਾਂਦਾ ਕਿ ਉਹ ਜੀ ਸਕੇ, ਉਹਨੂੰ એનર્ਜੀ ਮਿਲੇ, ਇਸ ਕਰਕੇ ਵੀ ਖਾਂਦਾ ਕਿਉਂਕਿ ਉਹਦੀ ਜ਼ਰੂਰਤ ਵੀ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਮੈਂ ਪਾਠ ਵੀ ਕਰਦਾ ਤੇ ਉਹ ਮੇਰੀ ਜ਼ਰੂਰਤ ਵੀ ਆ, ਤੇ ਉਹ ਮੇਰੀ ਲਾਈਫ ਦਾ ਹਿੱਸਾ ਵੀ ਆ। ਮੈਂ ਕਿਤੇ ਵੀ ਹੋਵਾਂ, ਜ਼ਰੂਰੀ ਨਹੀਂ ਆ ਕਿ ਮੈਂ ਇੱਥੇ ਬੈਠਾ ਪੰਜਾਬ, ਮੈਂ ਕਿਤੇ ਵੀ ਹੋਵਾਂ, ਮੈਂ ਹਮੇਸ਼ਾ ਟਰਾਈ ਕਰੂੰਗਾ ਕਿ ਮੇਰੀ ਇਹ ਚੀਜ਼ ਨਾ ਮਿਸ ਹੋਵੇ ਕਦੀ। ਸੋ ਮੈਂ ਕਦੀ ਨੈਗੇਟਿਵਿਟੀ ਨੂੰ ਜੇ ਆਵੇ ਤਾਂ ਇੱਦਾਂ ਹੈਂਡਲ ਕਰ ਲੈਣਾ। ਜਿਵੇਂ ਤੁਸੀਂ ਕਿਹਾ ਕਿ ਮੈਂ ਹਮੇਸ਼ਾ ਇਹ ਸੋਚਦਾ ਵੀ ਮੈਂ ਕਿੱਥੋਂ ਆਇਆ ਨਾ, ਸੋ ਕਿੱਥੋਂ ਆਏ ਹੋ ਤੁਸੀਂ? ਜੇ ਆਪਣੇ ਸ਼ਬਦਾਂ 'ਚ ਤੁਸੀਂ ਆਪਣੀ ਜਰਨੀ ਨੂੰ ਦੱਸਣਾ ਹੋਵੇ। ਮੈਂ ਕੈਸੇ ਸ਼ਹਿਰ ਤੋਂ, ਮੈਂ ਸ਼੍ਰੀ ਹਰਗੋਬਿੰਦਪੁਰ ਪੱਟੀਵਾਲ ਮੇਰਾ ਜਨਮ ਹੈ ਨਾ, ਤੇ ਮੈਂ ਜਦੋਂ ਪਹਿਲੀ ਵਾਰੀ ਸ਼ਾਰਟ 'ਚ ਕਰਕੇ ਦੱਸਦਾ, ਜਦੋਂ ਮੈਂ ਪਹਿਲੀ ਵਾਰੀ ਟੀਵੀ 'ਤੇ ਆਇਆ, ਤੇ ਮੈਂ ਆਇਆ ਸੀ 2008 'ਚ ਖੰਗੂਰਾ ਗਾਣਾ ਆਇਆ ਸੀ ਨਿਰਮਲ ਸਿੱਧੂ ਜੀ ਦਾ। ਮੈਂ ਨਾ ਪੋਸਟ ਵੀ ਪਾਈ ਆ, ਪਰ ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ ਆ। ਉਹ ਖੰਗੂਰਾ ਗਾਣੇ 'ਚ ਨਾ ਪਿੱਛੇ ਪਟਕਾ ਬੰਨ ਕੇ ਤੇ ਪਿੱਛੇ ਖੜਾ ਮੈਂ, ਤੇ ਬਹੁਤ ਛੋਟੇ ਸੀਗੇ ਉਦੋਂ। ਹਾਂ, ਮੈਂ ਪਟਕਾ ਬੰਨ ਕੇ ਪਿੱਛੇ ਖੜਾ, ਤੇ ਮੈਨੂੰ ਡਾਇਰੈਕਟਰ ਕਹੀ ਜਾਵੇ, ਕਹਿੰਦਾ ਕੈਮਰੇ 'ਚ ਦਿਖਣਾ ਨਹੀਂ ਚਾਹੀਦਾ, ਤੂੰ ਪਟਕਾ ਬੰਨਿਆ। ਅੱਛਾ। ਹੁਣ ਉੱਥੇ ਮੈਂ ਕਿੱਦਾਂ ਗਿਆ? ਉੱਥੇ ਉਹਨਾਂ ਨੇ ਸਾਨੂੰ ਐਜ਼ ਅ ਸਟੰਟ ਰਾਈਡਰ ਬੁਲਾਇਆ ਸੀ। ਮੈਂ ਕਿਹਾ ਮੈਂ ਸਾਰੀ ਟੀਮ ਵਾਪਸ ਲਾਈ ਨਹੀਂ, ਮੈਂ ਦਿਖਣਾ ਚਾਹੀਦਾ ਕੈਮਰੇ 'ਚ। ਤੇ ਉਹ ਕਹਿੰਦਾ ਯਾਰ ਕੈਸਾ ਬੰਦਾ ਏ, ਪਿੱਛੇ ਜਿੰਨੇ ਬੰਦੇ ਖੜੇ ਸੀ ਉਹ ਸਾਰੇ ਮੇਰੇ ਨਾਲ ਆਏ ਸੀ। ਉੱਥੇ ਉਹਨਾਂ ਨੇ ਬਾਈਕ ਤੇ ਇੱਧਰ ਨੂੰ ਭਜਾ ਕੇ ਲੈ ਜਾਣਾ, ਇੱਧਰ ਨੂੰ ਲੈ ਜਾਣਾ ਸੀ। ਮੈਂ ਕਿਹਾ ਸਾਰੇ ਤਾਂ ਖੜਨਗੇ ਜੇ ਮੈਂ ਕੈਮਰੇ 'ਚ ਦਿਖੂੰਗਾ।
ਤਾਂ ਮੈਂ ਪਹਿਲੀ ਵਾਰੀ ਇਦਾਂ ਕੈਮਰੇ 'ਚ ਆਇਆ ਸੀ। ਸੋ ਐਜ਼ ਅ ਕਰਾਊਡ ਆਰਟਿਸਟ ਤੁਹਾਡੀ ਸ਼ੁਰੂਆਤ ਹੋਈ, ਕਹਿ ਸਕਦੇ ਤੁਸੀਂ, ਹਾਂ ਕਹਿ ਸਕਦੇ। ਉਦੋਂ ਪਤਾ ਹੀ ਨਹੀਂ, ਉਦੋਂ ਸਾਨੂੰ ਇਹ ਪਤਾ ਹੀ ਨਹੀਂ ਸੀ ਕਰਾਊਡ ਹੁੰਦਾ ਹੈ ਕੀ ਹੁੰਦਾ ਹੈ। ਸਾਨੂੰ ਤਾਂ ਐਂ ਸੀ ਕਿ ਤੁਸੀਂ ਕੈਮਰੇ ਤੇ ਦਿਖ ਗਏ, ਬਸ ਤੁਸੀਂ ਦਿਖ ਗਏ ਤੇ ਤੁਹਾਨੂੰ ਐਂ ਵੀ ਲੱਗਦਾ ਹੈ ਕਿ ਤੁਸੀਂ ਦਿਖ ਗਏ ਤੇ ਲੋਕੀ ਤੁਹਾਨੂੰ ਹੀ ਦੇਖ ਰਿਹਾ ਹੈ। ਬਿਲਕੁਲ, ਹਾਂ, ਤੁਹਾਡੇ ਲਈ ਮੈਟਰ ਥੋੜੀ ਕਰਦਾ ਕਿ ਅੱਗੇ ਕੌਣ ਖੜਾ ਪਿੱਛੇ ਕੌਣ ਖੜਾ, ਤੁਹਾਨੂੰ ਲੱਗਦਾ ਤੁਹਾਨੂੰ ਹੀ ਦੇਖ ਰਹੇ ਸਾਰੇ। ਤੋਂ ਮੈਂ ਪਤਾ ਨਹੀਂ ਉਹ ਮੈਂ ਸਕੂਲ 'ਚ ਆਪਦੇ ਸਾਰੇ ਸਕੂਲ ਨੂੰ ਦਿਖਾਇਆ, ਦੇਖ ਮੈਂ ਗਾਣੇ 'ਤੇ ਆਇਆ, ਗਾਣੇ 'ਚ ਆਇਆ। ਪਹਿਲੀ ਵਾਰੀ ਮੈਂ ਉੱਥੋਂ ਆਇਆ ਸੀ, ਉਹ ਮੇਰਾ ਪਹਿਲੀ ਸ਼ੁਰੂਆਤ ਸੀ। ਉਸ ਤੋਂ ਬਾਅਦ ਮੈਨੂੰ 2 ਸਾਲ ਬਾਅਦ ਇੱਕ ਰਿਐਲਿਟੀ ਸ਼ੋਅ ਮਿਲਿਆ ਤੇ ਉਹ ਰਿਐਲਿਟੀ ਸ਼ੋਅ ਜਦੋਂ ਮਿਲਿਆ ਸੀ ਨਾ, ਉਸ ਤੋਂ ਪਹਿਲਾਂ ਮੈਨੂੰ ਇੱਦਾਂ ਸਾਰੇ ਕਹਿੰਦੇ ਹੁੰਦੇ ਸੀ, ਜਿਹੜੇ ਮੇਰੇ, ਮੈਂ ਅੱਗੇ ਵੀ ਦੱਸਿਆ, ਜਿੱਦਾਂ ਮੇਰੇ ਜਿਹੜੇ ਫਰੈਂਡਸ ਸੀਗੇ ਉਹਨਾਂ ਦੇ ਜਿਹੜੇ ਮੰਮੀ ਪੇਰੈਂਟਸ ਨੇ ਵੀ, ਉਹ ਸਾਰੇ ਕਹਿੰਦੇ ਸੀ ਇਹ ਮੋਟਰਸਾਈਕਲ ਤੇਜ਼ ਚਲਾਉਂਦਾ, ਇਹ ਸਾਰੇ ਪੁੱਠੇ ਕੰਮ ਕਰਦਾ। ਪੁੱਠੇ ਕੰਮ ਕੀ, ਇਹ ਮੋਟਰਸਾਈਕਲ ਤੇਜ਼ ਚਲਾਉਂਦਾ, ਇਹਨੂੰ ਹੀ ਪੁੱਠੇ ਕੰਮ ਕਹਿ ਦਿੰਦੇ ਸੀ। ਪਰ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਇਹ ਵੈਜੀਟੇਰੀਅਨ ਆ, ਇਹ ਯਾਰ ਕਦੀ ਇਹਨੇ ਤੁਹਾਨੂੰ ਮੈਂ ਗਾਲਾਂ ਨਹੀਂ ਕੱਢਦਾ ਸੀ ਜ਼ਿਆਦਾ, ਕਿ ਇਹ ਕਦੀ ਕਿਸੇ ਨਾਲ ਗਲਤ ਨਹੀਂ ਬੋਲਦਾ, ਪਰ ਉਹ ਹਮੇਸ਼ਾ ਇਹ ਚੀਜ਼ ਨੋਟ ਕਰਦੇ ਸੀ। ਸੋ ਮੈਨੂੰ ਉਹ ਚੀਜ਼ਾਂ ਦੇ ਨਾਲ ਸ਼ੁਰੂ ਤੋਂ ਫਰਕ ਨਹੀਂ ਪੈਂਦਾ ਹੁੰਦਾ। ਪਰ ਉਹ ਉਮਰ ਦੇ ਹਿਸਾਬ ਨਾਲ ਸਹੀ ਵੀ ਸੀਗੀ ਉਹਨਾਂ। ਨਹੀਂ ਮੈਂ ਤੁਹਾਨੂੰ ਦੋਨਾਂ ਫਿਰ ਚੇਂਜ ਕਿੱਦਾਂ ਹੋਇਆ, ਜਦੋਂ ਮੈਂ ਸ਼ੋਅ 'ਚ ਗਿਆ ਫਿਰ ਮੇਰੇ ਪੋਸਟਰ ਲੱਗੇ ਸਾਰੇ ਸ਼ਹਿਰ 'ਚ। ਅੱਛਾ। ਫਿਰ ਉਹੀ ਜਿਹੜੇ ਉਹਨਾਂ ਦੇ ਘਰ ਦੇ ਕਹਿੰਦੇ ਸੀ ਵਧੀਆ ਨਹੀਂ, ਫਿਰ ਉਹ ਕਹਿੰਦੇ ਸਾਡੇ ਬੱਚੇ ਨਾਲ ਪੜ੍ਹਦਾ। ਸੋ ਇਹ ਮੈਨੂੰ ਬਹੁਤ ਪਹਿਲਾਂ ਹੀ ਰੱਬ ਨੇ ਦਿਖਾਈਆਂ ਹੋਈਆਂ ਚੀਜ਼ਾਂ ਸੀਗੀਆਂ ਕਿ ਜਦੋਂ ਕੋਈ ਬੰਦਾ ਤੁਹਾਨੂੰ ਕੁਝ ਵੀ ਕਹਿੰਦਾ ਹੈ ਤਾਂ ਉਹਨੂੰ ਬਦਲਣ ਲਈ ਸਿਰਫ ਤੁਹਾਡੀ ਕਾਮਯਾਬੀ ਹੀ ਇੱਕ ਰਾਹ ਆ, ਤੁਸੀਂ ਬੋਲ ਕੇ ਨਹੀਂ ਕਹਿ ਸਕਦੇ। ਸੋ ਜਦੋਂ ਮੇਰੇ ਪੋਸਟਰ ਲੱਗੇ ਫਿਰ ਉਹ ਸ਼ਹਿਰ 'ਚ ਵੀ ਲੋਕੀ ਕਹਿਣ ਲੱਗੇ ਉਹ ਸਾਡੇ ਸ਼ਹਿਰ ਦਾ, ਸਾਡੇ ਸ਼ਹਿਰ ਦਾ, ਸਾਡੇ ਸ਼ਹਿਰ ਦਾ। ਫਿਰ ਹੌਲੀ ਹੌਲੀ ਕਰਕੇ ਫਿਰ ਇੱਕ ਫਿਲਮ ਕੀਤੀ ਬੁਰਰਾ, ਉਹ ਫਿਲਮ 2012 ਕੀਤੀ ਸੀ ਨਾ, ਉਹਦੇ 'ਚ ਮੈਂ ਪਿੱਛੇ ਪਿੱਛੇ ਤੁਰਿਆ ਫਿਰਦਾ। ਉਦੋਂ ਵੀ ਮੈਨੂੰ ਐਂ ਲੱਗਦਾ ਮੈਂ ਹੀ ਦੇਖ ਰਿਹਾ ਸਾਰੀ ਫਿਲਮ 'ਚ। ਜੇ ਮੈਂ ਥੀਏਟਰ 'ਚ ਜਾ ਕੇ ਦੇਖਿਆ ਮੈਨੂੰ ਪਤਾ ਲੱਗਾ ਕਦੀ ਕਿਸੇ ਖੁੰਝੇ 'ਚ ਖੜਾ, ਕਦੀ ਕਿਸੇ ਖੁੰਝੇ 'ਚ ਖੜਾ। ਤੇ ਉਸ ਫਿਲਮ ਨੇ ਵੀ ਬੜਾ ਸਿਖਾਇਆ ਮੈਨੂੰ। ਸੋ ਬਹੁਤ ਹੌਲੀ ਹੌਲੀ ਛੋਟੇ ਛੋਟੇ ਕਦਮਾਂ ਦੇ ਨਾਲ। ਜਿਵੇਂ ਤੁਸੀਂ ਗੱਲ ਕਰਦੇ ਹੋ, ਤੁਸੀਂ ਜਿਵੇਂ ਜਿਹੜੀ ਤੁਸੀਂ ਨਿਰਮਲ ਸਿੱਧੂ ਉਹਨਾਂ ਵਾਲੇ ਗਾਣੇ ਦੀ ਵੀ ਗੱਲ ਕੀਤੀ, ਉਹ 'ਚ ਵੀ ਤੁਸੀਂ ਇਸ ਚੀਜ਼ 'ਤੇ ਬਹੁਤ ਸਟ੍ਰੈਸ ਦਿੰਦੇ ਹੋ ਕਿ ਮੈਂ ਮਾੜਾ ਜਿਹਾ ਦਿਸ ਰਿਹਾ ਸੀ, ਜੇ ਮੈਨੂੰ ਕਿਹਾ ਸੀ ਤੂੰ ਦਿਸਣਾ ਨਹੀਂ ਚਾਹੀਦਾ। ਜਿਵੇਂ ਹੁਣ ਤੁਸੀਂ ਫਿਲਮ ਬੁਰਾ ਦੀ ਵੀ ਗੱਲ ਕਰਦੇ ਹੋ, ਮੈਂ ਜਿੰਨੀ ਵਾਰ ਵੀ ਤੁਹਾਡੀਆਂ ਇੰਟਰਵਿਊ ਸੁਣਦੀ ਹਾਂ, ਤੁਸੀਂ ਇਸ ਫਿਲਮ ਦੀ ਗੱਲ ਕਰਦੇ ਹੋ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਉਹਦੇ ਪਿੱਛੇ ਤੁਰਿਆ ਫਿਰਦਾ ਸੀਗਾ, ਮੈਂ ਕਦੇ ਉੱਥੇ ਖੜਾ ਸੀ, ਕਦੇ ਉੱਥੇ ਖੜਾ ਸੀਗਾ। ਇਹ ਕਿਤੇ ਤੁਹਾਡੀ ਫਰਸਟ੍ਰੇਸ਼ਨ ਤਾਂ ਨਹੀਂ ਹੈਗੀ? ਨਹੀਂ, ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਹਮੇਸ਼ਾ ਤੁਹਾਨੂੰ ਉਹ ਚੀਜ਼ ਯਾਦ ਰਹੂਗੀ ਜਿਹੜੀ ਤੁਸੀਂ ਸੋਚੀ ਹੁੰਦੀ ਹੈ ਤੇ ਉਹ ਨਾ ਹੋਵੇ। ਤੁਹਾਡੀ ਮੈਮਰੀ 'ਚ ਉਹ ਚੀਜ਼ ਯਾਦ ਰਹਿੰਦੀ ਆ। ਤੁਸੀਂ ਕਿਤੇ ਜਾ ਰਹੇ ਆ ਤੇ ਤੁਹਾਨੂੰ ਪਤਾ ਹੋਵੇ ਕੱਲ ਇਹ ਸੜਕ ਸਾਫ਼ ਸੀ ਤੇ ਅੱਜ ਇੱਥੇ ਇਹ ਟੁੱਟ ਗਈ, ਤੁਸੀਂ ਘਰੇ ਜਾ ਕੇ ਦੱਸੋਗੇ ਮੰਮੀ ਕੱਲ ਤੇ ਸੜਕ ਸਾਫ਼ ਸੀ ਅੱਜ ਟੁੱਟ ਗਈ। ਜੇ ਸਾਫ਼ ਹੋ ਗਈ ਫਿਰ ਨਹੀਂ ਦੱਸੋਗੇ। ਮੈਨੂੰ ਉਮੀਦ ਸੀ ਕਿ ਮੈਂ ਹੀ ਦੇਖ ਰਿਹਾ, ਮੈਂ ਹੀ ਆ ਇਹਦੇ 'ਚ, ਤੇ ਮੈਨੂੰ ਕਿਹਾ ਵੀ ਇਹੀ ਗਿਆ ਸੀ। ਜਦੋਂ ਮੈਂ ਫਿਲਮ ਵੀ ਕੀਤੀ ਮੈਨੂੰ ਇਹੀ ਕਿਹਾ ਜਾਂਦਾ ਹੁੰਦਾ ਸੀ ਕਿ ਮੈਂ ਡਾਇਲੋਗ ਮੰਗਦਾ ਰਿਹਾ। ਸਾਗਰ ਸ਼ਰਮਾ ਡਾਇਰੈਕਟਰ ਸੀਗੇ ਉਹਨਾਂ ਦੇ, ਤੇ ਮੈਂ ਉਹਨੂੰ ਕਿਹਾ ਮੈਨੂੰ ਡਾਇਲੋਗ ਤਾਂ ਦੇ ਦਿਓ, ਮੈਂ ਕੀ ਬੋਲਣਾ। ਕਹਿੰਦੇ ਕੱਲ ਦੇਵਾਂਗੇ। ਕੱਲ ਕਰਕੇ 26 ਦਿਨ ਲੰਘ ਗਏ। ਅੱਛਾ। ਫਿਰ ਮੈਨੂੰ ਪਤਾ ਲੱਗਿਆ ਕਿ 26 ਦਿਨਾਂ ਬਾਅਦ ਮੈਨੂੰ ਜਾ ਕੇ ਅਹਿਸਾਸ ਹੋਇਆ ਕਿ ਮੇਰੇ ਡਾਇਲੋਗਸ ਨਹੀਂ ਹੈਗੇ ਫਿਲਮ 'ਚ। ਫਿਰ ਮੈਨੂੰ ਪਤਾ ਲੱਗਿਆ, ਫਿਰ ਮੈਨੂੰ ਯੁਵਰਾਜ ਹੰਸ ਭਾਜੀ ਨੇ, ਉਹਨਾਂ ਨੇ ਇੱਕ ਡਾਇਲੋਗ ਸੀ ਜਿਹੜਾ ਉਹਨਾਂ ਨੇ ਬੋਲਣਾ ਸੀ, ਉਹਨਾਂ ਨੇ ਮੈਨੂੰ ਦੇਤਾ। ਅੱਛਾ। ਕਿ ਤੂੰ ਬੋਲ। ਜਦੋਂ ਮੈਂ ਬੋਲਿਆ ਫਿਰ ਮੈਂ ਉਸ ਟਾਈਮ ਤੇ ਕਾਈਂਡ ਆਫ ਇਮੋਸ਼ਨਲ ਜਿਹਾ ਸੀ। ਮੈਂ ਕਿਹਾ ਯਾਰ ਇਹ ਤਾਂ, ਉਹ ਕਹਿੰਦੇ ਯਾਰ ਕਿ ਇਹਦੇ ਨਾਲ ਵਿਚਾਰੇ ਨੂੰ ਬੁਲਾਇਆ ਇਹਨੂੰ ਇੱਦਾਂ ਹੀ ਸੀ ਕਿਉਂਕਿ ਮੈਂ ਉਦੋਂ ਸਟੰਟਮੈਨੀਆ ਕੀਤਾ ਸੀ, ਉਹਦੇ ਕਰਕੇ ਮੈਂ ਫਿਲਮ ਦੇ ਵਿੱਚ ਆਇਆ ਸੀ। ਮੈਂ ਕੋਈ ਇੱਦਾਂ ਨਹੀਂ ਗਿਆ ਸੀ ਕਿ ਮੈਨੂੰ ਫਿਲਮ 'ਚ ਲੈ ਲਓ। ਮੈਂ ਗਿਆ ਸੀ ਕਿਉਂਕਿ ਜਿਹੜੇ ਉਹਦੇ ਪ੍ਰੋਡਿਊਸਰ ਸੀ, ਉਹਨਾਂ ਦਾ ਜਿਹੜਾ ਬ੍ਰਦਰ ਸੀ, ਉਹਨੂੰ ਮੈਂ ਵਧੀਆ ਲੱਗਦਾ ਸੀ, ਉਹ ਮੇਰਾ ਫੈਨ ਸੀ ਸਟੰਟਿੰਗ ਦਾ, ਤਾਂ ਉਹਨੇ ਕਿਹਾ ਕਿ ਇਹਨੂੰ ਲੈਣਾ। ਹੁਣ ਜਦੋਂ ਤੁਹਾਨੂੰ ਬੁਲਾਇਆ ਇਸ ਤਰੀਕੇ ਨਾਲ ਜਾਵੇ, ਫਿਰ ਤੁਹਾਨੂੰ ਫਿਲਮ 'ਚ ਦਿਖਾਇਆ ਨਾ ਜਾਵੇ, ਫਿਰ ਤੁਹਾਨੂੰ ਉਹ ਗੱਲ ਹਮੇਸ਼ਾ ਸਾਰੀ ਜ਼ਿੰਦਗੀ ਯਾਦ ਰਹੂਗੀ। ਮੈਂ ਜਿੱਥੇ ਵੀ ਜਾਊਂਗਾ ਤੇ ਮੇਰੀ ਸ਼ੁਰੂਆਤ ਇੱਦਾਂ, ਇਸ ਗੱਲ ਕਹਿਣ ਦਾ ਇੱਕ ਹੋਰ ਪਰਪਸ ਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸ਼ੁਰੂਆਤ ਇੱਦਾਂ ਹੀ ਹੁੰਦੀ ਆ ਤੇ ਉਹ ਰਿਲੇਟ ਕਰ ਲੈਂਦੇ ਨੇ। ਤੇ ਮੈਨੂੰ ਹੁੰਦਾ ਕਿ ਜਿਹੜੇ ਬੰਦੇ ਦੀ ਸ਼ੁਰੂਆਤ ਇੱਦਾਂ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਆਪਾਂ ਜ਼ਿੰਦਗੀ 'ਚ ਅੱਗੇ ਵੀ ਜਿੰਨਾ ਕੁ ਮੈਂ ਕੀਤਾ ਇੰਨਾ ਕੁ ਤਾਂ ਤੁਸੀਂ ਕਰ ਹੀ ਹੋ ਸਕਦੇ ਆ। ਮੇਰੇ ਤੋਂ ਵੀ ਜ਼ਿਆਦਾ ਕਰ ਸਕਦੇ ਪਰ ਇੰਨਾ ਤਾਂ ਜ਼ਰੂਰ ਕਰ ਸਕਦੇ। ਬਿਲਕੁਲ। ਤੇ ਇਹਦਾ ਇੱਕ ਲੈਸਨ ਵੀ ਹੁੰਦਾ ਆ ਕਿ ਲਾਈਫ ਦੇ ਵਿੱਚ ਜ਼ਰੂਰੀ ਨਹੀਂ ਜੇ ਤੁਹਾਨੂੰ ਫੇਲੀਅਰ ਮਿਲਿਆ ਜਾਂ ਕਿਤੇ ਤੁਹਾਨੂੰ ਜ਼ਿੰਦਗੀ 'ਚ ਤੁਹਾਡੀ ਉਮੀਦ ਨਾਲੋਂ ਘੱਟ ਮਿਲਿਆ ਤਾਂ ਤੁਹਾਨੂੰ ਅੱਗੇ ਜਾ ਕੇ ਕੁਝ ਮਿਲੂਗਾ ਹੀ ਨਹੀਂ, ਹੈ ਨਾ। ਕਦੀ ਵੀ ਨਹੀਂ ਇਦਾਂ। 2017 ਤੋਂ ਪਹਿਲਾਂ ਮੈਂ ਰੇਡੀਓ ਕਰਦੀ ਹੁੰਦੀ ਸੀ, 2014 ਤੋਂ 17 ਤੱਕ, ਹੈ ਨਾ। ਜਦੋਂ ਮੈਂ 17 'ਚ ਇੱਥੇ ਅਸੀਂ ਮੋਹਾਲੀ ਸ਼ਿਫਟ ਹੋਏ ਤਾਂ ਮੈਂ ਜੋਬ ਲੱਭਣੀ ਸ਼ੁਰੂ ਕੀਤੀ ਤਾਂ ਮੈਂ ਇੱਕ ਚੈਨਲ ਕੋਲੇ ਗਈ ਤੇ ਉਹ ਕਹਿੰਦੇ ਵੀ ਤੁਹਾਨੂੰ ਹਾਇਰ ਕਰਨਾ ਸਾਡੇ ਲਈ ਰਿਸਕੀ ਹੋ ਸਕਦਾ। ਅੱਛਾ। ਤੇ ਮੈਂ ਕਿਹਾ ਜੀ ਮੈਂ ਕੰਮ ਕੀਤਾ ਨਾ, ਮੈਂ ਰੇਡੀਓ ਕੀਤਾ। ਕਹਿੰਦੇ ਨਹੀਂ ਮਤਲਬ ਟੀਵੀ ਦੇ ਲਈ ਤਾਂ ਫਿਰ ਤੁਸੀਂ ਫਰੈਸ਼ਰ ਹੋ। ਚਲੋ ਉਹ ਮੈਨੂੰ ਲੱਗਿਆ ਵੀ ਠੀਕ ਆ, ਕਿਸੇ ਹੱਦ ਤੱਕ ਉਹਨਾਂ ਦੀ ਗੱਲ ਸਹੀ ਆ ਵੀ ਮੈਂ ਟੀਵੀ ਤੇ ਕੰਮ ਨਹੀਂ ਕੀਤਾ ਸੀਗਾ। ਤੇ ਫਿਰ ਉਸ ਤੋਂ ਬਾਅਦ ਮੈਨੂੰ ਬੜਾ ਧੱਕਾ ਲੱਗਿਆ। ਮੈਂ ਕਿਹਾ ਵੀ ਹਾਇਰ ਕਰਨਾ ਮੇਰੇ ਨਾਲ ਕਿਸੇ ਨੂੰ ਕੀ ਰਿਸਕ ਹੋ ਸਕਦਾ ਆ। ਤੇ ਇੱਕ ਵਾਰੀ ਮੈਨੂੰ ਕਿਸੇ ਨੇ ਇਹ ਵੀ ਕਿਹਾ ਸੀਗਾ ਕਿ ਤੁਹਾਨੂੰ ਤਾਂ ਚੱਜ ਨਾਲ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ। ਤੇ ਤੁਸੀਂ ਦੁਬਾਰਾ ਕਰਕੇ ਪੁੱਛਿਆ ਨਹੀਂ ਫੋਨ? ਨਹੀਂ, ਉਹਨਾਂ ਦਾ ਫਿਰ ਮੈਨੂੰ ਫੋਨ ਆਇਆ ਸੀਗਾ ਕਿ ਇਦਾਂ ਵੀ ਬਹੁਤ ਹੁੰਦਾ ਨਾ, ਅਸੀਂ ਤੁਹਾਨੂੰ ਇਸੇ ਮੁਕਾਮ ਤੇ ਦੇਖਣਾ ਚਾਹੁੰਦੇ ਸੀਗੇ। ਹਾਂ, ਇਦਾਂ ਹੁੰਦਾ। ਸੋ ਇਹ ਜਦੋਂ ਇਹ ਇਦਾਂ ਦੀ ਗੱਲ ਹੁੰਦੀ ਹੈ ਜਦੋਂ,
ਤੇ ਜਿੱਦਾਂ ਮੈਨੂੰ ਇਦਾਂ ਲੱਗਦਾ ਕਿ ਇਨਸਾਨ ਜਦੋਂ ਇਦਾਂ ਦੀ ਚੀਜ਼ ਚੋਂ ਨਿਕਲਦਾ ਨਾ ਤਾਂ ਦੋ ਤਰ੍ਹਾਂ ਦੀ ਸੋਚ ਹੋ ਸਕਦੀ ਇੱਥੇ, ਇੱਕ ਇਹ ਕਿ ਦੇਖਿਆ, ਇੱਕ ਇਹ ਦੂਜੀ ਇਹ ਹੁੰਦੀ ਆ ਕਿ ਸ਼ੁਕਰ ਹੈ ਰੱਬ ਦਾ। ਸ਼ੁਕਰ, ਹਾਂ। ਤੇ ਮੈਂ ਹਮੇਸ਼ਾ ਸੈਕਿੰਡ 'ਚ ਹੀ ਬਲੀਵ ਕਰਦਾ, ਜੇ ਤੁਸੀਂ ਦੇਖਿਆ ਵਾਲੇ 'ਚ ਕਰਦੇ ਆ ਫਿਰ ਤੁਹਾਡੀ એનર્ਜੀ ਜਿਹੜੀ ਆ ਇਹਨਾਂ ਕੰਮਾਂ 'ਚ ਰਹਿ ਜਾਂਦੀ ਆ। ਬਿਲਕੁਲ ਬਿਲਕੁਲ, ਫਿਰ ਕਿਤੇ ਨਾ ਕਿਤੇ ਤੁਹਾਡਾ ਘਮੰਡ ਵੀ ਹਾਂਜੀ, ਸਾਰੀਆਂ ਉਹ ਵੀ ਚੀਜ਼ਾਂ ਤੋਂ ਦੇਖਦਾ, ਉੱਪਰ ਆਉਣ ਲੱਗ ਜਾਂਦਾ। ਪਰ ਤੁਸੀਂ ਲਾਈਨ ਡਰਾ ਕਰਦੇ ਹੋ ਹਮੇਸ਼ਾ ਕਿ ਮੈਂ ਐਂਬੀਸ਼ੀਅਸ ਹਾਂ ਜਾਂ ਮੈਂ ਓਵਰ ਐਂਬੀਸ਼ੀਅਸ ਹਾਂ? ਮੈਂ ਓਵਰ ਐਂਬੀਸ਼ੀਅਸ ਹਾਂ, ਮੈਨੂੰ ਇਦਾਂ ਲੱਗਦਾ। ਤੇ ਇਹਦਾ ਮੈਨੂੰ ਆਪਦੇ ਆਪ ਨੂੰ ਸੈਲਫ ਜਦੋਂ ਆਬਜ਼ਰਵੇਸ਼ਨ ਦੇ ਵਿੱਚ ਮੈਂ ਚੀਜ਼ ਦੇਖਦਾ, ਮੈਂ ਬਹੁਤ ਕੰਟਰੋਲ ਕਰਦਾ ਕਿ ਮੈਂ ਨਹੀਂ ਕਰਨਾ। ਉਹਦੇ ਓਵਰ ਐਂਬੀਸ਼ੀਅਸ ਹੋਣ ਦੇ ਨੁਕਸਾਨ ਹੈਗੇ ਨੇ, ਉਹ ਇਹ ਨੇ ਕਿ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਕਰਨਾ ਚਾਹੁੰਦੇ, ਮੈਂ ਆ ਵੀ ਕਰ ਲਾਂ, ਮੈਂ ਆ ਵੀ ਕਰ ਲਾਂ, ਮੈਂ ਆ ਵੀ ਕਰ ਲਾਂ, ਤੇ ਤੁਸੀਂ ਸਟਲ ਚੱਲਣਾ ਹੁੰਦਾ, ਬਹੁਤ ਸਾਰੀਆਂ ਚੀਜ਼ਾਂ 'ਚ ਤੁਸੀਂ ਧਿਆਨ ਰੱਖਣਾ ਹੁੰਦਾ, ਤੁਸੀਂ ਇੱਕ ਟਾਈਮ ਦੇ ਉੱਤੇ ਇੱਕ ਕੰਮ 'ਤੇ ਹੀ ਫੋਕਸ ਕਰਨਾ ਹੁੰਦਾ। ਜਿੱਦਾਂ ਮੈਂ ਓਵਰ ਐਂਬੀਸ਼ੀਅਸ ਕਹਿਣ ਦਾ ਕਾਰਨ ਇਹ ਹੈ ਕਿ ਜਦੋਂ ਮੈਂ ਇੱਕ ਫਿਲਮ 'ਤੇ ਕੰਮ ਕਰ ਰਿਹਾ, ਮੈਂ 2 ਹੋਰ 'ਤੇ ਨਾਲ ਕਰ ਰਿਹਾ ਹੁੰਦਾ, ਮੈਨੂੰ ਐਂ ਲੱਗਦਾ, ਮੈਂ ਇੱਦਾਂ ਸੋਚਦਾ, ਹੋ ਸਕਦਾ ਕਿ ਮੈਂ ਅੱਜ ਇਸ ਚੀਜ਼ ਦੇ ਉੱਤੇ 100% ਕੌਨਫੀਡੈਂਟ ਨਹੀਂ ਹਾਂ, ਪਰ ਹੋ ਸਕਦਾ ਮੈਂ 2 ਸਾਲਾਂ ਨੂੰ 100% ਕੌਨਫੀਡੈਂਟ ਹੋ ਜਾ। ਮੈਂ ਇੱਦਾਂ ਸੋਚਦਾ ਕਿ ਜਦੋਂ ਤੁਸੀਂ ਸਕੂਲ 'ਚ ਜਾਂਦੇ ਆ, ਤੁਸੀਂ 6 ਘੰਟੇ ਸਕੂਲ ਰਹਿੰਦੇ ਆ, ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਜੇ ਤੁਸੀਂ ਸਕੂਲ ਰਹਿੰਦੇ ਆ, ਤਾਂ ਤੁਸੀਂ ਹਰ ਘੰਟੇ ਡਿਫਰੈਂਟ ਪੀਰੀਅਡ ਦੇ ਵਿੱਚ ਪੜ੍ਹਦੇ ਆ। ਬਿਲਕੁਲ। ਜੋ ਤੁਸੀਂ ਵੱਖਰੇ ਵੱਖਰੇ ਪੀਰੀਅਡ 'ਚ ਪੜ੍ਹ ਸਕਦੇ ਆ, ਤੁਸੀਂ ਤੁਹਾਡੇ ਦਿਮਾਗ ਦੇ ਵੱਖਰੇ ਵੱਖਰੇ ਖਾਨੇ ਖੁੱਲ੍ਹ ਸਕਦੇ ਆ, ਤੇ ਤੁਸੀਂ 6 ਵੱਖਰੇ ਕੰਮਾਂ ਦੇ ਕੰਮ ਕਿਉਂ ਨਹੀਂ ਕਰ ਸਕਦੇ? ਜੇ ਤੁਸੀਂ ਉਸ ਟਾਈਮ ਤੇ ਬਚਪਨ 'ਚ ਕਰ ਸਕਦੇ ਸੀ, ਤੁਸੀਂ ਅੱਜ ਵੀ ਕਰ ਸਕਦੇ। ਮੈਂ ਸੋਚਦਾ ਇਦਾਂ, ਪਰ ਮੈਂ ਤੇ 100% ਕੌਨਫੀਡੈਂਟ ਇਸ ਕਰਕੇ ਨਹੀਂ ਕਿਉਂਕਿ ਮੈਂ 6 ਕੰਮ ਕਰਕੇ ਦਿਖਾਏ ਨਹੀਂ ਗਏ। ਜੇ ਮੈਂ ਦਿਖਾਊਂਗਾ ਫਿਰ ਮੈਂ ਉਸ ਗੱਲ ਤੇ ਖੜਾ ਰਹਿ ਸਕਦਾ। ਸੋ ਮੈਨੂੰ ਲੱਗਦਾ ਕਿ ਓਵਰ ਐਂਬੀਸ਼ੀਅਸ ਹੋਣ ਦਾ ਇਹੀ ਇੱਕ ਨੁਕਸਾਨ ਮੈਨੂੰ ਹਜੇ ਤੱਕ ਲੱਗਦਾ, ਪਰ ਇਹਨੂੰ ਮੈਂ ਆਸਰਾ ਇਸ ਗੱਲ ਨਾਲ ਦਿੱਤਾ ਹੋਇਆ ਕਿ ਤੁਸੀਂ ਸਕੂਲ 'ਚ ਜੇ 6 ਸਬਜੈਕਟ ਪੜ੍ਹ ਸਕਦੇ ਆ ਤੇ ਤੂੰ 6 ਫਿਲਮਾਂ ਤੇ ਕੰਮ ਕਰ ਸਕਦਾ। ਉਹੀ ਆ। ਪਰ ਸਲੋ ਡਾਊਨ ਮੂਮੈਂਟ ਆਉਂਦਾ ਤੁਹਾਡੀ ਲਾਈਫ 'ਚ ਕਦੇ ਕਿ ਹੁਣ ਥੋੜਾ ਜਿਹਾ ਰੁਕਣ ਦੀ ਜ਼ਰੂਰਤ ਆ, ਬ੍ਰੇਕ ਦੀ ਜ਼ਰੂਰਤ ਆ? ਜੇ ਇਦਾਂ ਮੈਂ ਕਦੀ ਜਾਂ ਕਦੇ ਖਿਆਲ ਹੀ ਕ੍ਰੀਏਟਿਵ ਬਲੌਕੇਜ ਟਾਈਪ ਕੁਝ ਤੁਹਾਡੇ ਨਾਲ ਹੋਇਆ ਹੋਵੇ? ਜਿੱਦਾਂ ਮੈਨੂੰ ਇਦਾਂ ਲੱਗਦਾ ਕਿ ਜੇ ਮੈਂ ਕੋਈ ਚੀਜ਼ ਕਰ ਰਿਹਾ ਇਸ ਟਾਈਮ, ਮੇਰਾ ਇਸ ਚੀਜ਼ 'ਚ ਦਿਮਾਗ ਨਹੀਂ ਚੱਲ ਰਿਹਾ, ਤੇ ਮੇਰਾ ਜਿਹੜੀ ਚੀਜ਼ 'ਚ ਚੱਲ ਰਿਹਾ ਮੈਂ ਉਹ ਚੀਜ਼ ਕਰਨ ਲੱਗ ਜਾਂਦਾ, ਤੇ ਫਿਰ ਮੈਨੂੰ ਇਦਾਂ ਰੁਕਣ ਵਾਲਾ ਖਿਆਲ ਨਹੀਂ ਮੇਰੇ ਦਿਮਾਗ 'ਚ ਕਦੀ ਆਇਆ। ਦੂਰ ਮੈਂ ਸੋਚ ਰਿਹਾ, ਮੈਂ ਕਦੋਂ ਸੋਚੇ ਇਹ ਗੱਲ ਕਿ ਮੈਂ ਰੁਕ ਜਾਂਦਾ। ਮੈਨੂੰ ਤਾਂ ਸਾਰੇ ਕਹਿੰਦੇ ਆ ਕਿ ਤੂੰ ਰੁਕ, ਤੂੰ ਨਹੀਂ ਅਜੇ ਕਾਹਲੀ ਨਹੀਂ ਕਰਨੀ। ਜਿੱਦਾਂ ਮੈਂ ਗੱਲ ਕਹਿ ਰਿਹਾ, ਪਰ ਮੈਂ ਪਿਛਲੇ 1.5 ਸਾਲ ਤੋਂ ਕੋਈ ਫਿਲਮ ਨਹੀਂ ਕੀਤੀ। ਮੈਂ ਤੀਜਾ ਪੰਜਾਬ ਕੀਤੀ, ਉਹ ਜਸਟ 5 ਦਿਨ। ਗਾਣੇ ਛੱਡਿਆਂ ਨੂੰ ਵੀ ਤਾਂ ਚਿਰ ਹੋ ਗਿਆ। ਹਾਂ, 1.5 ਸਾਲ, 1.5 ਵੀ ਨਹੀਂ, 2020 ਦੇ ਵਿੱਚ ਮੇਰਾ ਉਹ ਆਇਆ ਸੀਗਾ, ਟ੍ਰੇਲਰ ਆਇਆ ਸੀ ਸ਼ੂਟਰ ਦਾ, ਉਹ 2022 ਆ ਗਿਆ, 2.5 ਸਾਲ ਹੋ ਗਏ ਮੈਂ ਕੋਈ ਫਿਲਮ ਨਹੀਂ ਕੀਤੀ। ਪਰ ਮੈਂ ਕਹਿੰਦਾ ਇਦਾਂ ਹੀ ਆ ਕਿ ਮੈਂ ਰੁਕਣਾ ਨਹੀਂ ਚਾਹੁੰਦਾ, ਮੈਂ ਰੁਕਣਾ ਨਹੀਂ ਚਾਹੁੰਦਾ। ਪਰ ਉਹ 2.5 ਸਾਲ ਦੇ ਵਿੱਚ ਮੈਂ ਇਦਾਂ ਕਹਿ ਸਕਦਾ ਕਿ ਜਿੰਨਾ ਚਿਰ ਤੱਕ ਮੇਰੀ ਚੀਜ਼ ਮੈਨੂੰ ਇਦਾਂ ਲੱਗੀ ਨਹੀਂ ਕਿ ਇਹ ਚੀਜ਼ ਮੈਨੂੰ ਕਰਨੀ ਚਾਹੀਦੀ ਆ, ਮੈਂ ਉਹਦੇ ਉੱਤੇ ਬਹੁਤ ਕੰਮ ਕੀਤਾ ਆਪਣੇ ਵੱਲੋਂ, ਜੋ ਮੈਂ ਸੋਚ ਕੇ, ਜੋ ਮੇਰਾ ਐਕਸਪੀਰੀਅੰਸ ਆ, ਜੋ ਮੈਂ ਉੱਤੇ ਕੰਮ ਕਰ ਸਕਦਾ। ਉਹਦੇ ਵਿੱਚ ਇਹ 2.5 ਸਾਲ ਨਿਕਲ ਗਏ, ਪਰ ਇਹ 2.5 ਸਾਲ ਵਿਅਰਥ ਨਹੀਂ ਕੱਢੇ ਕਿ ਬੈਠਾ ਸੀ ਸੋਚ ਰਿਹਾ ਸੀ, ਪਰ ਮੈਂ ਸੋਚਦਾ ਇਦਾਂ ਹੀ ਸੀ, ਮੈਂ ਕਰ ਲਾਂ, ਹੁਣੇ ਕਰ ਲਾਂ। ਹੁਣ ਵੀ ਮੈਂ ਇਦਾਂ ਹੀ ਸੋਚਦਾ, ਮੈਂ ਅਗਲੀ ਫਿਲਮ ਮੈਂ ਹੀ ਕਰ ਲਾਂ, ਬਸ ਮੇਰੀ ਰੈਡੀ ਐਂ ਕਰ ਲਾਂ। ਪਰ ਜਦੋਂ ਮੈਂ ਕਰਨ ਲੱਗਦਾ, ਫਿਰ ਤੁਹਾਡਾ ਦਿਮਾਗ ਲਾਲਚ ਦੇ ਵੱਲ ਨਹੀਂ ਜਾਂਦਾ, ਫਿਰ ਉਹ ਇਹ ਨਹੀਂ ਕਹਿੰਦਾ ਕਿ ਕਰ ਲਾ, ਫਿਰ ਉਹ ਇਹ ਕਹਿੰਦਾ ਕਿ ਪਹਿਲਾਂ ਇਹ ਇੰਨੀ ਵਧੀਆ ਹੋਣੀ ਚਾਹੀਦੀ ਆ ਕਿ ਕੱਲ ਨੂੰ ਜਦੋਂ ਤੂੰ ਥੀਏਟਰ 'ਚ ਦੇਖੇ, ਚੱਲਣੀ ਨਹੀਂ ਚੱਲਣੀ ਰੱਬ ਹੱਥ, ਪਰ ਤੇਰੇ ਦਿਲ ਨੂੰ ਐਂ ਨਾ ਲੱਗੇ ਯਾਰ ਇੱਥੇ ਮੈਂ ਥੋੜਾ ਜਿਹਾ ਕੰਮ ਕਰ ਲੈਂਦਾ। ਬਿਲਕੁਲ। ਸੋ ਇੰਨਾ ਕੀ ਲੱਗਦਾ ਮੈਨੂੰ। ਮਿਡਲ ਕਲਾਸ ਬॉय ਕੀ ਹੈ? ਮਿਡਲ ਕਲਾਸ ਬॉय ਮੈਂ ਪ੍ਰੋਡਕਸ਼ਨ ਹਾਊਸ ਖੋਲ੍ਹਿਆ। ਉਹ ਪ੍ਰੋਡਕਸ਼ਨ ਹਾਊਸ ਇਸ ਕਰਕੇ ਖੋਲ੍ਹਿਆ ਕਿਉਂਕਿ ਆਪਾਂ ਸਾਰੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ, ਐਂਡ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਮੈਂ ਉਹ ਪ੍ਰੋਡਕਸ਼ਨ ਹਾਊਸ ਦਾ ਨਾਮ ਅੱਜ ਨਹੀਂ ਸੋਚਿਆ, ਮੈਂ ਉਹ 6 ਸਾਲ ਪਹਿਲਾਂ ਸੋਚਿਆ ਸੀ। ਅੱਛਾ। ਕਿ ਮੈਂ ਮਿਡਲ ਕਲਾਸ ਬॉय ਪ੍ਰੋਡਕਸ਼ਨ ਹਾਊਸ ਖੋਲ੍ਹਣਾ ਤੇ ਮੈਂ ਇਹਨੂੰ ਬਹੁਤ ਵੱਡਾ ਬਣਾਉਣਾ ਚਾਹੁੰਦਾ। ਉਹਦਾ ਕਾਰਨ ਇਹ ਕਿ ਜਦੋਂ ਉਹ ਐਡਾ ਵੱਡਾ ਹੋਵੇ ਤਾਂ ਹਰ ਮਿਡਲ ਕਲਾਸ ਬੰਦਾ ਜਿਹੜਾ ਵੀ ਸੁਪਨੇ ਦੇਖਣ ਦਾ ਹਿੰਮਤ ਰੱਖਦਾ, ਉਹਨੂੰ ਇਹ ਲੱਗੇ ਕਿ ਇਹ ਮੇਰਾ ਹੈ। ਬਿਲਕੁਲ। ਤੇ ਉਹਨੂੰ ਇਹ ਲੱਗੇ ਕਿ ਜਿੰਨੇ ਵੀ ਇਹ ਬਣਾਇਆ ਹੋਊਗਾ ਉਹ ਮਿਡਲ ਕਲਾਸ ਦਾ ਹੀ ਹੋਊਗਾ। ਸੋ ਤੁਹਾਡੇ ਬਾਰੇ ਜੇ ਕੋਈ ਬੰਦਾ ਨਹੀਂ ਵੀ ਜਾਣਦਾ, ਤੁਹਾਡੇ ਨਾਮ ਤੋਂ ਤੁਹਾਡੀ ਪਛਾਣ ਹੋਣੀ ਚਾਹੀਦੀ ਆ। ਸੋ ਉਹ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਮੈਂ ਕਿ ਉਹਦੇ 'ਚ ਮੈਂ ਸੋਚਿਆ ਮੈਂ ਫਿਲਮਾਂ ਰਿਲੀਜ਼ ਕਰੂੰਗਾ, ਐਂਡ ਸਾਰੇ ਉਸ ਟੈਲੈਂਟ ਨੂੰ ਜਿਹੜੇ ਸਿਰਫ ਸੁਪਨੇ ਦੇਖਦੇ ਆ ਤੇ ਉਹਨਾਂ ਕੋਲੇ ਕਿਸੇ ਕਾਰਨ ਕੋਈ ਨਹੀਂ ਪਹੁੰਚ ਸਕਦਾ, ਸੋ ਉਹਨਾਂ ਲਈ ਕੁਝ ਕਰ ਸਕਿਆ ਤਾਂ ਜ਼ਰੂਰ ਕਰੂੰਗਾ। ਬਿਲਕੁਲ। ਸ਼ੂਟਰ ਵਰਗੀ ਫਿਲਮ ਜਦੋਂ ਤੁਸੀਂ ਕਰਦੇ ਹੋ ਤਾਂ ਉਸ ਫਿਲਮ ਵਿਚਲੇ ਕਿਰਦਾਰ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ, ਜਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਜਦੋਂ ਤੁਸੀਂ ਇੰਟਰਵਿਊਜ਼ ਕਰਦੇ ਹੋ ਉਹਨਾਂ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ? ਮੈਂ ਇੱਦਾਂ ਜਿੱਦਾਂ ਫਿਲਮ ਦੇ ਕਿਰਦਾਰ ਲਈ ਮੈਨੂੰ ਨਹੀਂ ਲੱਗਦਾ ਕੋਈ, ਜਿੱਦਾਂ ਤੁਸੀਂ ਜਿੱਦਾਂ ਘਰੇ ਜਾਂਦੇ ਆਪਾਂ ਮੰਮੀ ਨੂੰ ਕਹੋ ਮੰਮੀ ਤੁਹਾਨੂੰ ਰੋਟੀ ਬਣਾਉਣ ਲਈ ਮਿਹਨਤ ਕਰਨੀ ਪੈਂਦੀ, ਉਹ ਕਹਿਣਗੇ ਨਹੀਂ, ਕਿਉਂਕਿ ਉਹਨਾਂ ਨੇ ਛੋਟੇ ਹੁੰਦੇ ਤੋਂ ਬਚਪਨ ਤੋਂ ਸਿੱਖਿਆ, ਬਣਾਉਂਦੇ ਰਹੇ, ਉਹਨਾਂ ਦਾ ਰੋਜ਼ ਦਾ ਕੰਮ ਹੋ ਗਿਆ। ਸੋ ਉਹ ਕਿਤੇ ਨਾ ਕਿਤੇ ਜਿਹੜਾ ਵੀ ਕੰਮ ਕਰ ਰਹੇ ਸ਼ੁਰੂ ਤੋਂ ਲਿੰਕਡ ਤਾਂ ਸਕਰੀਨ ਦੇ ਨਾਲ ਹੀ ਆ। ਸੋ ਮੈਂ ਕੰਮ ਕਰਦੇ ਨੂੰ 8-10 ਸਾਲ ਹੋ ਗਏ। ਸੋ ਮੈਨੂੰ ਕਿਰਦਾਰ ਲਈ ਤਾਂ ਥੋੜ੍ਹੀਆਂ ਚੀਜ਼ਾਂ ਦੀ ਮਿਹਨਤ ਕਰਨੀ ਪੈਂਦੀ ਹੈ, ਇੰਨਾ ਨਹੀਂ ਕਰਨੀ ਪੈਂਦੀ, ਪਰ ਉਹ ਜਿਹੜੀਆਂ ਚੀਜ਼ਾਂ ਅਸੀਂ ਫੇਸ ਕੀਤੀਆਂ
ਬਾਅਦ 'ਚ ਉਹਨੂੰ ਰਿਲੀਜ਼ਿੰਗ ਲਈ। ਐਂਡ ਜਿਹੜੀਆਂ ਇੰਟਰਵਿਊਜ਼ ਨੇ, ਇੰਟਰਵਿਊਜ਼ ਮੈਂ ਜ਼ਿਆਦਾ ਨਹੀਂ ਕੀਤੀਆਂ, ਪਰ ਹੁਣ ਮੈਂ ਕੋਸ਼ਿਸ਼ ਕਰਦਾ ਕਿ ਮੈਂ ਦੱਸਾਂ ਲੋਕਾਂ ਨੂੰ, ਤਾਂ ਕਿ ਇਹ ਨਹੀਂ ਕਿ ਲੋਕਾਂ ਨੂੰ ਮੇਰੇ ਬਾਰੇ ਪਤਾ ਲੱਗੇ, ਇਹ ਵੀ ਪਤਾ ਲੱਗੇ ਕਿ ਮੇਰੇ ਵਰਗੇ ਕਿੰਨੇ ਹੋਰ ਹੋਣਗੇ। ਜਦੋਂ ਤੁਸੀਂ ਇਸ ਲਾਈਨ 'ਚ ਆਏ ਹੋ, ਜਾਂ ਜਦੋਂ ਵੀ ਤੁਸੀਂ ਆਏ, ਜਾਂ ਮੈਂ ਜਦੋਂ ਆਇਆ, ਤਾਂ ਆਪਾਂ ਸਰਚ ਕਰਦੇ ਸੀ ਯਾਰ ਆਪਾਂ ਦਿਲਜੀਤ ਦੋਸਾਂਝ ਨੇ ਫਲਾਨੀ ਇੰਟਰਵਿਊ 'ਚ ਕੀ ਕਿਹਾ, ਗਿੱਪੀ ਗਰੇਵਾਲ ਨੇ ਕੀ ਕਿਹਾ, ਗੁਰਦਾਸ ਮਾਨ ਜੀ ਆਪਣੇ ਟਾਈਮ ਤੇ ਕੀ ਗੱਲ ਕਰਦੇ ਸੀ, ਕੀ ਗੱਲਾਂ ਕਿੱਦਾਂ ਗੱਲਾਂ ਕਰਦੇ, ਸਲਮਾਨ ਖਾਨ ਕੀ ਕਹਿੰਦਾ ਸੀ, ਸ਼ਾਹਰੁਖ ਖਾਨ ਕੀ ਕਹਿੰਦਾ ਸੀ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਟਾਈਮ ਦੇ ਨਾਲ ਚੇਂਜ ਹੁੰਦੀਆਂ ਰਹਿੰਦੀਆਂ ਨੇ। ਜਿਵੇਂ ਪਿਛਲੇ 2 ਸਾਲਾਂ ਤੋਂ ਕੋਈ ਗੱਲ ਨਹੀਂ ਕੀਤੀ, ਤਾਂ 2 ਸਾਲਾਂ 'ਚ ਮੇਰਾ ਦਿਮਾਗ ਇਵੋਲਵ ਹੋ ਗਿਆ ਹੋਣਾ। ਜੋ 2 ਸਾਲ ਪਹਿਲਾਂ ਮੈਂ ਗੱਲ ਕਰਦਾ, ਹੁਣ ਮੈਂ ਨਹੀਂ ਕਰ ਸਕਦਾ ਉਹ। ਸੋ ਇਹ ਮੈਨੂੰ ਲੱਗਦਾ ਟਾਈਮ ਟੂ ਟਾਈਮ ਲੋਕਾਂ ਨੂੰ ਪਤਾ ਲੱਗਦੀਆਂ ਰਹਿਣੀਆਂ ਚਾਹੀਦੀਆਂ। ਦੂਜੀਆਂ, ਜਿਹੜਾ ਵੀ ਬੰਦਾ ਅੱਜ ਬੈਠਾ ਕਿਸੇ ਪਿੰਡ 'ਚ ਹਲੇ ਸੋਚ ਹੀ ਰਿਹਾ ਹੋਊਗਾ, ਜੇ ਉਹਦੇ ਤੱਕ ਆਪਣੀ ਇੰਟਰਵਿਊ ਪਹੁੰਚ ਜਾਵੇ ਤਾਂ ਉਹ ਦੇਖ ਲਵੇ, ਤਾਂ ਹੋ ਸਕਦਾ ਉਹ ਕਹੇ ਕਿ ਯਾਰ ਇਹ ਤਾਂ ਮੈਂ ਵੀ ਕਰ ਸਕਦਾ। ਸੋ ਸ਼ਾਇਦ ਤਾਂ ਕਰਕੇ ਮੈਨੂੰ ਲੱਗਦਾ ਕਿ ਇਹ ਵੀ ਕਰਨੀਆਂ ਜ਼ਰੂਰੀ ਆ, ਕਿਉਂਕਿ ਉਸ ਕਰੈਕਟਰ ਨੂੰ, ਉਸ ਫਿਲਮ ਦੇ ਸਬਜੈਕਟ ਨੂੰ ਤੁਹਾਨੂੰ ਬਹੁਤ ਥਾਈਂ ਜਾ ਕੇ ਜਸਟੀਫਾਈ ਕਰਨਾ ਪਿਆ, ਤੇ ਹਰ ਵਾਰੀ ਜਦੋਂ ਗੱਲ ਹੋਊਗੀ ਜਾਂ ਹੁੰਦੀ ਵੀ ਰਹੀ ਆ, ਤਾਂ ਤੁਹਾਨੂੰ ਹਮੇਸ਼ਾ ਜਸਟੀਫਾਈ ਕਰਨਾ ਪਿਆ ਵੀ ਇਹ ਤੁਸੀਂ ਕਿਉਂ ਕੀਤਾ। ਹਾਂ, ਮੈਨੂੰ ਇਸ ਗੱਲ ਦਾ ਕਦੀ ਇੱਦਾਂ ਲੱਗਿਆ ਨਹੀਂ, ਕਿਉਂਕਿ ਮੇਰੀ ਜਿਹੜੀ ਸੋਚ ਤੇ ਅਪਬ੍ਰਿੰਗਿੰਗ ਆ, ਮੈਂ ਆਪਣੀ ਸੋਚ ਦੇ ਨਾਲ ਹੀ ਕੰਮ ਕਰਦਾ। ਮੈਂ ਕਦੀ ਨਹੀਂ ਇਸ ਚੀਜ਼ ਨਾਲ ਇੰਪੈਕਟ ਪੈਂਦਾ ਕਿ ਮੈਨੂੰ ਲੋਕ ਕੀ ਕਹਿੰਦੇ ਨੇ। ਹਰ ਬੰਦੇ ਦੀ ਆਪ ਦੀ ਸੋਚ ਆ, ਮੈਂ ਉਹਨੂੰ ਬਦਲ ਨਹੀਂ ਸਕਦਾ। ਮੇਰੀ ਕੀ ਸੋਚ ਆ, ਮੈਂ ਆਪਦੀ ਸੋਚ ਤੇ ਖੜਾ ਰਵਾਂ, ਇਹ ਬਹੁਤ ਵੱਡੀ ਗੱਲ ਆ। ਮੈਨੂੰ ਕਦੀ ਨਹੀਂ ਲੱਗਦਾ ਕਿ ਗਲਤ ਕੀਤਾ। ਮੈਂ ਇਸ ਗੱਲ ਲਈ ਹਮੇਸ਼ਾ ਸਾਰੀ ਜ਼ਿੰਦਗੀ ਕਹਿੰਦਾ, ਮੈਂ ਇਹਦੀ ਜਸਟੀਫਿਕੇਸ਼ਨ ਇਸ ਕਰਕੇ ਦਿੰਦਾ ਕਿ ਸੁਣਨ ਵਾਲੇ ਬੰਦੇ ਨੂੰ ਐਟਲੀਸਟ ਥੋੜਾ ਪੁਆਇੰਟ ਆਫ ਵਿਊ ਪਤਾ ਹੋਣਾ ਚਾਹੀਦਾ। ਬਿਲਕੁਲ, ਕਿ ਤੁਸੀਂ ਕੀ ਸੋਚਦੇ ਆ। ਮੈਂ ਹਮੇਸ਼ਾ ਅੱਗੇ ਵੀ ਕਹੀ ਆ, ਫੇਰ ਕਹਿ ਦਿੰਦਾ, ਮੈਂ ਹਮੇਸ਼ਾ ਇਸ ਗੱਲ ਨੂੰ ਕਹਿੰਦਾ ਹੈ ਕਿ ਜਿਹੜੇ ਬੱਚੇ ਨੂੰ ਤੁਸੀਂ 18 ਸਾਲ ਆਪਣੇ ਕੋਲ ਰੱਖਦੇ ਆ, ਪੜ੍ਹਾਉਂਦੇ ਆ, ਲਿਖਾਉਂਦੇ ਆ, ਬੋਲਣਾ ਸਿਖਾਉਂਦੇ ਆ, ਚੱਲਣਾ ਸਿਖਾਉਂਦੇ ਆ, ਕੀ ਚੰਗਾ ਕੀ ਮਾੜਾ ਸਾਰਾ ਕੁਝ ਦੱਸਦੇ ਆ, ਜੇ ਉਹ ਬੰਦਾ 18 ਸਾਲ ਦੇ ਵਿੱਚ ਇਹ ਚੀਜ਼ ਨਹੀਂ ਸਿੱਖ ਸਕਦਾ, ਤਾਂ ਉਹ ਇੱਕ 3 ਘੰਟੇ ਦੀ ਫਿਲਮ ਤੋਂ ਸਿੱਖ ਗਿਆ। ਫਿਰ ਉਹਨੂੰ ਸਕੂਲ ਕਿਉਂ ਭੇਜਿਆ ਆਪਾਂ? ਫਿਰ ਉਹਨੂੰ ਫਿਲਮ ਦਿਖਾ ਦਿੰਦੇ ਪਹਿਲਾਂ ਹੀ। ਆਪਾਂ ਸਕੂਲ ਭੇਜਦੇ ਹਾਂ ਤਾਂ ਕਿ ਉਹ ਵਧੀਆ ਇਨਸਾਨ ਬਣ ਸਕੇ, ਵਧੀਆ ਚੀਜ਼ਾਂ ਸਿੱਖ ਸਕੇ। ਮੈਂ BDS ਹਾਂ, ਬੈਚਲਰ ਆਫ ਡੈਂਟਲ ਸਰਜਰੀ ਮੈਂ ਕੀਤੀ, ਮੈਂ ਦੰਦਾਂ ਦਾ ਡਾਕਟਰ ਹਾਂ। ਮੈਂ ਕੰਮ ਇਹ ਕਰ ਰਿਹਾ ਹੈ ਨਾ, ਉਹ ਮੇਰੇ ਘਰਦਿਆਂ ਦਾ ਸੁਪਨਾ ਸੀ, ਮੈਂ ਉਹ ਵੀ ਪੂਰਾ ਕੀਤਾ। ਮੈਂ ਕਦੀ ਆਪਣੀ ਜ਼ਿੰਦਗੀ 'ਚ ਐਂ ਨਹੀਂ ਸੋਚਦਾ ਕਿ ਮੇਰੇ ਘਰਦਿਆਂ ਦਾ ਸੁਪਨਾ ਨਹੀਂ ਪੂਰਾ ਹੋਣਾ ਚਾਹੀਦਾ। ਉਹਨਾਂ ਨੇ ਮੈਨੂੰ ਜਨਮ ਦਿੱਤਾ, ਜਿਹੜਾ ਮੇਰਾ ਫਰਜ਼ ਸੀ ਮੈਂ ਉਹ ਪੂਰਾ ਕੀਤਾ। ਫਿਰ ਜਿਹੜਾ ਮੇਰਾ ਪੈਸ਼ਨ ਸੀ ਮੈਂ ਉਹਨੂੰ ਫੋਲੋ ਕੀਤਾ। ਮੇਰੀ ਜ਼ਿੰਦਗੀ 'ਚ ਕਦੀ ਇੱਦਾਂ ਦਾ ਖਿਆਲ ਨਹੀਂ ਆਇਆ ਕਿ ਮੈਂ ਕੋਈ ਗਾਣਾ ਸੁਣ ਕੇ, ਕੋਈ ਫਿਲਮ ਸੁਣ ਕੇ ਯਾਰ ਮੈਂ ਕੋਈ ਗਲਤ ਕੰਮ ਕਰਦਾ। ਮੈਂ ਸੋਚਦਾ ਮੇਰੇ ਵਰਗੇ ਹੀ ਲੋਕ ਨੇ, ਜੇ ਮੇਰੇ ਵਰਗੇ ਨਹੀਂ ਹੈ, ਮੈਂ ਇਹ ਵੀ ਗੱਲ ਲੈ ਲੈਣਾ ਕਿ ਚਲੋ ਹੋ ਸਕਦਾ ਮੇਰੇ ਵਰਗੇ ਨਹੀਂ ਆ, ਤਾਂ ਉਹ ਕੌਣ ਨੇ? ਉਹਨਾਂ ਦੇ ਘਰ 'ਚ ਉਹਨਾਂ ਦੇ ਮੰਮੀ ਡੈਡੀ ਨੇ ਉਹਨਾਂ ਨੂੰ ਕੀ ਸਿਖਾਇਆ, ਉਹ ਜ਼ਿਆਦਾ ਮੈਟਰ ਕਰਦਾ ਰੈਦਰ ਦੈਨ ਕਿ ਮੇਰੀ ਫਿਲਮ ਦੇਖ ਕੇ ਫਿਰ ਤਾਂ ਸਾਰੇ ਸਕੂਲਾਂ 'ਚ ਮੈਂ ਇੱਕ ਚੰਗੀ ਫਿਲਮ ਕਰ ਦਿੰਦਾ ਜਿਹਦੇ 'ਚ ਉਹਨਾਂ ਨੂੰ ਪੜ੍ਹਾਈ ਕਰਾਈ ਜਾਊਗੀ ਨਰਸਰੀ ਤੋਂ ਲੈ ਕੇ ਤੇ +2 ਤੱਕ, ਤੇ ਇੱਕ ਫਿਲਮ ਦਿਖਾ ਦਿਓ ਤਾਂ ਓਕੇ ਹੋ ਜਾਊਗਾ। ਨਹੀਂ ਹੁੰਦਾ ਇੱਦਾਂ। 12 ਸਾਲ ਦਿੱਤੇ ਹੁੰਦੇ ਹਰ ਬੱਚੇ ਨੇ, ਤੇ ਫਿਰ ਵੀ ਉਹਦੇ ਤੇ ਕਿਸੇ ਬਾਹਰਲੀ ਚੀਜ਼ ਦਾ ਇੰਪੈਕਟ ਪੈ ਜੇ, ਟੈਂਪਰਰੀ ਇੰਪੈਕਟ ਪੈ ਸਕਦਾ, ਟੈਂਪਰਰੀ। ਹਾਂ, ਪਰ ਇਹ ਚੀਜ਼ ਸਾਨੂੰ ਐਕਸੈਪਟ ਕਰਨੀ ਚਾਹੀਦੀ ਹੈ ਕਿ ਚਾਹੇ ਉਹ ਕੁਝ ਮੂਮੈਂਟ ਦੇ ਲਈ ਹੋਵੇ। ਨਹੀਂ 100%। ਜਦੋਂ ਤੁਸੀਂ ਤੁਹਾਡਾ ਬੇਸਿਕਲੀ ਮੂਵਮੈਂਟ ਕੀ ਹੈ, ਤੁਸੀਂ ਉਸ ਨੂੰ ਜੇ ਤੁਸੀਂ ਉਹਦੀ ਤਹਿ ਤੱਕ ਜਾਓਗੇ ਤਾਂ ਬੇਸਿਕਲੀ ਜਦੋਂ ਤੁਹਾਡਾ ਹਾਰਟ ਰੇਟ ਵੱਧ ਜਾਂਦਾ ਕਿਸੇ ਵੀ ਕੰਮ 'ਚ, ਤੁਸੀਂ ਰਨਿੰਗ ਕਰਦੇ ਹੋ ਹਾਰਟ ਰੇਟ ਵੱਧ ਜਾਂਦਾ, ਤੁਹਾਡੇ ਦਿਮਾਗ ਦੀ ਖੂਨ ਦੀ ਜਿਹੜੀ ਸਪੀਡ ਆ ਉਹ ਵੱਧ ਜਾਂਦੀ। ਜੇ ਤੁਸੀਂ ਗਾਣਾ ਸੁਣਦੇ ਆ ਕੋਈ, ਜਦ ਤੁਹਾਡੇ ਦਿਮਾਗ 'ਚ ਇੱਦਾਂ ਦੀ ਕੋਈ ਗੱਲ ਆਉਂਦੀ ਆ ਕਿ ਯਾਰ ਇਹਨੇ ਇੱਦਾਂ ਕੀਤਾ, ਯਾਰ ਇਹਨੇ ਇੱਦਾਂ ਕੀਤਾ, ਜਦੋਂ ਵੀ ਤੁਸੀਂ ਥੋਟ ਪ੍ਰੋਸੈਸ ਚੇਂਜ ਕਰਦੇ ਹੋ ਤੁਹਾਡਾ ਹਾਰਟ ਰੇਟ ਵੱਧਦਾ ਹੈ। ਉਸ ਹਾਰਟ ਰੇਟ ਵਧੇ ਦੇ ਬਹੁਤ ਸਾਰੇ ਫਾਇਦੇ, ਬਹੁਤ ਸਾਰੇ ਨੁਕਸਾਨ ਹੁੰਦੇ ਨੇ। ਇਹ ਤਾਂ ਦੁਨੀਆ 'ਚ ਕਹੀ ਗਈ ਗੱਲ ਹੈ, ਇਹ ਕੋਈ ਮੈਂ ਆਪਣੇ ਵੱਲੋਂ ਨਹੀਂ ਬਣਾਈ। ਦੂਜੀ ਗੱਲ, ਜਦੋਂ ਇਹ ਸਾਰੀ ਧਰਤੀ ਨੂੰ ਜਦੋਂ ਬਣਾਇਆ ਗਿਆ, ਉਹਦੇ 'ਚ ਸਾਰੀਆਂ ਚੀਜ਼ਾਂ ਆਈਆਂ, ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਇਹ ਸਾਰੀਆਂ ਜੋ ਆਪਾਂ ਜਿਨ੍ਹਾਂ 'ਤੇ ਕੰਮ ਕੀਤਾ, ਫਿਲਮ ਬਣਾਈ, ਜਾਂ ਤੁਸੀਂ ਇੱਦਾਂ ਮੈਂ ਪ੍ਰੋਡਕਟ ਕਹਿਣਾ ਹੈ ਨਾ, ਜਾਂ ਕੋਈ ਵੀ ਬੰਦਾ ਹੋਇਆ, ਤਾਂ ਉਹ ਉਸ ਸੰਸਾਰ ਦੇ ਹਿੱਸੇ 'ਚੋਂ ਨਿਕਲਿਆ। ਉਹਦੀ ਸੱਚਾਈ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ। ਜੇ ਉਹਦੀ ਸੱਚਾਈ ਸੁਣ ਕੇ, ਕਿਸੇ ਦੀ ਸੱਚਾਈ ਸੁਣ ਕੇ ਤੁਸੀਂ ਖਰਾਬ ਹੋ ਰਹੇ ਆ, ਫਿਰ ਤਾਂ ਤੁਹਾਡੇ ਦਿਮਾਗ 'ਤੇ ਗਲਤ ਤੁਹਾਨੂੰ ਸਿਖਾਇਆ ਗਿਆ ਹੈ ਨਾ। ਤੁਸੀਂ ਜੇ ਕਿਸੇ ਦਾ ਕੋਈ ਵੀ ਆਪਾਂ ਵਿਆਹ 'ਤੇ ਜਾਂਦੇ, ਸ਼ਾਦੀ 'ਤੇ ਕਿਤੇ ਵੀ ਜਾਂਦੇ ਆ, ਤਾਂ ਜੇ ਤੁਸੀਂ ਭੰਗੜੇ ਵਾਲਾ ਗੀਤ ਗਾ ਕੇ ਜਾਂ ਸੁਣ ਕੇ ਜਾਂ ਭੰਗੜਾ ਪਾ ਕੇ ਘਰੇ ਆ ਜਾਂਦੇ, ਤਾਂ ਘਰੇ ਆ ਕੇ ਨਹੀਂ ਪਾਉਂਦੇ ਭੰਗੜਾ ਆਪਾਂ 2 ਮਿੰਟ ਲਈ, ਉਹ ਵੀ ਇੰਜੋਏ ਕਰਦੇ। ਤੁਸੀਂ ਨਾਲ ਦੇ ਮਾਹੌਲ 'ਤੇ ਡਿਪੈਂਡ ਕਰਦਾ। ਤੁਸੀਂ ਇਕੱਲੇ ਜਾ ਕੇ ਨਹੀਂ ਪਾਓਗੇ, ਇਕੱਲੇ ਜਾ ਕੇ ਸਟੇਜ 'ਤੇ ਖੜ੍ਹ ਕੇ ਨਹੀਂ ਨੱਚੋਗੇ, ਹੈ ਨਾ, ਉਹ ਇੰਪੈਕਟ 'ਤੇ। ਹਾਂ, ਪਰ ਮੈਨੂੰ ਇਹ ਵੀ ਲੱਗਦਾ ਹੁੰਦਾ, ਪਰ ਜਿਹੋ ਜਿਹੇ ਮਾਹੌਲ 'ਚੋਂ ਤੁਸੀਂ ਆਏ ਹੁੰਦੇ ਹੋ, ਜਿਵੇਂ ਹੁਣ ਮੰਨ ਲਓ ਆਪਾਂ ਕਿਸੇ ਦੇ ਸੋਗ 'ਤੇ ਗਏ ਆ, ਹਾਂਜੀ, ਤਾਂ ਉੱਥੋਂ ਤੁਸੀਂ ਚੀਜ਼ਾਂ ਨਾਲ ਲੈ ਕੇ ਆਉਂਦੇ ਹੋ, ਹੈ ਨਾ। ਜਿਵੇਂ ਘਰੇ ਆ ਕੇ ਵੀ ਤੁਹਾਡਾ ਕੁਛ ਘੰਟਿਆਂ ਤੱਕ ਮਨ ਨਹੀਂ ਸਹੀ ਹੁੰਦਾ, ਜਾਂ ਜਦੋਂ ਤੁਸੀਂ ਕਿਤੇ ਵਿਆਹ 'ਤੇ ਜਾ ਕੇ ਆਉਂਦੇ ਹੋ ਤਾਂ ਉਦੋਂ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਹਲਕਾ ਮਹਿਸੂਸ ਕਰਦੇ ਹੋ ਵੀ, ਹੈ ਨਾ, ਮੈਂਟਲੀ ਜਾਂ ਫਿਜ਼ੀਕਲੀ ਤੁਹਾਨੂੰ ਲੱਗਦਾ ਹੈ ਕਿ ਕੁਛ ਬਦਲਾਅ ਜਿਹਾ ਆਇਆ। ਹਾਂਜੀ। ਪਰ ਪ੍ਰਭਾਵ ਤਾਂ ਬੰਦਾ ਲੈ ਕੇ ਆਉਂਦਾ ਹੀ ਆ ਥੀਏਟਰ ਦੇ ਵਿੱਚੋਂ ਬਾਹਰ। ਮੈਂ ਕਹਿੰਦਾ ਆ ਕਿ ਹਿਊਮਨ ਬੋਡੀ 'ਤੇ ਹਰ ਚੀਜ਼ ਦਾ ਇੰਪੈਕਟ ਪੈਂਦਾ।
ਤੁਸੀਂ ਗਰਮ ਏਰੀਆ 'ਚ ਚੱਲ ਜਾਓ ਤੁਹਾਡੀ ਬੋਡੀ ਗਰਮ ਹੋ ਜਾਊਗੀ, ਠੰਡ 'ਚ ਚੱਲ ਜਾਓ ਠੰਡੀ ਹੋ ਜਾਊਗੀ। ਬਿਲਕੁਲ। ਇਹ ਇੰਪੈਕਟ ਤਾਂ ਪੈਂਦਾ ਹੀ ਪੈਂਦਾ, 100% ਪੈਂਦਾ, ਪਰ ਉਸ ਇੰਪੈਕਟ ਦੇ ਉੱਤੇ ਤੁਹਾਡੀ ਬੋਡੀ ਨੇ ਕੀ ਰਿਐਕਟ ਕਰਨਾ ਇਹ ਤੁਹਾਡੀ ਅਪਬ੍ਰਿੰਗਿੰਗ ਤੇ ਆ। ਹਾਂ ਹਨਾ, ਤੁਸੀਂ ਛੋਟੇ ਹੁੰਦੇ ਤੋਂ ਕਿੰਨੇ ਇੰਟਰਵਿਊਜ਼ ਦੇਖਦੇ ਹੋ, ਕਿੰਨਾ ਕੁਝ ਤੁਸੀਂ ਦੇਖਿਆ ਹੋਊਗਾ, ਪਰ ਜੇ ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਆਈ, ਮੇਰੇ 'ਚ ਨਹੀਂ ਆਈ, ਤਾਂ ਮੈਨੂੰ ਲੱਗਦਾ ਠੀਕ ਆ। ਹਨਾ, ਜੇ ਤੁਸੀਂ ਇੱਦਾਂ, ਜੇ ਤੁਹਾਡੇ ਤੇ ਵੀ ਇੰਪੈਕਟ ਸੇਮ ਪਊਗਾ, ਮੇਰੇ ਤੇ ਵੀ ਪਊਗਾ, ਤੀਜੇ ਬੰਦੇ ਤੇ ਵੀ ਪਊਗਾ, ਚੌਥੇ ਤੇ ਵੀ ਪਊਗਾ, ਪਰ ਉਹਦੇ ਵਿੱਚੋਂ ਉਹਨਾਂ ਦੀ ਅਪਬ੍ਰਿੰਗਿੰਗ ਤੇ ਉਹਨਾਂ ਦਾ ਰਿਐਕਸ਼ਨ ਕੀ ਨਿਕਲਦਾ ਹੈ, ਰਿਐਕਸ਼ਨ ਇਨਸਾਨ ਦੇ ਉੱਤੇ ਉਹ ਮੈਟਰ ਕਰਦਾ। ਹੁਣ ਜੇ ਤੁਸੀਂ ਕਹੋ ਕਿ ਮੇਰੇ ਕਰਕੇ ਕਿਸੇ ਦਾ ਰਿਐਕਸ਼ਨ ਖਰਾਬ ਹੋ ਗਿਆ, ਇਹ ਤਾਂ ਫਿਰ ਗਲਤ ਗੱਲ ਹੋ ਗਈ ਕਿ ਯਾਰ ਇਹ ਤਾਂ ਮੈਂ ਰਿਐਕਸ਼ਨ ਖਰਾਬ ਕਰਤਾ, ਤੇ ਨਹੀਂ, ਫਿਰ ਇਹ ਤਾਂ ਤੁਸੀਂ ਬਹਾਨਾ ਲੱਭ ਰਹੇ ਆ, ਤੇ ਦੈਟ ਇਜ਼ ਜਸਟ ਇੱਕ ਰੀਜ਼ਨ ਆ ਕਿ ਤੁਹਾਨੂੰ ਬਹਾਨਾ ਚਾਹੀਦਾ ਸੀ, ਉਹ ਮੈਂ ਦੇਤਾ। ਕਿ ਜੇ ਇਹ ਫਿਲਮਾਂ ਬਣਨੀਆਂ ਬੰਦ ਹੋ ਜਾਣ, ਕਿ ਇਹ ਗਾਣੇ ਗਾਉਣੇ ਬੰਦ ਕਰ ਦੇਣ, ਕਿ ਸਾਰੀਆਂ ਚੀਜ਼ਾਂ ਸਮਾਜ 'ਚ ਹੋਣੀਆਂ ਬੰਦ ਹੋ ਜਾਣਗੀਆਂ, ਨਹੀਂ ਹੋਣਗੀਆਂ। ਇਦਾਂ ਵੀ ਨਹੀਂ ਹੁੰਦਾ, ਇਦਾਂ ਵੀ ਨਹੀਂ ਹੋਊਗਾ ਹਨਾ। ਸੋ ਇਹ ਚੀਜ਼ਾਂ ਦਾ ਇੱਕ ਬਹਾਨਾ ਹੁੰਦਾ, ਪਰ ਇਹਦੇ ਅੰਡਰਲਾਈਂਗ ਜਿਹੜੀਆਂ ਲੇਅਰਸ ਨੇ ਉਹ ਤਾਂ ਕਿਸੇ ਹੋਰ ਲੈਵਲ ਦੀਆਂ ਹੀ ਨੇ, ਉਹ ਤਾਂ ਹੋਰ ਹੀ ਲੋਕ ਚਲਾਈ ਜਾਂਦੇ ਨੇ, ਇਹ ਤਾਂ ਜਿਹੜੀ ਆਮ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਗੱਲ। ਬਿਲਕੁਲ। ਸੋ ਸ਼ੂਟਰ ਵਿਚਲੇ ਜਿਹੜੇ ਕਿਰਦਾਰ, ਜਾਂ ਮੈਂ ਕਿਉਂਕਿ ਇਸ ਚੀਜ਼ ਤੇ ਬਹੁਤ ਗੱਲ ਹੋ ਚੁੱਕੀ ਹੈ ਪਹਿਲਾਂ ਹੀ ਵੀ, ਕਿਉਂ ਬਣੀ, ਕਿਵੇਂ ਬਣੀ, ਪਰ ਮੈਂ ਬਤੌਰ ਅਦਾਕਾਰ ਜੋ ਤੁਸੀਂ ਕੰਮ ਕੀਤਾ ਮੈਂ ਉਹਦੇ ਤੇ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਆਪਾਂ ਜਦੋਂ ਸਿਨੇਮਾ ਦੇਖਦੇ ਹਾਂ ਨਾ, ਤਾਂ ਮੈਨੂੰ ਲੱਗਿਆ ਸੀਗਾ ਕਿ ਇਹ ਬਹੁਤ ਔਖਾ, ਇੰਨੀ ਡਿਟੇਲ 'ਚ ਜਾ ਕੇ ਕੰਮ ਕਰਨਾ। ਸਿਰਫ ਉਹ ਹੀ ਨਹੀਂ ਸੀਗਾ ਵੀ ਡਾਇਲੌਗ ਡਿਲੀਵਰੀ ਨਹੀਂ, ਨਾਲ ਦੇ ਨਾਲ ਤੁਸੀਂ ਜੋ ਆਪਣੀ ਫਿਜ਼ੀਕਲ ਟ੍ਰਾਂਸਫੋਰਮੇਸ਼ਨ ਸੀਗੀ ਤੁਹਾਡੀ, ਉਹਦੇ ਤੇ ਜੋ ਤੁਸੀਂ ਕੰਮ ਕੀਤਾ, ਡਾਇਲੌਗ ਡਿਲੀਵਰੀ, ਡੈਬਿਊ ਫਿਲਮਾਂ ਬੰਦੇ ਦੀ, ਹੈ ਨਾ, ਤੇ ਮਤਲਬ ਉਹ ਕਮਾਲ ਸੀਗੀ। ਸੋ ਤੁਹਾਡਾ ਕੀ ਹੋਮਵਰਕ ਸੀਗਾ ਉਸ ਕਰੈਕਟਰ ਨੂੰ ਲੈ ਕੇ, ਤੁਸੀਂ ਕੀ ਸੋਚਿਆ? ਮਤਲਬ ਇੱਕ ਤਾਂ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਪਹਿਲੇ ਆਪਾਂ ਇਹ ਮੰਨਦੇ ਹੁੰਦੇ ਨੇ ਕਿ ਟਰਾਈਡ ਐਂਡ ਟੈਸਟਡ ਜਿਹੜਾ ਸਾਡਾ ਸਬਜੈਕਟ ਆ ਕਾਮੇਡੀ, ਉੱਤੇ ਬਣਾ ਲਓ। ਜੇ ਤੁਸੀਂ ਸ਼ੁਰੂਆਤ ਕਰ ਰਹੇ ਹੋ, ਫਿਰ ਤੁਸੀਂ ਕਿਸੇ ਵੱਡੇ ਆਰਟਿਸਟ ਦੇ ਨਾਲ ਕੋ ਆਰਟਿਸਟ ਆ ਜਾਓ, ਮਤਲਬ ਸੈਕੰਡ ਲੀਡ ਤੇ ਆ ਜਾਓ, ਤੁਹਾਨੂੰ ਪਛਾਣ ਮਿਲ ਜੂਗੀ, ਫਿਰ ਤੁਸੀਂ ਲੀਡ ਤੇ ਕਰੀ ਜਾਇਓ। ਜਿੱਦਾਂ ਐਮੀ ਵੀਰੇ ਹੋਣਾ, ਇਹਨਾਂ ਸਾਰਿਆਂ ਨੇ ਇਦਾਂ ਹੀ ਕੀਤਾ। ਹਾਂ, ਕਿਤੇ ਨਾ ਕਿਤੇ ਸਭ ਦੀ ਸ਼ੁਰੂਆਤ ਇਦਾਂ ਹੀ ਰਹਿੰਦੀ ਆ। ਤੇ ਤੁਸੀਂ ਸਬਜੈਕਟ ਚੁਣਿਆ, ਉਹ ਵੀ ਬਿਲਕੁਲ ਅਲੱਗ ਸੀ, ਕੰਟਰੋਵਰਸ਼ੀਅਲ ਸੀ, ਪਤਾ ਸੀਗਾ ਕੰਟਰੋਵਰਸੀ ਹੋ ਸਕਦੀ ਆ। ਦੂਜਾ ਉਹ ਸਬਜੈਕਟ ਸੀ ਵੀ ਜੇ ਮੰਨ ਲਓ ਬਣਨ ਲੱਗੇ ਕੰਟਰੋਵਰਸੀ ਨਾ ਹੋਈ, ਜਦੋਂ ਰਿਲੀਜ਼ ਹੋਈ ਉਦੋਂ ਜ਼ਰੂਰ ਹੋਗੀ, ਮੀਡੀਆ ਸਵਾਲ ਜ਼ਰੂਰ ਕਰੂਗਾ। ਤੀਸਰੀ ਗੱਲ, ਜਿੰਨੇ ਵੀ ਆਰਟਿਸਟ ਉਹਦੇ ਵਿੱਚ ਸੀਗੇ ਉਹ ਬਹੁਤ ਜ਼ਿਆਦਾ ਦਿਸਣ ਵਾਲੇ ਚਿਹਰੇ ਨਹੀਂ ਸੀਗੇ, ਉਹ ਵੀ ਸਾਰੇ ਕਿਤੇ ਨਾ ਕਿਤੇ ਨਵੇਂ ਕਹਿ ਲਓ ਤੁਸੀਂ, ਹੈ ਨਾ। ਸੋ ਇੰਨਾ ਰਿਸਕ ਲੈ ਕੇ, ਤੇ ਦੂਸਰਾ ਤੁਹਾਨੂੰ ਇੰਨਾ ਕਿਉਂ ਲੱਗਿਆ ਕਿ ਇੰਨੀ ਮਿਹਨਤ ਇਹਦੇ ਕਿਰਦਾਰ ਤੇ ਜਾਣੀ ਚਾਹੀਦੀ ਆ? ਜਿੱਦਾਂ ਤੁਸੀਂ ਕਿਹਾ ਕਿ ਜਿੱਦਾਂ ਮੈਂ ਤੁਹਾਨੂੰ ਥੋੜ੍ਹੇ ਟਾਈਮ ਪਹਿਲੇ ਇੱਕ ਗੱਲ ਦੱਸੀ ਸੀ ਕਿ ਜਦੋਂ ਬੰਦਾ ਨੈਗੇਟਿਵ ਜਾਂ ਕੋਈ ਇੱਦਾਂ ਦੀ ਚੀਜ਼ ਸੋਚਦਾ, ਤੇ ਉਹ ਦੋ ਕਾਰਨ ਹੋ ਸਕਦੇ। ਇੱਕ ਇਹ ਸੋਚਦਾ ਬੰਦਾ ਕਿ ਯਾਰ ਮੇਰੀ ਕਿਸਮਤ 'ਚ ਨਹੀਂ, ਦੂਜਾ ਉਹ ਬੰਦਾ ਸੋਚਦਾ ਜਿਹੜਾ ਐਫਰਟ ਨਾ ਕਰੇ। ਮੇਰਾ ਕੰਮ ਸੀ ਐਫਰਟ ਕਰਨਾ, ਪਹਿਲੀ ਗੱਲ। ਜਿਹੜੀ ਸੈਕਿੰਡ ਵਾਲੀ ਗੱਲ, ਉਹਦੇ ਲਈ ਉਸ ਐਫਰਟ ਦੇ ਵਿੱਚ ਤੁਸੀਂ ਇਹ ਮਿਣ ਨਹੀਂ ਸਕਦੇ ਕਿ ਐਫਰਟ ਕਿੰਨਾ ਹੋ ਸਕਦਾ। ਉਹ ਐਫਰਟ ਆ, ਕੋਈ ਇੰਨਾ ਕੁ ਕਰਦਾ, ਕੋਈ ਇੰਨਾ ਕਰ ਦਿੰਦਾ। ਉਹ ਬੰਦੇ ਦੀ ਸਹਿਣ ਸ਼ਕਤੀ ਆ ਕਿ ਉਹ ਕਿੰਨਾ ਸਹਿ ਸਕਦਾ ਤੇ ਕਿੰਨਾ ਕਰ ਸਕਦਾ। ਉਹ ਮੇਰਾ ਐਫਰਟ ਸੀ। ਹੋ ਸਕਦਾ ਕਿ ਮੈਂ ਇਹ ਫਿਲਮ ਪਹਿਲੀ ਫਿਲਮ ਆ, ਪਰ ਹੋ ਸਕਦਾ ਕਿ ਮੈਨੂੰ 10 ਸਾਲਾਂ ਤੋਂ ਰੱਬ ਇਹਦੀ ਤਿਆਰੀ ਕਰਾ ਰਿਹਾ ਹੋਵੇ। ਮੈਂ ਜਿੰਨੇ ਵੀ ਕੰਮ ਕੀਤੇ ਆਪਣੀ ਜ਼ਿੰਦਗੀ 'ਚ, ਮੈਂ ਸਾਰੇ ਸਕਰੀਨ ਲਈ ਕੀਤੇ। ਮੈਂ ਉਹਦੇ 'ਚ ਬੋਲਦਾ ਹੀ ਸੀ, ਮੈਂ ਗੱਲਾਂ ਹੀ ਕਰਦਾ ਸੀ, ਲੋਕਾਂ ਦੀਆਂ ਗੱਲਾਂ ਸੁਣਦਾ ਸੀ। ਉਹ ਸਾਰੀਆਂ ਚੀਜ਼ਾਂ ਹੀ ਇਸ ਫਿਲਮ ਦੇ ਵਿੱਚ ਸੀ, ਇਕੱਲੇ ਇਸ ਕਿਰਦਾਰ ਦੀ ਗੱਲ ਨਹੀਂ ਸੀਗੀ। ਉਹ 8 ਸਾਲ ਦਾ ਜੋ ਮੈਂ ਪਿੱਛੇ ਧੱਕੇ ਖਾ ਕੇ ਇੱਥੇ ਤਾਈਂ ਪਹੁੰਚਿਆ, ਉਹ ਸਿਰਫ ਉਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ ਇਸ 'ਚ। ਦੂਜਾ ਜਿਹੜੀ ਉਹਦੇ ਕਿਰਦਾਰ ਦੀ ਜਿਹੜੀ ਡਿਟੇਲਿੰਗ ਆ, ਉਹ ਡਿਟੇਲਿੰਗ ਮੈਂ ਕਹਾਂ ਮੈਂ ਇੱਦਾਂ ਕਰਤਾ ਉੱਦਾਂ ਕਰਤਾ, ਇੱਦਾਂ ਕੁਛ ਨਹੀਂ ਸੀ। ਮੈਂ ਇੱਕ ਨੋਰਮਲ ਕਿਰਦਾਰ ਨਿਭਾਇਆ। ਇੱਦਾਂ ਕਹਿ ਲਓ ਕਿ ਉਹ ਸਮਾਂ ਸਹੀ ਸੀ, ਪਰਮਾਤਮਾ ਦੀ ਕਿਰਪਾ ਸੀ, ਤੇ ਉਹ ਚੀਜ਼ ਵਧੀਆ ਲੱਗਣ ਲੱਗੀ। ਜੇ ਮੈਂ ਤੁਹਾਨੂੰ ਕਹਾਂ ਕਿ ਮੈਂ 3 ਵਜੇ ਉੱਠ ਕੇ ਰਿਆਜ਼ ਕਰਦਾ ਹੁੰਦਾ ਸੀ ਤੇ ਰੋਜ਼ 6 ਘੰਟੇ ਰਿਆਜ਼ ਕਰਦਾ ਸੀ, ਪਰ ਮੇਰਾ ਕੋਈ ਵੀ ਗਾਣਾ ਨਹੀਂ ਹੈ ਇੱਦਾਂ ਦਾ ਜਿਸ ਤੋਂ ਤੁਹਾਨੂੰ ਇੱਦਾਂ ਲੱਗੂਗਾ ਕਿ ਯਾਰ ਇਹ ਵਾਹ ਕਮਾਲ ਸਿੰਗਰ ਆ। ਨਹੀਂ ਲੱਗੂਗਾ, ਕਿਉਂਕਿ ਉਹ ਸੁਰ ਨਹੀਂ ਸੀਗਾ ਮੇਰੇ ਕੋਲ। ਪਰ ਮੈਂ ਉਹਦੇ ਲਈ ਬਹੁਤ ਮਿਹਨਤ ਕੀਤੀ। ਮੈਂ ਉਹਦੇ ਲਈ ਆਪਣਾ ਜੋ ਐਫਰਟ ਕਰ ਸਕਦਾ ਸੀ ਮੈਂ ਕੀਤਾ। ਮੈਂ ਉਹੀ ਐਫਰਟ ਇਹਦੇ 'ਚ ਕੀਤਾ। ਪਰ ਕੀ ਆ ਕਿ ਇਹ ਚੀਜ਼ ਉਹ ਕੰਮ ਸੀਗਾ ਜਿਹਦੇ ਲਈ ਮੈਨੂੰ ਰੱਬ ਤਿਆਰ ਕਰ ਰਿਹਾ ਸੀ। ਸੋ ਇਸ ਕਰਕੇ ਉਹਦਾ ਕੰਮ ਦਾ ਅਸਰ ਬਹੁਤ ਪਿਆ। ਹਾਂ ਬਿਲਕੁਲ, ਹੈ ਨਾ। ਦੂਜਾ ਜਿਹੜਾ ਕਿਰਦਾਰ ਨੇ ਉਸ ਫਿਲਮ ਦੇ, ਉਹ ਸਾਰੇ ਨਵੇਂ ਲੈਣ ਦਾ ਡਿਸੀਜਨ ਇਸ ਕਰਕੇ ਸੀ ਕਿ ਮੈਨੂੰ ਇੱਦਾਂ ਲੱਗਦਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸੀਗੇ ਉਸ ਟਾਈਮ ਦੇ ਉੱਤੇ ਜਦੋਂ ਮੈਂ ਉਹ ਫਿਲਮ ਬਣਾਉਣੀ ਸੀ। ਇੱਕ ਕਾਰਨ ਇਹ ਵੀ ਆ ਕਿ ਵੀ ਨੇ ਇਸ ਫਿਲਮ ਦੇ ਉੱਤੇ ਪੈਸੇ ਲਾਏ, ਤੇ ਹੁਣ ਮੈਂ ਚਾਹੁੰਦਾ ਸੀ ਉਹਦੇ ਪੈਸੇ ਵੀ ਨਾ ਜ਼ਿਆਦਾ ਲੱਗਣ। ਕਿ ਯਾਰ ਅਗਲਾ ਉਹਦੇ ਪੈਸੇ ਲੱਗ ਰਿਹਾ, ਅਗਲਾ ਪੈਸੇ ਲਾ ਰਿਹਾ,
ਤਾਂ ਉਹਨੂੰ ਇੱਕ ਚੀਜ਼ ਵੀ ਉਹਦਾ ਵੀ ਉਹਦੇ 'ਚ ਫਾਇਦਾ ਹੋਵੇ, ਉਹ ਵੀ ਨਾ ਇਦਾਂ ਸੋਚੇ ਕਿਉਂਕਿ ਤੁਸੀਂ ਕਿਸੇ ਨੂੰ ਯੂਜ਼ ਨਹੀਂ ਕਰ ਸਕਦੇ ਹੈ ਨਾ ਜ਼ਿੰਦਗੀ 'ਚ, ਕਿ ਉਹਦਾ ਵੀ ਫਾਇਦਾ ਹੋਵੇ। ਤਾਂ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਸੀ। ਤਾਂ ਉਹਦੇ 'ਚ ਜੋ ਤੁਸੀਂ ਇਦਾਂ ਦੀਆਂ ਸਿਚੁਏਸ਼ਨ 'ਚ ਜਾਂਦੇ ਫਿਰ ਤੁਸੀਂ ਟੈਲੈਂਟ ਲੱਭਦੇ ਆ, ਕਿਉਂਕਿ ਟੈਲੈਂਟਡ ਬੰਦਾ ਇੱਕ ਐਸਾ ਹੀ ਬੰਦਾ ਹੈ ਦੁਨੀਆ 'ਚ, ਉਹਨੂੰ ਟੈਲੈਂਟਡ ਬੰਦਾ ਕਹਿੰਦੇ ਆ, ਜਿਹਦੀ ਕਦਰ ਨਹੀਂ ਪਹਿਲਾਂ ਪੈਂਦੀ, ਬਾਅਦ 'ਚ ਪੈਂਦੀ ਜਾ ਕੇ। ਫਿਰ ਟੈਲੈਂਟ ਹੀ ਇਦਾਂ ਦਾ ਹੁੰਦਾ ਜਿਹਨੂੰ ਪੈਸਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਿਹੜਾ ਬੰਦਾ ਟੈਲੈਂਟਡ ਤੇ ਆਰਟਿਸਟ ਹੋਊਗਾ ਉਹਨੂੰ ਤਾਂ ਮੈਂ ਕੰਮ ਕਰਨਾ। ਫਿਰ ਇਦਾਂ ਦੇ ਆਰਟਿਸਟ ਲੱਭੇ ਜਿਹੜੇ ਟੈਲੈਂਟਡ ਨੇ, ਫਿਰ ਉਹ ਆਏ, ਫਿਰ ਉਹ ਰਜਿਸਟਰ ਵੀ ਹੋਏ। ਫਿਰ ਉਹਨਾਂ 'ਚੋਂ ਮੈਂ ਤਾਂ ਇੱਕ ਹੀ ਫਿਲਮ ਕੀਤੀ, ਮੇਰੇ ਡਾਇਰੈਕਟਰ ਦੀਆਂ ਵੀ 3-4 ਕਰ ਲਈਆਂ, ਉਹਨਾਂ 'ਚ ਜਿਹੜੇ ਆਰਟਿਸਟ ਸੀ ਉਹਨਾਂ ਨੇ ਵੀ ਅੱਗੇ 3-4 ਕਰ ਲਈਆਂ, ਹੈ ਨਾ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਉਹਨਾਂ ਨੂੰ ਦੇਖ ਕੇ ਕਿ ਆਪਾਂ ਇਕੱਠੇ ਸ਼ੁਰੂ ਕੀਤਾ ਸੀ, ਹੈ ਨਾ। ਸੋ ਉਹ ਇਸ ਕਰਕੇ ਉਹਨਾਂ ਨੂੰ ਲੱਭਿਆ, ਫਿਰ ਉਹਨਾਂ ਦਾ ਵੀ ਲੋਕਾਂ ਨੇ ਕੰਮ ਪਸੰਦ ਕੀਤਾ। ਸੋ ਦੂਸਰੀ ਗੱਲ ਕੀ ਸੀ? ਹਾਂ, ਇਹੀ 2 ਗੱਲਾਂ ਸੀ। ਜਦੋਂ ਹੁਣ ਸ਼ੂਟਰ ਤੋਂ ਬਾਅਦ ਇੰਨਾ ਤੁਹਾਨੂੰ ਐਪਰੀਸ਼ੀਏਟ ਕੀਤਾ ਆਡੀਅנס ਨੇ ਵੀ, ਸਭ ਕੁਝ ਵਧੀਆ ਹੋ ਗਿਆ, ਫਿਲਮ ਸਿਨੇਮੇ 'ਚ ਵੀ ਲੱਗ ਗਈ ਲੀਕ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਤੁਹਾਡਾ ਕੰਮ ਪਸੰਦ ਕੀਤਾ, ਉਸ ਤੋਂ ਬਾਅਦ ਇੰਡਸਟਰੀ ਵੱਲੋਂ ਤੁਹਾਨੂੰ ਕੀ ਰਿਸਪੌਂਸ ਆਇਆ ਸੀਗਾ? ਕਿਉਂਕਿ ਅਗਲੀਆਂ ਵੀ ਜਿਹੜੀਆਂ ਫਿਲਮਾਂ ਦੇ ਪੋਸਟਰ ਪਏ ਨੇ ਉਹ ਇੱਕ ਮਿਡਲ ਕਲਾਸ ਤੋਂ ਪਿਆ, ਇੱਕ ਗੀਤ MP3 ਤੋਂ ਪਿਆ ਆ, ਬਾਹਰਲੇ ਕਿਸੇ ਪ੍ਰੋਡਕਸ਼ਨ ਹਾਊਸ ਦਾ ਪੋਸਟਰ ਨਹੀਂ ਤੁਹਾਡਾ ਬਾਹਰ ਆਇਆ। ਮੈਂ ਇੱਕ ਫਿਲਮ ਕੀਤੀ ਸੀਗੀ ਸ਼ੂਟਰ ਤੋਂ ਬਾਅਦ, ਜਾਨੀ ਚੋਰ, ਹਾਂ, ਹੈ ਨਾ। ਤੇ ਉਹ ਫਿਲਮ ਪੋਸਟਰ ਪਾਤਾ ਮੈਂ, ਤੇ ਉਹ ਫਿਲਮ ਜਿਹੜੀ ਆ ਮੈਂ ਉਦੋਂ ਐਕਸਾਈਟਿਡ ਪਾਤਾ। ਉਸ ਤੋਂ ਬਾਅਦ ਮੈਂ ਜਦੋਂ ਕੰਮ ਕੀਤਾ ਤੇ ਮੈਂ ਉਹ ਤੋਂ ਸੈਟੀਸਫਾਈ ਨਹੀਂ ਸੀਗਾ। ਉਹ ਮੈਂ ਫਿਲਮ ਬਣਾਈ ਨਹੀਂ, ਬਣਾਉਂਗਾ ਪਰ ਮੈਂ ਬਣਾਈ ਨਹੀਂ ਹਲੇ। ਸੋ ਮੈਨੂੰ ਇਦਾਂ ਲੱਗਦਾ ਸੀ ਕਿ ਯਾਰ ਮੈਂ ਪੋਸਟਰ ਹੀ ਪਾਤਾ, ਫਿਲਮ ਬਣਾਈ ਨਹੀਂ। ਉਹ ਤੁਸੀਂ ਖੁਦ ਬਣਾ ਰਹੇ ਸੀਗੇ? ਨਹੀਂ, ਉਹ ਇਹੀ ਪ੍ਰੋਡਕਸ਼ਨ ਹਾਊਸ ਤੋਂ ਸੀ। ਅੱਛਾ, ਠੀਕ ਹੈ। ਤੇ ਉਹ ਬਣਾਈ ਨਹੀਂ ਕਿਉਂਕਿ ਮੇਰਾ ਫਰਜ਼ ਸੀਗਾ ਕਿ ਇੱਕ ਉਹਨਾਂ ਨੇ ਸ਼ੂਟਰ ਫਿਲਮ ਕੀਤੀ ਹੈ ਮੇਰੀ, ਤੇ ਉਸ ਤੋਂ ਬਾਅਦ ਉਹ ਫਿਲਮ ਲੀਕ ਹੋ ਗਈ, ਉਹਨਾਂ ਦਾ ਨੁਕਸਾਨ ਹੋਇਆ, ਤੇ ਉਹਨਾਂ ਦੇ ਨਾਲ ਹੀ ਮੇਰੀ ਅਗਲੀ ਫਿਲਮ ਆਉਣੀ ਚਾਹੀਦੀ ਹੈ। ਇਹ ਇੱਕ ਐਜ਼ ਐਨ ਇਨਸਾਨੀ ਤੌਰ 'ਤੇ ਇੱਕ ਜਿਹੜੀਆਂ ਤੁਹਾਡੇ ਗੁੱਡ ਚੀਜ਼ਾਂ ਤੁਸੀਂ ਕਰ ਸਕਦੇ ਹੋ ਨਾ, ਉਹ 2020 ਦੇ ਵਿੱਚ, ਹੈ ਨਾ। ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਮੈਂ ਕੋਈ ਹੋਰ ਫਿਲਮ, ਫਿਰ ਇੱਕ ਫਿਲਮ ਸੀ ਜਿਹੜੀ ਮੈਂ ਸ਼੍ਰੀ ਨਰੋਤਮ ਫਿਲਮਸ ਨਾਲ ਕਰ ਰਿਹਾ ਸੀ। ਅਸੀਂ ਸਾਰੀਆਂ ਪਲੈਨਿੰਗ ਕਰ ਰਹੇ, ਸਾਰਾ ਕੁਝ ਕਰ ਰਹੇ, ਹੁਣ ਵੀ ਕਰ ਰਹੇ ਮੈਂ, ਪਰ ਮੈਂ ਪੋਸਟਰ ਨਹੀਂ ਪਾਉਂਦਾ ਹੁਣ। ਅੱਛਾ। ਕਿਉਂਕਿ ਉਹ ਮੇਰੇ ਹੱਥ 'ਚ ਨਹੀਂ ਗਈ ਚੀਜ਼। ਹੁਣ ਮੈਂ ਪਾ ਦੂੰਗਾ ਉਹ, ਜੇ ਮੈਨੂੰ, ਮੈਂ ਇੱਦਾਂ ਦਾ ਇਨਸਾਨ ਆ, ਜੇ ਮੈਨੂੰ ਐਂਡਲੇ ਮੂਮੈਂਟ ਦੇ ਵੀ ਜਾ ਕੇ ਲੱਗਿਆ ਕਿ ਇਹ ਗਲਤ ਆ ਗੱਲ, ਤਾਂ ਮੈਂ ਕਹੂੰਗਾ ਨਹੀਂ। ਫਿਰ ਮੈਂ ਕਿਹਾ ਨਹੀਂ, ਇਹ ਨਹੀਂ, ਹਜੇ ਨਹੀਂ। ਫਿਰ ਉਹ ਮੈਂ ਕਿਸ ਕਰਕੇ ਕਿਸੇ ਹੋਰ ਦਾ ਪੋਸਟਰ ਨਹੀਂ ਪਾਇਆ, ਕਿਸੇ ਹੋਰ ਪ੍ਰੋਡਕਸ਼ਨ ਹਾਊਸ ਦਾ, ਪਰ ਮੈਂ ਹੋਰ ਕਰ ਰਿਹਾ ਫਿਲਮ ਸ਼੍ਰੀ ਨਰੋਤਮ ਫਿਲਮਸ ਦੇ ਨਾਲ ਕਰ ਰਿਹਾ, 2 ਫਿਲਮਾਂ ਕਰ ਰਿਹਾ। ਫਿਰ ਉਸ ਤੋਂ ਬਾਅਦ ਜਿਹੜੀ ਜਾਨੀ ਚੋਰ ਨਹੀਂ ਕੀਤੀ ਸੀ, ਫਿਰ ਅਸੀਂ ਚੋਬਰ ਕਰਨੀ ਸੀ। ਫਿਰ ਮਿਡਲ ਕਲਾਸ ਬॉय ਤੋਂ ਪਾਇਆ, ਕਿਉਂਕਿ ਉਹ ਮੈਨੂੰ ਪਤਾ ਹੈ ਮੇਰਾ ਪ੍ਰੋਡਕਸ਼ਨ ਹਾਊਸ ਹੈ, ਤੋਂ ਮੈਂ ਫਿਲਮ ਬਣਾਉਣੀ ਹੀ ਬਣਾਉਣੀ ਆ। ਸੋ ਇਸ ਇੰਡਸਟਰੀ ਦੇ ਵਿੱਚ ਤੁਸੀਂ ਕਦੀ ਵੀ ਇਹ ਜੱਜ ਨਹੀਂ ਕਰ ਸਕਦੇ ਕਿ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਤਾ, ਤੁਹਾਡੇ ਕੋਲੇ ਬਹੁਤ ਕੰਮ ਆ ਜਾਣਾ, ਤੁਸੀਂ ਸਾਰਿਆਂ ਨਾਲ ਹੀ ਕੰਮ ਕਰੋ। ਤੁਹਾਡਾ ਤਰੀਕਾ ਕੀ ਆ ਉਹ ਮੈਟਰ ਕਰਦਾ। ਮੈਂ ਕਦੀ ਨਹੀਂ ਇਹ ਸੋਚਦਾ ਕਿ ਮੈਂ ਧੜਾ ਐ ਕਰਾਂ, ਮੈਂ ਇਦਾਂ ਸੋਚਦਾ ਮੈਂ ਆਰਾਮ ਨਾਲ ਕਰਾਂ, ਪਰ ਮੈਂ ਵਧੀਆ ਕੰਮ ਕਰਾਂ ਤੇ ਉਹਨਾਂ ਲੋਕਾਂ ਨਾਲ ਕਰਾਂ ਜਿਹੜੇ ਮੇਰੇ ਜਿੰਨੇ ਹੀ ਸੀਰੀਅਸ ਹੋਣ ਤੇ ਇਮਾਨਦਾਰ ਹੋਣ। ਸੋ ਇਸ ਕਰਕੇ ਮੈਂ ਜ਼ਿਆਦਾ ਪੋਸਟਰ ਨਹੀਂ ਪਾਏ, ਜਾਂ ਮੈਂ ਨਹੀਂ ਕਰਨਾ ਚਾਹੁੰਦਾ ਸੀ। ਇੱਕ ਮੈਂ ਗਿੱਪੀ ਗਰੇਵਾਲ ਹੰਬਲ ਫਿਲਮਸ ਦੇ ਨਾਲ ਫਿਲਮ ਕਰ ਰਿਹਾ ਸੀ, ਅਮਰ ਬਾਈ ਉਹਨੂੰ ਡਾਇਰੈਕਟ ਕਰ ਰਿਹਾ ਸੀ, ਪ੍ਰਿੰਸ ਕਵਲਜੀਤ ਸੀ, ਮੈਂ ਸੀਗਾ। ਉਸ ਫਿਲਮ ਨੂੰ ਵੀ ਜਿਹੜਾ ਪੂਰਾ ਮਤਲਬ ਉਹਦੀ ਸ਼ੂਟ ਤੇ ਵੀ ਨਹੀਂ ਗਏ ਇਸੇ ਕਾਰਨ ਕਰਕੇ, ਕਿਉਂਕਿ ਉਹਦੇ 'ਚ ਕੁਝ ਚੀਜ਼ਾਂ ਸੀਗੀਆਂ ਜਿੱਦਾਂ ਤੋਂ ਉਹ ਆਪ ਵੀ ਸੈਟੀਸਫਾਈ ਨਹੀਂ ਸੀਗੇ ਤੇ ਮੈਂ ਵੀ ਨਹੀਂ ਸੈਟੀਸਫਾਈ ਸੀ। ਸੋ ਉਹ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਅਸੀਂ ਉਹਦਾ ਵੀ ਪੋਸਟਰ ਮੈਂ ਨਹੀਂ ਪਾਇਆ। ਸੋ ਮੈਨੂੰ ਹੁੰਦਾ ਕਿ ਕੰਮ ਵਧੀਆ ਹੀ ਕਰਾਂ ਤੇ ਚੰਗੇ ਤਰੀਕੇ ਨਾਲ ਹੀ ਕਰਾਂ। ਵੈਸੇ ਤੇ ਹਰ ਬੰਦੇ ਦੇ ਪ੍ਰਿੰਸੀਪਲ ਹੁੰਦੇ ਨੇ ਵੀ ਮੈਂ ਲਾਈਨ ਡਰਾ ਕਰਕੇ ਰੱਖਣੀ ਵੀ ਮੈਂ ਕਰਨਾ ਤੇ ਮੈਂ ਨਹੀਂ ਕਰਨਾ ਹੈਗਾ, ਪਰ ਆਪਣੀ ਇੰਡਸਟਰੀ 'ਚ ਫਿਰ ਪੈਰ ਲਾਉਣੇ ਤੁਹਾਨੂੰ ਨਹੀਂ ਲੱਗਦਾ ਥੋੜੇ ਜਿਹੇ ਔਖੇ ਹੋ ਜਾਣਗੇ? ਵੀ ਵੈਸੇ ਮੈਨੂੰ ਗਲਤ ਨਹੀਂ ਲੱਗਦਾ ਹੁੰਦਾ ਆਪਣੇ ਪ੍ਰਿੰਸੀਪਲਸ ਤੇ ਕੰਮ ਕਰਨਾ, ਵੀ ਤੁਸੀਂ ਆਪਣੇ ਸਿਧਾਂਤਾਂ ਦੇ ਚੱਲੋ, ਤੁਸੀਂ ਲਾਈਨ ਡਰਾ ਕੀਤੀ ਹੋਈ ਆ ਵੀ ਆਹ ਕਰੂੰ ਆਹ ਨਹੀਂ ਕਰੂੰ, ਹਨਾ। ਪਰ ਤੁਹਾਨੂੰ ਲੱਗਦਾ ਵੀ ਆਪਣੀ, ਕਿਉਂਕਿ ਇੰਡਸਟਰੀ ਦਾ ਮਾਹੌਲ ਇਦਾਂ ਦਾ ਵਾ ਵੀ ਫਿਰ ਉਹ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਛੇਤੀ। ਦੇਖੋ ਮੇਰੀ ਪ੍ਰੋਡਿਊਸਰ ਹੋਣਾ ਤੁਹਾਡੇ ਕੋਲ ਬੜਾ ਜ਼ਰੂਰੀ ਆ। ਮੈਨੂੰ ਪਹਿਲਾਂ ਮੈਂ ਇਦਾਂ ਸੋਚਦਾ ਨਹੀਂ ਸੀ, ਪਰ ਜਦੋਂ ਨਾ ਮੇਰਾ ਸ਼ੋਅ ਚੱਲਦਾ ਸੀ ਟਸ਼ਨ ਦਾ ਪੈਗ, ਮੈਨੂੰ ਇਦਾਂ ਲੱਗਦਾ ਸੀ ਸਾਰੀ ਇੰਡਸਟਰੀ ਮੇਰੇ ਨਾਲ ਹੀ ਆ। ਮੈਂ ਜਿਹਦੇ ਨਾਲ ਵੀ ਗੱਲ ਕਰਨੀ, ਹਰ ਆਰਟਿਸਟ, ਹਰ ਸਿੰਗਰ, ਮੇਰੀ ਕਦੀ ਵੀ ਸ਼ਾਮ ਨੂੰ 5 ਵਜੇ ਤਾਂ ਕਿਸੇ ਨਾ ਕਿਸੇ ਸਿੰਗਰ ਨੇ ਫੋਨ ਕਰਨਾ ਹੀ ਕਰਨਾ ਕਿ ਕਿੱਥੇ ਹੋ, ਆਪਾਂ ਮਿਲਦੇ ਆ। ਜਦੋਂ ਮੇਰਾ ਟਸ਼ਨ ਦਾ ਪੈਗ ਸ਼ੋਅ ਮੈਂ ਬੰਦ ਕੀਤਾ, ਛੱਡਿਆ, ਉਸ ਤੋਂ ਬਾਅਦ ਮੈਂ ਦੇਖਿਆ ਕਿ ਇੰਡਸਟਰੀ ਤਾਂ ਪੂਰੀ ਬਦਲ ਗਈ। ਮੈਂ ਜਿੰਨਾ ਉਦੋਂ ਚੇਂਜ ਦੇਖਿਆ ਕਿਸੇ ਨੂੰ ਵੀ ਨਹੀਂ ਦੇਖਿਆ। ਮੈਂ ਫੋਨ ਕਰਕੇ ਮੈਂ ਕਿਹਾ ਯਾਰ ਕੈਸੇ ਬੰਦੇ ਤਾਂ ਬਦਲ ਹੀ ਗਏ ਸਿਸਟਮ, ਹਨਾ। ਇਹਦਾ ਦੌਰ ਹੀ ਬਦਲ ਗਿਆ ਤੁਹਾਡਾ। ਜਿਹੜੇ ਬੰਦੇ ਕੱਲ ਨੂੰ ਆਇਆ ਕਹਿੰਦੇ ਬਾਈ ਤੁਹਾਡੇ ਲਈ ਐਂ ਕਰ ਦਾਂਗੇ, ਉਹ ਕਰ ਦਾਂਗੇ, ਉਹ ਤਾਂ ਐ ਪਲਟ ਗਏ, ਹਨਾ। ਉਸ ਟਾਈਮ ਨੇ ਮੈਨੂੰ ਸਿਖਾਤਾ ਸੀ ਕਿ ਇਹ ਇੰਡਸਟਰੀ ਕਦੀ ਵੀ ਕਿਸੇ ਦੀ ਨਹੀਂ ਹੋਈ। ਜਿਹੜੇ ਬੰਦੇ ਵੀ ਨੇ ਉਹਨਾਂ ਦੀ ਵੀ ਨਹੀਂ ਹੈ, ਕਿਸੇ ਦੀ ਵੀ ਨਹੀਂ ਹੈ। ਬੇਸਿਕਲੀ ਇੰਡਸਟਰੀ ਕੀ ਹੈ? ਬਿਜ਼ਨਸ ਕੀ ਆ? ਤੁਸੀਂ ਚੱਲ ਰਹੇ ਹੋ, ਤੁਹਾਡੇ ਪਿੱਛੇ ਆ, ਜੇ ਤੁਸੀਂ ਨਹੀਂ ਚੱਲ ਰਹੇ ਕੋਈ ਪਿੱਛੇ ਨਹੀਂ ਹੈ। ਤੇ ਇਦਾਂ ਦੀ ਕੋਈ ਵਰਡ ਨਹੀਂ ਆ ਦੁਨੀਆ 'ਚ ਜਿੱਥੋਂ ਤੁਸੀਂ ਇਹ ਕਹੋ ਕਿ ਇਹ ਬਹੁਤ ਘੈਂਟ ਐਕਟਰ ਆ, ਇਹ ਵਿਹਲਾ ਨਹੀਂ ਬੈਠੂਗਾ। ਗ੍ਰੇਟ ਐਕਟਰਸ ਦੀਆਂ ਫਿਲਮਾਂ ਵੀ ਫਲॉप ਹੁੰਦੀਆਂ। ਜੇ ਗ੍ਰੇਟ ਐਕਟਰ ਇੱਕ ਵਰਡ ਹੁੰਦਾ ਕਿ ਐਲ ਪਚੀਨੋ,
ਰੋਬਰਟ ਡੇ ਨੀਰੋ, ਇਹਨਾਂ ਦੀਆਂ ਫਿਲਮਾਂ ਵੀ ਫਲॉप ਹੋਈਆਂ। ਜੇ ਗ੍ਰੇਟ ਐਕਟਰ ਦੀ ਵਰਡ ਤੇ ਫਿਰ ਉਹਨਾਂ ਦੀਆਂ ਵੀ ਨਹੀਂ ਫਲॉप ਹੋਣੀਆਂ ਚਾਹੀਦੀਆਂ। ਸੋ ਉਹ ਵੀ ਵਿਹਲੇ ਨਹੀਂ ਬਹਿਣੇ ਚਾਹੀਦੇ। ਸੋ ਮੈਨੂੰ ਲੱਗਦਾ ਕਿ ਇੰਡਸਟਰੀ ਤੁਹਾਨੂੰ ਤੁਹਾਡੇ ਕੰਮ ਦੇ ਨਾਲ ਜਾਣੀ ਜਾਂਦੀ ਆ, ਤੇ ਤੁਹਾਡਾ ਕੰਮ ਜਿਹੜਾ ਤੁਹਾਡੇ ਲੋਕਾਂ ਨਾਲ ਤੁਹਾਡਾ ਪਿਆਰ ਤੇ ਤੁਸੀਂ ਉਹਨਾਂ ਨੂੰ ਕੀ ਦੇ ਰਹੇ ਆ। ਜੇ ਮੈਨੂੰ ਇਦਾਂ ਲੱਗਦਾ ਕਿ ਮੈਂ ਸ਼ੂਟਰ ਦੇ ਵਿੱਚ ਲੋਕਾਂ ਨੂੰ ਐਕਸੈਪਟ ਕਰਾਇਆ, ਫਿਰ ਮੇਰੇ ਕੰਮ 'ਚ ਇੰਨੀ ਇਮਾਨਦਾਰੀ ਹੋਣੀ ਚਾਹੀਦੀ ਕਿ ਲੋਕ ਉਸ ਕੰਮ ਨੂੰ ਐਪਰੀਸ਼ੀਏਟ ਕਰਨ, ਤਾਂ ਇੰਡਸਟਰੀ ਨਾਲ ਹੀ ਆ। ਜੇ ਲੋਕਾਂ ਨੇ ਨਹੀਂ ਕੀਤਾ, ਲੋਕਾਂ ਤੋਂ ਵੱਡਾ ਕੋਈ ਨਹੀਂ। ਜੇ ਦੁਨੀਆ ਨੇ ਕਹਿਤਾ ਕਿ ਨਹੀਂ ਇਹ ਵਧੀਆ ਨਹੀਂ ਆ, ਫਿਰ ਤਾਂ ਇੰਡਸਟਰੀ ਲੱਖ ਕਹੀ ਜਾਵੇ, ਤੇ ਜੇ ਲੋਕਾਂ ਨੇ ਕਹਿਤਾ ਵਧੀਆ, ਫਿਰ ਇੰਡਸਟਰੀ ਤਾਂ ਕਹਿੰਦੀ ਹੈ ਕਿ ਵਧੀਆ। ਪਰ ਜਿਵੇਂ ਕਈ ਵਾਰੀ ਹੁੰਦਾ ਕਿ ਤੁਸੀਂ ਗਲਤ ਨਹੀਂ ਹੁੰਦੇ ਉਸ ਜਗ੍ਹਾ ਤੇ, ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕੀ ਵਰਥ ਰੱਖਦੇ ਹੋ, ਜਾਂ ਇਹ ਚੀਜ਼ਾਂ ਤੁਹਾਡੇ ਤੇ ਸੋਹਣੀਆਂ ਲੱਗਣਗੀਆਂ ਸਕਰੀਨ ਤੇ ਜਾਂ ਨਹੀਂ ਸੋਹਣੀਆਂ ਲੱਗਣਗੀਆਂ, ਤੇ ਜਦੋਂ ਤੁਸੀਂ ਉੱਥੇ ਆਪਣੇ ਵੈਸੇ ਨੋ ਨੂੰ ਐਕਸੈਪਟੈਂਸ ਬਹੁਤ ਘੱਟ ਦਿੰਦੇ ਨੇ। ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਨਹੀਂ ਕਰਨਾ ਹੈਗਾ, ਤਾਂ ਲੋਕੀ ਤੁਹਾਡੇ ਤੱਕ ਕੰਮ ਲੈ ਕੇ ਆਉਣਾ ਜਾਂ ਅਪਰੋਚ ਕਰਨੇ ਬੰਦ ਕਰ ਦਿੰਦੇ ਨੇਗੇ। ਮੈਂ ਇਹਨਾਂ ਚੀਜ਼ਾਂ ਚੋਂ ਨਿਕਲ ਗਿਆ। ਮੈਨੂੰ ਇਦਾਂ ਲੱਗਦਾ ਕਿ ਮੈਂ ਨਾ ਜਦੋਂ ਪਹਿਲੀ ਸ਼ੂਟਰ ਫਿਲਮ ਕੀਤੀ ਸੀ, ਉਸ ਤੋਂ ਪਹਿਲਾਂ ਮੈਂ ਹਰ ਬੰਦੇ ਨੂੰ ਕਿਹਾ ਮੈਨੂੰ ਫਿਲਮ 'ਚ ਲੈ ਲਓ। ਹਰ ਬੰਦੇ ਨੂੰ ਕਿਹਾ। ਕੋਈ ਬੰਦਾ ਨਹੀਂ ਇੰਡਸਟਰੀ 'ਚ ਜਿਹਨੂੰ ਮੈਂ ਇਹ ਨਾ ਕਿਹਾ ਹੋਵੇ ਭਾਈ ਮੈਨੂੰ ਫਿਲਮ 'ਚ ਲੈ ਲਓ। ਕਿਸੇ ਨੇ ਨਹੀਂ ਲਿਆ। ਜਦੋਂ ਕਿਸੇ ਨੇ ਨਹੀਂ ਲਿਆ, ਫਿਰ ਉਸ ਤੋਂ ਬਾਅਦ ਹੁਣ ਜੇ ਆਉਂਦੇ ਵੀ ਨੇ ਤਾਂ ਮੈਨੂੰ ਫਰਕ ਨਹੀਂ ਪੈਂਦਾ ਜੇ ਮੈਂ ਕਿਸੇ ਨੂੰ ਮਨਾ ਕਰ ਦਿੰਦਾ। ਕਿ ਮੇਰਾ ਨਾ ਉਹਨਾਂ ਨੇ ਮੈਨੂੰ ਬਣਾਇਆ, ਨਾ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ, ਨਾ ਮੇਰਾ ਕਿਸੇ ਦਾ ਜੇ ਮੇਰੀ ਜ਼ਿੰਦਗੀ 'ਚ ਕਿਸੇ ਦਾ ਅਹਿਸਾਨ ਆ ਤਾਂ ਉਹ ਅਰਵਿੰਦਰ ਖਹਿਰਾ ਭਾਈ ਦਾ। ਜੇ ਮੈਂ ਕਹਾਂ, ਮੈਂ ਅਹਿਸਾਨ ਨੂੰ ਆਪਣੀ ਡੈਫੀਨੇਸ਼ਨ 'ਚ ਇੱਦਾਂ ਮੰਨਦਾ ਜਦੋਂ ਕੋਈ ਬੰਦਾ ਸੈਲਫਲੈਸਲੀ ਤੁਹਾਡੇ ਨਾਲ ਖੜ ਜਾਏ ਆ ਕੇ, ਜਿਹਦੇ 'ਚ ਉਹਦਾ ਕੋਈ ਵੀ ਮਤਲਬ ਨਾ ਹੋਵੇ 1%, ਤਾਂ ਉਹਦਾ ਉਸ ਬੰਦੇ ਦਾ ਅਹਿਸਾਨ ਆ, ਉਹਦੇ ਲਈ ਮੈਂ ਜ਼ਿੰਦਗੀ 'ਚ ਕੁਛ ਵੀ ਕਰ ਸਕਦਾ। ਉਸ ਤੋਂ ਬਿਨਾਂ ਇਸ ਦੁਨੀਆ 'ਚ ਜਾਂ ਇਸ ਇੰਡਸਟਰੀ 'ਚ ਕੋਈ ਵੀ ਐਸਾ ਬੰਦਾ ਨਹੀਂ ਹੈ ਜਿਹੜਾ ਬੰਦਾ ਮੈਨੂੰ ਐ ਸੈਲਫਲੈਸਲੀ ਆ ਕੇ ਕਹਿ ਦੇ ਕਿ ਇੱਦਾਂ। ਜਿੱਦਾਂ ਕੇਵੀ ਨੇ ਮੇਰੀ ਪਹਿਲੀ ਫਿਲਮ ਪ੍ਰੋਡਿਊਸ ਕੀਤੀ, ਮੈਂ ਹਮੇਸ਼ਾ ਸਾਰੀ ਜ਼ਿੰਦਗੀ ਉਹਦਾ ਥੈਂਕਫੁਲ ਰਹੂੰਗਾ ਕਿਉਂਕਿ ਉਹਨੇ ਕੀਤੀ, ਪਰ ਉਹਦੀ ਕੰਪਨੀ ਦਾ ਨਾਮ ਸੀ, ਇਸ ਕਰਕੇ ਮੈਂ ਉਹਨੂੰ ਸੈਲਫਲੈਸ ਨਹੀਂ ਗਿਣਦਾ। ਮੈਂ ਗਿਣਦਾ ਹੈ ਨਾ, ਪਰ ਉਹਦਾ ਅਹਿਸਾਨ ਹੈਗਾ ਉਹਦਾ ਵੀ, ਪਰ ਮੈਂ ਉਹਨੂੰ ਸੈਲਫਲੈਸ ਨਹੀਂ ਗਿਣਦਾ। ਹਾਂ ਠੀਕ ਆ, ਉਹਨੇ ਮੇਰੀ ਹੈਲਪ ਕੀਤੀ, ਮੈਂ ਵੀ ਹੈਲਪ ਕਰੂੰਗਾ ਜਿੰਨਾ ਮੈਂ ਕਰ ਸਕਦਾ ਆ। ਪਰ ਉਸ ਤੋਂ ਬਿਨਾਂ ਇਸ ਇੰਡਸਟਰੀ 'ਚ ਕੋਈ ਬੰਦਾ ਆਵੇ ਤਾਂ ਮੈਂ ਉਹਨੂੰ ਮਨਾ ਕਰਦਾ, ਮੈਨੂੰ ਰੁਪਈਏ ਦਾ ਫਰਕ ਨਹੀਂ। ਮੈਂ ਕਹਿ ਦਿੰਦਾ ਵੀ ਨਹੀਂ ਤੇ ਨਹੀਂ, ਕਿਉਂਕਿ ਮੈਂ ਕਿਸੇ ਨੇ ਮੈਨੂੰ ਬਣਾਇਆ ਨਹੀਂ, ਇਸ ਕਰਕੇ ਮੈਂ ਕਿਸੇ ਦੀ ਨਾਰਾਜ਼ਗੀ ਤੋਂ ਪਰੇਸ਼ਾਨ ਨਹੀਂ। ਮੇਰੀ ਲੋਕਾਂ ਨਾਲ ਸਹੀ ਰਹਿਣੀ ਚਾਹੀਦੀ ਆ। ਜਿਹੜੀ ਮੇਰੀ ਆਡੀਅנס, ਮੈਂ ਉਹਨਾਂ ਨਾਲ ਇਮਾਨਦਾਰ ਰਹਾਂ, ਆਪਣੇ ਕੰਮ 'ਚ ਇਮਾਨਦਾਰ ਰਹਾਂ। ਬਿਲਕੁਲ। ਇੰਸਟਾਗ੍ਰਾਮ ਦੇ ਫੋਲੋਅਰ ਤੇ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਜਿਹੜੇ ਵਿਊਜ਼ ਹੁੰਦੇ ਨੇ, ਉਹ ਆਰਟਿਸਟ ਨੂੰ ਕਿੰਨਾ ਕੰਮ ਦਿੰਦੇ ਨੇ? ਕਿਸੇ ਕੰਮ ਦੀ ਚੀਜ਼ ਨਹੀਂ ਗੀ ਉਹ, ਨਾ ਇੰਸਟਾਗ੍ਰਾਮ ਦੇ ਫੋਲੋਅਰ ਤੇ ਨਾ ਵਿਊ। ਮੇਰੇ ਸੁਣਨ 'ਚ ਆਇਆ ਸੀਗਾ ਕਿ ਪ੍ਰੋਡਿਊਸਰ ਕਿਸੇ ਵੀ ਆਰਟਿਸਟ ਨੂੰ ਸਾਈਨ ਕਰਨ ਲੱਗਿਆ ਪਹਿਲਾਂ ਉਹਦੇ ਫੋਲੋਅਰਸ ਦੇਖਦਾ ਵੀ ਜੇ 5 ਮਿਲੀਅਨ ਆ ਤਾਂ 2.5 ਤਾਂ ਦੇਖਣ ਜਾਣਗੇ। ਉਹ ਪ੍ਰੋਡਿਊਸਰ ਨਵੇਂ ਹੁੰਦੇ ਆ, ਉਹ ਪ੍ਰੋਡਿਊਸਰ ਬਿਲਕੁਲ ਹੀ ਨਵੇਂ। ਜਮੀ ਉਹਨਾਂ ਨੂੰ ਪਤਾ ਨਹੀਂ ਆ। ਜਿਹੜੇ ਪ੍ਰੋਡਿਊਸਰ ਹੁੰਦੇ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਇਹ ਆਰਟਿਸਟ ਹੈ, ਇਹਨੇ ਇਹ ਕੰਮ ਇੱਦਾਂ ਕਰਨਾ ਹੈ। ਜਿਹੜੇ ਇਦਾਂ ਦੇ ਪ੍ਰੋਡਿਊਸਰ ਹੁੰਦੇ ਉਹ ਆਪ ਨਹੀਂ ਹੁੰਦੇ, ਉਹਨਾਂ ਦੇ ਪਿੱਛੇ ਬੰਦੇ ਹੁੰਦੇ ਤੇ ਉਹਨਾਂ ਨੇ ਦਿਖਾਵਾ ਕਰਨਾ ਹੁੰਦਾ। ਦਿਖਾਵੇ 'ਚ ਕਦੀ ਨਹੀਂ ਕੁਛ ਹੁੰਦਾ। ਮੈਂ ਕਹਿੰਦਾ ਕਿ ਇੰਸਟਾਗ੍ਰਾਮ ਤੇ ਫੋਲੋਅਰ ਵਧਾਉਣੇ ਜਾਂ ਰੀਲਾਂ ਤੇ ਉਹਨਾਂ ਦੇ ਵਿਊ ਵਧਾਉਣੇ ਇਹ ਕੋਈ ਮੁਸ਼ਕਿਲ ਕੰਮ ਨਹੀਂ ਆ। ਪਰ ਜਿੱਥੇ ਤੁਸੀਂ ਆਪਣਾ ਆਰਟ ਦਿਖਾ ਰਹੇ ਹੋ, ਬਿਲਕੁਲ, ਜਿੱਥੇ ਤੁਸੀਂ ਆਪ ਦਾ ਕਿੱਤਾ ਦਿਖਾ ਰਹੇ ਹੋ, ਜਿਹੜੀ ਤੁਹਾਡੀ ਮਿਹਨਤ ਆ, ਉਹ ਤੁਸੀਂ ਇਦਾਂ ਵਿਅਰਥ ਨਹੀਂ ਕਰੋਗੇ ਕਿਤੇ ਪਾ ਦੇ ਯਾਰ, ਕੋਈ ਚੱਕਰ ਨਹੀਂ। ਤੁਸੀਂ ਉੱਥੋਂ ਕਮਾਉਣਾ ਹੈ, ਤੁਹਾਡਾ ਕੰਮ ਹੈ ਉਹ। ਬਿਲਕੁਲ। ਇੰਸਟਾਗ੍ਰਾਮ ਦੇ ਫੋਲੋਅਰ ਤੇ ਵਿਊ ਉਹ ਬੰਦੇ ਕਰ ਸਕਦੇ ਨੇ ਜਿਨ੍ਹਾਂ ਕੋਲ ਹੋਰ ਵੀ ਕੋਈ ਕੰਮ ਆ, ਤੁਸੀਂ ਉਹ ਕਰੋ ਕਿਉਂਕਿ ਤੁਹਾਨੂੰ ਲੱਗਦਾ ਇਹ ਸੈਕੰਡਰੀ ਹੈ, ਦਿਖਾਵਾ ਆਪਾਂ ਇੱਥੋਂ ਕਰ ਲੈਂਦੇ। ਮੈਨੂੰ ਇੱਦਾਂ ਲੱਗਦਾ ਮੈਂ ਬਹੁਤ ਘੱਟ ਐਕਟਿਵ ਹਾਂ, ਮੇਰੇ ਲਈ ਉਹ ਦਿਖਾਵਾ ਨਹੀਂ ਆ। ਮੈਂ ਉਹਨੂੰ ਇੱਦਾਂ ਨਹੀਂ ਮੰਨਦਾ। ਮੇਰੇ ਲਈ ਇੰਸਟਾਗ੍ਰਾਮ ਇਹ ਹੈ, ਮੇਰੀ ਕੋਈ ਚੀਜ਼ ਆਵੇ ਮੈਂ ਦੱਸਾਂ ਕਿ ਇਹ ਮੇਰੀ ਚੀਜ਼ ਆ ਰਹੀ ਹੈ, ਤੁਸੀਂ ਇਹਨੂੰ ਦੇਖਿਓ, ਤੁਸੀਂ ਇਹਨੂੰ ਪਿਆਰ ਦਿਓ, ਦੈਟਸ ਇਟ। ਤੇ ਜਿਹੜੇ ਲੋਕ ਇੱਦਾਂ ਅਟਰੈਕਟ ਹੁੰਦੇ ਨੇ ਉਹ ਮੇਰੀ ਜ਼ਿੰਦਗੀ 'ਚ ਨਹੀਂ ਆਏ ਹਜੇ, ਜਿਹੜੇ ਮੈਨੂੰ ਕਹਿਣ ਭਾਜੀ ਤੁਹਾਡੇ ਇੰਨੇ ਮਿਲੀਅਨ ਫੋਲੋਅਰ ਨੇ, ਤੁਹਾਡੇ ਨਾਲ ਕੰਮ ਕਰਨਾ। ਮੈਨੂੰ ਹਮੇਸ਼ਾ ਇੱਦਾਂ ਦੇ ਲੋਕ ਮਿਲਦੇ ਜਿਹੜੇ ਮੈਨੂੰ ਕਹਿੰਦੇ ਭਾਜੀ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ ਤੇ ਤੁਸੀਂ ਕੰਮ ਵਧੀਆ ਕਰਦੇ। ਉਹ ਕਹਿੰਦੇ ਨੇ ਇੱਦਾਂ। ਹਾਲਾਂਕਿ ਮੈਂ ਇੱਥੇ ਸੋਚਦਾ ਮੈਂ ਸਿੱਖਦਾ ਪਿਆ। ਜਿੱਦਾਂ ਪ੍ਰੋਡਿਊਸਰਸ ਦੀ ਗੱਲ ਸ਼ੁਰੂ ਹੋਈ ਤੇ ਜਿੱਦਾਂ 2 ਪ੍ਰੋਡਿਊਸਰਸ ਨੇ ਜਿਹੜੇ ਮੈਨੂੰ ਬਹੁਤ ਘੈਂਟ ਲੱਗਦੇ ਇੰਡਸਟਰੀ 'ਚ। ਬਾਕੀ ਸਾਰੇ ਲੋਕ ਸੋਚ ਕੇ ਜਿੱਦਾਂ ਤੋਲ ਕੇ ਕੰਮ ਕਰਦੇ ਆ ਕਿ ਇੰਨੇ 'ਚ ਐਂ ਕਰ ਲਓ, ਇੰਨੇ 'ਚ ਐਂ ਕਰ ਲਓ ਤੇ ਅਸੀਂ ਸੇਫ ਹੋ ਜਾਵਾਂਗੇ। ਉੱਦਾਂ ਕੰਮ ਨਹੀਂ ਕਦੀ ਵੀ ਹੋਊਗਾ। ਜਿੱਦਾਂ ਅਤੁਲ ਭੱਲਾ ਜੀ ਨੇ, ਬਹੁਤ ਘੈਂਟ ਬੰਦੇ ਨੇ, ਦਿਲਜੀਤ ਹਿੰਦ ਜੀ ਨੇ, ਕਿੱਡੇ ਘੈਂਟ ਕੰਮ ਕਰ ਰਹੇ ਨੇ। ਮੈਂ ਉਹਨਾਂ ਨਾਲ ਕੰਮ ਨਹੀਂ ਕੀਤਾ ਨਾ, ਮੈਂ ਇੱਦਾਂ ਕਦੀ ਸੋਚਿਆ ਕਿ ਕਿਉਂਕਿ ਉਹਨਾਂ ਨੇ ਆਪਣਾ ਇੱਕ ਮੁਕਾਮ ਬਣਾਇਆ, ਉਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਨੇ। ਪਰ ਇੱਦਾਂ ਦੇ ਪ੍ਰੋਡਿਊਸਰਸ ਆਉਣੇ ਚਾਹੀਦੇ ਨੇ ਜਿਹੜੇ ਆਰਟਿਸਟ 'ਤੇ ਬਿਲੀਵ ਕਰਨ। ਬਿਲਕੁਲ। ਜਿਹੜੇ ਆਰਟਿਸਟ ਦੀ ਕ੍ਰੀਏਟੀਵਿਟੀ 'ਤੇ ਇਹ 'ਚ ਇਕੁਅਲੀ ਕਸੂਰ ਹੁੰਦਾ ਪ੍ਰੋਡਿਊਸਰ ਦਾ ਵੀ ਤੇ ਆਰਟਿਸਟ ਦਾ ਵੀ, ਕਿਉਂਕਿ ਆਰਟਿਸਟ ਪਹਿਲਾਂ ਹੀ ਜਿਨ੍ਹਾਂ ਨੂੰ ਮਿਲੇ ਉਹਨਾਂ ਨੇ ਵਰਤੇ ਬਹੁਤ ਹੁੰਦੇ ਨੇ। ਉਹ ਗਲਤ ਕੰਮਾਂ 'ਚ ਪੈਸੇ ਲਵਾ ਦਿੰਦੇ ਨੇ ਗਲਤ, ਫਿਰ ਉਹ ਪ੍ਰੋਡਿਊਸਰ ਡਰ ਜਾਂਦੇ ਨੇ। ਸੋ ਇੱਦਾਂ ਕਰਕੇ ਫਿਰ ਉਹ ਕੋਈ ਰੀਅਲ ਟੈਲੈਂਟ ਤੱਕ ਪਹੁੰਚ ਹੀ ਨਹੀਂ ਪਾਉਂਦੇ ਤੇ ਅਸਲੀ ਚੀਜ਼ ਤੱਕ ਪਹੁੰਚ ਨਹੀਂ ਪਾਉਂਦੇ। ਪਰ ਫਿਰ ਹੌਲੀ ਹੌਲੀ ਕਰਕੇ ਪਤਾ ਲੱਗ ਜਾਂਦਾ।
ਮਿਡਲ ਕਲਾਸ ਬॉय ਤੋਂ ਪੋਸਟਰ ਰਿਲੀਜ਼ ਹੋਇਆ ਦੁਰਲਭ ਦਾ, ਜੀ ਉਹਦੇ ਤੇ ਆਪਾਂ ਗੱਲ ਕਰ ਸਕਦੇ ਹਾਂ? ਹਾਂਜੀ ਬਿਲਕੁਲ ਕਰ ਸਕਦੇ ਹਾਂ। ਦੁਰਲਭ ਇੱਕ ਫਿਲਮ ਆ ਜਿਹੜੀ ਮੇਰੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਆ। ਮੈਂ ਉਸ ਫਿਲਮ ਨੂੰ ਬਹੁਤ ਪੈਸ਼ਨੇਟਲੀ ਬਣਾਉਂਗਾ, ਉਸ ਪ੍ਰੋਜੈਕਟ ਨੂੰ ਮੈਂ ਉਹਦੇ ਤੇ ਕੰਮ ਕਰ ਰਿਹਾ। ਉਹਦੀ ਸਟੋਰੀ ਸਾਡੀ ਡਨ ਆ, ਉਹਦੀ ਜਲਦੀ ਸ਼ੂਟ ਕਰਨਾ ਮੈਂ। ਤੇ ਉਹ ਫਿਲਮ ਜਿਹੜੀ ਹੈ, ਉਹ ਫਿਲਮ ਮੈਨੂੰ ਇਦਾਂ ਲੱਗਦਾ ਕਿ ਉਹਦੇ 'ਚ ਮੇਰੀ ਵਨ ਆਫ ਦੀ ਬੈਸਟ ਪਰਫਾਰਮੈਂਸ। ਹਜੇ ਤਾਂ ਮੈਂ ਇੱਕ ਹੀ ਫਿਲਮ ਕੀਤੀ, ਦੂਜੀ ਚੋਬਰ ਕੀਤੀ ਵੈਸੇ, ਪਰ ਆਉਣ ਵਾਲੀਆਂ 5 ਫਿਲਮਾਂ ਤੋਂ ਵੀ ਪਹਿਲਾਂ ਐਡਵਾਂਸ ਕਹਿ ਦਿੰਦਾ ਕਿ ਉਹਦੇ 'ਚ ਇੰਨਾ ਵਧੀਆ ਕੋਸ਼ਿਸ਼ ਆ ਮੇਰੀ ਕਿ ਮੈਂ ਇੰਨਾ ਵਧੀਆ ਕੰਮ ਕਰਾਂ ਉਸ ਫਿਲਮ ਦੇ ਵਿੱਚ। ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਦੁਰਲਭ ਵੀ ਗੈਂਗਸਟਰ ਸੀਗੇ ਤਾਂ ਉਹਦੀ ਜ਼ਿੰਦਗੀ ਦਾ ਜਿੱਦਾਂ ਜ਼ਰੂਰੀ, ਜਿੱਦਾਂ ਸ਼ੂਟਰ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਅਸਲ 'ਚ ਨਹੀਂ ਹੋਈਆਂ ਸੀ, ਜਦੋਂ ਤੁਸੀਂ ਫਿਲਮ 'ਚ ਦਿਖਾਉਂਦੇ ਹੋ ਉੱਦਾਂ ਨਹੀਂ ਹੁੰਦਾ ਨਾ। ਤਾਂ ਉਹਨਾਂ ਦੀ ਦੁਰਲਭ ਦੀ ਜ਼ਿੰਦਗੀ ਸਿਰਫ 2-3 ਸਾਲ ਦੀ ਆ। ਉਸ ਤੋਂ ਬਾਅਦ ਉਹ ਹੈ ਨਾ 2020 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਹੋ ਗਿਆ। ਜੇ ਤੁਸੀਂ ਉਹਨਾਂ ਦੀ ਵੀਡੀਓਜ਼ ਦੇਖੋਗੇ, ਉਹਨਾਂ ਦਾ ਨਾਮ ਹੋਣ ਦਾ ਕਾਰਨ ਕੁਝ ਹੋਰ ਆ। ਉਹ ਫਿਲਮ ਕਰਨ ਦਾ ਕਾਰਨ ਹੀ ਇਹ ਹੈ, ਜਿਹੜੀ ਤੁਸੀਂ ਇੰਸਟਾਗ੍ਰਾਮ ਦੀ ਗੱਲ ਕੀਤੀ ਸੀ ਕਿ ਵਿਊ ਦੇਖ ਕੇ ਲੋਕ ਅਟਰੈਕਟ ਹੁੰਦੇ ਨੇ। ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਸੀ ਇਸ ਚੀਜ਼ ਤੋਂ। ਅੱਛਾ। ਹਾਂ, ਉਹਨਾਂ ਦਾ ਇਸ ਲਾਈਨ ਦੇ ਵਿੱਚ ਆਉਣਾ ਉਸ ਚੀਜ਼ ਤੋਂ ਪ੍ਰਭਾਵਿਤ ਸੀ। ਸੋ ਉਹ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਤੋਂ ਜ਼ਿਆਦਾ ਇੱਕ ਮੈਸੇਜ ਬਹੁਤ ਵੱਡਾ ਜਾਊਗਾ। ਤੇ ਇਹ ਹਿੰਦੀ 'ਚ ਆ ਰਹੀ ਹੈ? ਹਾਂਜੀ, ਉਹ ਹਿੰਦੀ ਫਿਲਮ ਆ। ਉਹ ਹਿੰਦੀ ਫਿਲਮ ਆ। ਮਨੀਸ਼ ਭੱਟ ਉਹਨਾਂ ਨੂੰ ਡਾਇਰੈਕਟ ਕਰ ਰਹੇ ਨੇ ਐਂਡ ਰਾਈਟਰਸ ਐਂਡ ਪ੍ਰੋਡਿਊਸਰਸ ਸਰਪ੍ਰਾਈਜ਼ ਹੀ ਨੇ। ਅੱਛਾ। ਹਾਂਜੀ। ਤੇ ਆਖਰੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਹਰ ਬੰਦਾ ਕਹਿੰਦਾ ਵੀ ਇੱਕ ਦੂਜੇ ਨੂੰ ਜੱਜ ਨਾ ਕਰੋ, ਤੁਹਾਨੂੰ ਜੱਜ ਹੋਣ ਤੋਂ ਡਰ ਲੱਗਦਾ? ਬਿਲਕੁਲ ਨਹੀਂ ਲੱਗਦਾ ਮੈਨੂੰ। ਮੇਰੇ ਆਪਣੇ ਅੰਦਰ ਦਿਲ 'ਚ ਮੇਰੇ ਐਨ ਵਧੀਆ ਰਹਿਣਾ ਚਾਹੀਦਾ, ਮੈਂ ਖੁਸ਼ ਰਹਿਣਾ ਚਾਹੀਦਾ, ਮੇਰੀ ਮੰਮੀ ਖੁਸ਼ ਰਹਿਣੀ ਚਾਹੀਦੀ ਹੈ। ਠੀਕ ਹੈ, ਮੈਂ ਤੇ ਮੇਰੀ ਮੰਮੀ ਖੁਸ਼, ਤਾਂ ਉਸ ਤੋਂ ਬਾਅਦ ਮੈਨੂੰ ਕੋਈ ਵੀ ਬੰਦਾ ਕੁਛ ਵੀ ਕਵੇ, ਮਤਲਬ ਮੈਂ ਗਲਤ ਨਹੀਂ ਆ। ਇਹ ਨਹੀਂ ਜੇ ਮੈਂ ਗਲਤੀ ਕਰਕੇ ਕਹਾਂ ਮੈਨੂੰ ਗਲਤ ਕਹਿ ਰਹੇ, ਨਹੀਂ। ਜੋ ਤੁਸੀਂ ਸਹੀ ਕੰਮ ਕਰਦੇ ਆ, ਤੁਹਾਨੂੰ ਕੋਈ ਵੀ ਇੱਦਾਂ ਨਜਾਇਜ਼ ਜੱਜ ਕਰਦਾ ਨਹੀਂ, ਪਹਿਲੀ ਗੱਲ ਇਹ ਹੈ ਨਾ। ਤੇ ਮੈਂ ਇਸ ਚੀਜ਼ ਦੇ ਨਾਲ ਬਿਲਕੁਲ ਵੀ ਪ੍ਰਭਾਵਿਤ ਜਾਂ ਮੈਨੂੰ ਕੋਈ ਇੰਪੈਕਟ ਨਹੀਂ ਪੈਂਦਾ ਕਿ ਇਸ ਚੀਜ਼ ਨਾਲ ਇੰਪੈਕਟ ਪਾਉਣਾ ਚਾਹੀਦਾ ਵੀ ਨਹੀਂ, ਕਿਉਂਕਿ ਇਹਦੇ ਨਾਲ ਪਾ ਕੇ ਤੁਸੀਂ ਨਾ ਆਉਣ ਵਾਲਾ ਕੱਲ੍ਹ ਸੁਧਾਰ ਸਕਦੇ ਆ, ਨਾ ਗਿਆ ਹੋਇਆ ਕੱਲ੍ਹ ਸੁਧਾਰ ਸਕਦੇ ਆ। ਸੋ ਇਸ ਚੀਜ਼ ਦਾ ਇੰਪੈਕਟ ਦੇ ਨਾਲ ਸਿਰਫ ਤੁਹਾਡੀ ਜ਼ਿੰਦਗੀ 'ਚ ਜੋ ਅੱਜ ਚੱਲ ਰਿਹਾ ਉਹ ਖਰਾਬ ਹੋਣਾ। ਸੋ ਮੈਂ ਨਹੀਂ ਪੈਣ ਦਿੰਦਾ ਇੰਪੈਕਟ। ਸੋ ਇਹ ਸਾਲ ਦੇ ਕੁਛ ਕੁ ਮਹੀਨੇ ਬਾਕੀ ਨੇ, ਅੱਧਾ ਸਾਲ ਲੰਘ ਗਿਆ। ਸੋ ਤੁਸੀਂ ਖਾਸ ਕੁਛ ਇਸ ਸਾਲ ਦੇ ਲਈ ਪਲਾਨ ਕੀਤਾ ਹੋਇਆ? ਇੱਕ ਤੇ ਚੋਬਰ ਆ ਰਹੀ ਹੈ, ਹਾਂ ਅਕਤੂਬਰ 'ਚ ਆ ਰਹੀ ਹੈ ਉਹ, ਤੇ ਇੱਕ ਫਿਲਮ ਹੋਰ ਆ। ਉਹ ਫਿਲਮ ਮੈਂ ਖੁਦ ਲਿਖੀ ਹੈ। ਅੱਛਾ। ਬੇਸਿਕਲੀ ਉਹ ਰੋਮਾਂਟਿਕ ਫਿਲਮ ਆ। ਤਾਂ ਮੇਰੀ ਆਪਣੀ ਰੋਮਾਂਟਿਕ ਫਿਲਮ, ਮਤਲਬ ਮੇਰੀ ਆਪਦੀ ਕਹਾਣੀ ਆ। ਅੱਛਾ। ਸੋ ਮੇਰੀ ਉਹ ਕਹਾਣੀ ਆ। ਉਹ ਠੀਕ ਹੈ। ਕਿ ਮੈਂ ਜਦੋਂ ਕਰਾਟੇ ਕਰਦਾ ਸੀ, ਸਟੰਟ ਕਰਦਾ ਸੀ, ਫਿਰ ਸਟੰਟ ਮੀਨੀਆ 'ਚ ਗਿਆ, ਫਿਰ ਫਿਲਮ ਕੀਤੀ, ਫਿਰ ਟਸ਼ਨ ਦਾ ਪੈਕ ਕੀਤਾ, ਫਿਰ ਗਾਣੇ ਕੀਤੇ, ਫਿਰ ਫਿਲਮ ਕੀਤੀ। ਤੇ ਇਹਦੇ ਨਾਲ ਇੱਕ ਬੰਦੇ ਦੀ ਲਵ ਸਟੋਰੀ ਸੀ ਜਿਹੜੀ ਨਹੀਂ ਆ, ਪਰ ਉਹ ਕਿੱਦਾਂ ਸੀ, ਉਹ ਬਹੁਤ ਮੈਨੂੰ ਆਪਦੇ ਆਪ ਨੂੰ ਐਂ ਲੱਗਦਾ ਯਾਰ ਬੜੀ ਇੰਟਰਸਟਿੰਗ ਸੀ। ਸੋ ਉਹ ਇੱਕ ਕਹਾਣੀ ਆ, ਉਹ ਕਰਨੀ ਆ ਮੈਂ ਫਿਲਮ। ਉਹ ਮੇਰੀ ਕੋਸ਼ਿਸ਼ ਮੈਂ ਇਸੇ ਸਾਲ ਗੱਲ। ਚੋਬਰ ਮੈਂ ਸਕਿਪ ਕਰਤਾ, ਉਹਦੇ ਪੋਸਟਰ ਤੇ ਮੌਤ ਦਾ ਖੂਹ ਆ, ਤਾਂ ਮੈਨੂੰ ਯਾਦ ਆ ਗਿਆ ਅਸੀਂ ਛਪਾਰ ਦੇ ਮੇਲੇ ਜਾਂਦੇ ਹੁੰਦੇ ਸੀ ਛੋਟੇ ਹੁੰਦੇ, ਤੇ ਮੈਂ ਪਹਿਲੀ ਵਾਰੀ ਤੇ ਆਖਰੀ ਵਾਰ ਉੱਥੇ ਹੀ ਦੇਖਿਆ ਸੀਗਾ ਨਾ। ਓਕੇ। ਸੋ ਇਹਦੇ ਵਿੱਚ ਕੀ ਹੋਊਗਾ ਖਾਸ, ਜਾਂ ਕੀ ਪਲਾਟ ਆ ਫਿਲਮ ਦਾ ਇਹਦਾ? ਇਸ ਫਿਲਮ ਨੂੰ ਕਰਨ ਦਾ ਕਾਰਨ ਸਭ ਤੋਂ ਵੱਡਾ ਇਹ ਸੀਗਾ ਕਿ ਮੌਤ ਦੇ ਖੂਹ ਦੇ ਉੱਤੇ ਨਾ ਕੋਈ ਫਿਲਮ ਆਈ ਹੋਈ ਨਹੀਂ ਅੱਜ ਤੱਕ। ਜੇ ਕੋਈ ਫਿਲਮ ਦਿਖਾਇਆ ਗਿਆ ਤਾਂ ਉਹਦੇ 'ਚ ਕਦੀ ਵੀ ਉਹ ਆਰਟਿਸਟ, ਜਿਹੜਾ ਵੀ ਆਰਟਿਸਟ ਹੀਰੋ ਉਸ ਫਿਲਮ ਦਾ, ਉਹਨੇ ਕਦੀ ਉਹਦੇ 'ਚ ਚਲਾਇਆ ਨਹੀਂ। ਸੋ ਇੱਕ ਉਸ ਰਾਈਡਰ ਦੀ ਕਹਾਣੀ ਆ, ਉਸ ਬੰਦੇ ਦੀ ਕਹਾਣੀ ਆ ਜਿਹੜਾ ਕੰਮ ਘਰ ਦੇ ਵਿੱਚ ਉੱਠਿਆ ਸੀ, ਉਹਦੇ ਨਾਲ ਇਹ ਚੀਜ਼ ਜੋੜੀ ਆ ਤਾਂ ਕਿ ਉਸ ਇੱਕ ਪੰਜਾਬੀ ਸਿਨੇਮੇ ਨੂੰ ਇੱਕ ਨਵੀਂ ਚੀਜ਼ ਮਿਲੇ, ਤਾਂ ਕਿ ਬਾਲੀਵੁੱਡ ਦੇ ਵਿੱਚ ਬੈਠਾ ਕੋਈ ਬੰਦਾ ਦੇਖੇ ਤਾਂ ਉਹ ਕਹੇਗੀ ਯਾਰ ਵਾਹ ਕੀ ਚੀਜ਼ ਬਣਾਈ ਆ। ਸੋ ਉਹਦੇ ਨਾਲ ਲਿੰਕਡ ਕਹਾਣੀ ਆ, ਇੱਕ ਮਾਂ ਤੇ ਪੁੱਤ ਦੀ ਕਹਾਣੀ ਆ ਬੇਸਿਕਲੀ ਇਹ। ਅੱਛਾ। ਤੇ ਇਹ ਇਮੋਸ਼ਨਲ ਵੀ ਕਹਿ ਸਕਦੇ ਹੋ ਤੁਸੀਂ, ਐਂਡ ਬਾਕੀ ਮੈਂ ਜ਼ਿਆਦਾ ਦੱਸ ਦੇਣਾ ਤੁਹਾਨੂੰ ਫਿਲਮ ਬਾਰੇ ਫਿਰ ਜੇ ਕਹਿ ਤਾ। ਇਹ ਵੀ ਮਨੀਸ਼ ਉਹਨਾਂ ਨੇ ਡਾਇਰੈਕਟ ਕੀਤੀ? ਇਹ ਹਾਂਜੀ ਮਨੀਸ਼ ਭੱਟ ਉਹਨਾਂ ਨੇ ਡਾਇਰੈਕਟ ਕੀਤੀ। ਉਹ ਬਹੁਤ ਟੈਲੈਂਟਡ, ਉਹ ਖੁਦ ਹੀ DOP ਨੇ, ਖੁਦ ਹੀ ਡਾਇਰੈਕਟਰ ਨੇ, ਤੇ ਉਹ ਬਹੁਤ ਪੈਸ਼ਨੇਟ। ਐਂਡ ਹੋਰ ਇਸ ਫਿਲਮ ਦੇ ਵਿੱਚ ਖਾਸ ਮੌਤ ਦਾ ਖੂਹ ਹੈ, ਇੱਕ ਸਰਪ੍ਰਾਈਜ਼ ਹੈ। ਉਹ ਗੁਰੀ ਹੈ ਜਿਹੜਾ, ਉਹਨੇ ਬਹੁਤ ਬਾਕਮਾਲ ਕੰਮ ਕੀਤਾ। ਕਿਆ ਹੀ ਕੰਮ ਕੀਤਾ ਉਹ। ਹੀ ਇਜ਼ ਵੈਰੀ ਟੈਲੈਂਟਡ। ਮੈਂ ਚਾਹੁੰਦਾ ਐਂਡ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਕਿ ਉਸ ਬੱਚੇ ਨੂੰ ਜ਼ਰੂਰ ਸਪੋਰਟ ਕਰਿਓ, ਉਹਨੇ ਬਹੁਤ ਅੱਗੇ ਜਾਣਾ। ਜੇ ਉਹ ਪਿੱਛੇ ਰਿਹਾ ਤਾਂ ਸਿਰਫ ਇਸ ਗੱਲ ਕਰਕੇ ਪਿੱਛੇ ਰਹੂਗਾ ਕਿ ਕੋਈ ਹੋਰ ਉਹਨੂੰ ਅੱਗੇ ਨਹੀਂ ਆਉਣ ਦਊਗਾ, ਨਹੀਂ ਤਾਂ ਉਹ ਪਿੱਛੇ ਨਹੀਂ ਰਹਿ ਸਕਦਾ, ਕਿਉਂਕਿ ਉਹਦੇ ਮੰਮੀ ਡੈਡੀ ਇਸ ਲਾਈਨ ਤੋਂ ਨਹੀਂ ਗਏ। ਉਹ ਇਕੱਲਾ ਹੀ ਹੈ ਨਾ ਵਿਚਾਰਾ। ਉਹਨੇ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ, ਸੌਂਕਣ ਸੌਂਕਣੇ, ਤੀਜਾ ਪੰਜਾਬ ਮੇਰੇ ਨਾਲ, ਫਿਰ ਇੱਕ ਹੋਰ ਫਿਲਮ ਆ ਰਹੀ ਗਿੱਪੀ ਬਾਈ ਦੀ, ਉਹਨਾਂ ਦੇ ਵਿੱਚ ਵੀ ਆ। ਤਾਂ ਉਹ ਬੱਚਾ ਅੱਗੇ ਜਾਣਾ ਹੀ ਚਾਹੀਦਾ। ਇਜ਼ ਵੈਰੀ ਟੈਲੈਂਟਡ। ਸੋ ਆਖਿਰ ਤੇ ਕੁਝ ਕਹਿਣਾ ਚਾਹੋਗੇ ਤੁਸੀਂ ਆਪਣੇ ਵੱਲੋਂ? ਮੈਂ ਇੰਨਾ ਕੁਝ ਕਹਿਤਾ ਐਂਡ ਮੈਨੂੰ ਇਦਾਂ ਲੱਗਦਾ ਕਿ ਮੈਂ ਹੱਲੇ ਵੀ ਕੁਝ ਵੀ ਇਦਾਂ ਦਾ ਕੁਝ ਕਹਿਣ ਦੇ ਲਾਇਕ ਨਹੀਂ ਹੈਗਾ। ਫਿਟਨੈਸ ਤੇ ਜ਼ਰੂਰ ਮੈਂ ਚਾਹੁੰਦੀ ਹਾਂ ਕਿ ਕੁਝ ਕਹਿ ਕੇ ਜਾਓ। ਜੇ ਤੁਸੀਂ ਵੈਜੀਟੇਰੀਅਨ ਹੁੰਦੇ ਹੋ ਨਾ, ਤੁਸੀਂ ਫਿੱਟ ਹੀ ਹੁੰਦੇ ਆ।
ਨਹੀਂ ਇਦਾਂ ਨਹੀਂ ਹੁੰਦਾ ਭਾਜੀ, ਮੈਂ ਨਾਨ ਵੈਜੀਟੇਰੀਅਨ ਆ ਪਰ ਮੈਂ ਬਹੁਤ ਰੇਅਰ ਖਾਂਦੀ ਆ ਮਤਲਬ ਨਾਨ ਵੈਜ ਕਿਤੇ ਹੀ, ਪਰ ਮੈਨੂੰ ਲੱਗਦਾ ਨਹੀਂ ਹੁੰਦਾ ਵੀ ਅਸੀਂ ਫਿੱਟ ਆ। ਨਹੀਂ ਇਹ ਬੇਸਿਕਲੀ ਮੈਟਾਬੋਲਿਕ ਰੇਟ ਆ ਨਾ ਜਿਹੜਾ ਬੰਦਾ ਉਹਦਾ ਫਾਸਟ, ਮੇਰਾ ਬਹੁਤ ਫਾਸਟ ਆ ਐਂਡ ਉੱਤੋਂ ਮੈਂ ਖਾਣਾ ਬਹੁਤ ਜ਼ਿਆਦਾ ਘੱਟ ਆ। ਇਹ ਆਦਤ ਮੈਨੂੰ ਇੱਥੇ ਆ ਕੇ ਪਈ ਹੈ ਜਦੋਂ ਮੈਂ ਚੰਡੀਗੜ੍ਹ ਆਇਆ, ਕਿਉਂਕਿ ਮੈਨੂੰ ਪਤਾ ਮੈਂ ਤਾਂ ਇੱਕ ਚਾਹ ਪੀ ਕੇ ਨਾਲ ਮੱਠੀ ਖਾ ਕੇ ਸਾਰਾ ਦਿਨ ਸ਼ੂਟ ਕਰ ਦਿੰਦਾ ਸੀ। ਮੈਨੂੰ ਆਦਤ ਆ ਤੇ ਜਦੋਂ ਮੈਂ ਫਿਲਮ ਦਾ ਵੀ ਸ਼ੂਟ ਕਰਦਾ ਤੇ ਮੈਂ ਉਸੇ ਜ਼ੋਨ 'ਚ ਹੀ ਰਹਿਣਾ। ਅੱਛਾ, ਕਿ ਬਸ ਚਾਹ ਪੀ ਲਈ, ਮੱਠੀ ਖਾ ਲਈ, ਡਨ ਹੈ, ਸਾਰਾ ਦਿਨ ਆਪਾਂ ਕੱਢ ਦੇਣਾ ਹੈ। ਉਹ ਫਿਰ ਉਹ ਆਦਤ ਬਣ ਗਈ ਬਾਡੀ ਦੀ। ਹੁਣ ਮੇਰੀ ਮੰਮੀ ਮੈਨੂੰ ਗਾਲਾਂ ਕੱਢਦੇ, ਤੂੰ ਖਾਂਦਾ ਨਹੀਂ ਹੈ, ਤੂੰ ਤੇਰੀਆਂ ਬਾਚੀਆਂ ਨਿਕਲੀਆਂ, ਇਦਾਂ ਹੀ ਬੋਲਦੇ ਨੇ ਹਨਾ। ਮੈਂ ਕਿਹਾ ਕਿ ਹੁਣ ਇੱਕ ਲਾਈਨ ਹੀ ਇਦਾਂ ਦੀ ਹੈ, ਇਹਦੇ 'ਚ ਆਪਾਂ ਨਹੀਂ ਕਰ ਸਕਦੇ। ਪਰ ਜੇ ਤੁਸੀਂ ਮੈਨੂੰ ਲੱਗਦਾ ਨੋਰਮਲ ਵਾਕ ਵੀ ਕਰ ਲੈਂਦੇ ਆ ਬੰਦਾ ਦਿਨ 'ਚ ਇੱਕ, ਤਾਂ ਇਨਫ ਹੁੰਦੀ ਆ ਬੰਦੇ ਨੂੰ ਫਿਟ ਰਹਿਣ ਲਈ। ਤੁਸੀਂ ਖੁਸ਼ ਹੋ ਆਪਣੀ ਲਾਈਫ ਤੋਂ, ਸੈਟੀਸਫਾਈਡ ਹੋ? 100%। ਮਤਲਬ ਜੇ ਇੱਕ ਬੱਚਾ, ਮੈਂ ਇਸ ਕਰਕੇ ਨਹੀਂ ਮੈਂ ਕੰਮ ਕਰ ਰਿਹਾ ਮੈਨੂੰ ਲੋਕ ਜਾਣਦੇ, ਇਸ ਗੱਲ ਕਰਕੇ ਨਹੀਂ। ਜੇ ਇੱਕ ਬੱਚਾ ਆਪਦੇ ਘਰਦਿਆਂ ਨੂੰ ਖੁਸ਼ ਰੱਖ ਸਕਦਾ, ਆਪਦੇ ਮਾਂ-ਪਿਓ ਨੂੰ ਖੁਸ਼ ਰੱਖ ਸਕਦਾ ਹਨਾ, ਤੇ ਉਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ। ਸਿਰਫ ਇਸ ਗੱਲ ਤੋਂ ਮੇਰੀ ਮੰਮੀ ਖੁਸ਼ ਨਹੀਂ ਹੈਗੇ ਕਿ ਤੂੰ ਵਿਆਹ ਪਤਾ ਨਹੀਂ ਕਦੋਂ ਕਰਾਏਗਾ, ਬਸ ਇਸ ਗੱਲ ਨੂੰ ਛੱਡ ਕੇ ਉਹਨਾਂ ਨੂੰ, ਮੈਨੂੰ ਨਹੀਂ ਲੱਗਦਾ ਬਾਬਾ ਜੀ ਦੀ ਕਿਰਪਾ ਨਾਲ ਮੈਂ ਕੋਈ ਇੱਦਾਂ ਦੀ ਕੋਈ ਕੰਮ ਕਰਦਾ ਜ਼ਿੰਦਗੀ 'ਚ ਜਾਂ ਉਹਨਾਂ ਨੂੰ ਕੋਈ ਦੁੱਖ ਦਿੰਦਾ। ਸੋ ਉਹਨਾਂ ਦੀ ਖੁਸ਼ੀ ਦੇ ਨਾਲ ਮੈਨੂੰ ਬਹੁਤ ਵਧੀਆ ਲੱਗਦਾ। ਤੇ ਇੱਕ ਦੂਜੀ ਗੱਲ, ਜਦੋਂ ਮੈਂ ਆਪਣਾ ਜੋ ਜ਼ਿੰਦਗੀ 'ਚ ਕਰਨਾ ਚਾਹੁੰਦਾ ਮੈਂ ਉਹ ਕਰ ਰਿਹਾ ਤੇ ਉਹਦੇ ਵਿੱਚ ਹੀ ਮਿਹਨਤ ਕਰ ਰਿਹਾ। ਬਿਲਕੁਲ। ਤੇ ਮੈਂ ਕਹਿੰਦਾ ਮੇਰੇ ਤੋਂ ਕਿਸਮਤ ਵਾਲਾ ਤੇ ਮੇਰੇ ਤੋਂ ਖੁਸ਼ ਬੰਦਾ ਫਿਰ ਕੌਣ ਹੋ ਸਕਦਾ। ਬਹੁਤ ਚੰਗਾ ਲੱਗਿਆ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਗਵਾਹ ਤੁਹਾਡੀ ਪੂਰੀ ਜਰਨੀ ਦੇ ਤੇ ਹੋਪ ਸੋ ਅੱਗੇ ਵੀ ਤੁਹਾਡੇ ਵਧੀਆ ਪ੍ਰੋਜੈਕਟ, ਵਧੀਆ ਕੰਮ ਜੋ ਵੀ ਤੁਸੀਂ ਕਰੋ, ਚਾਹੇ ਉਹ ਤੁਸੀਂ ਬਤੌਰ ਅਦਾਕਾਰ ਕਰੋ, ਬਤੌਰ ਲੇਖਕ ਕਰੋ, ਜਾਂ ਹੋਰ ਅਗਰ ਤੁਸੀਂ ਤੁਹਾਡੇ ਮਨ ਦੀ ਕੋਈ ਇੱਛਾ ਹੋਵੇ ਅੱਗੇ ਜਾ ਕੇ ਕੋਈ ਕੰਮ ਕਰਨ ਦਾ, ਤਾਂ ਉਹ ਹਮੇਸ਼ਾ ਹੀ ਵਧੀਆ ਹੋਵੇ, ਲੋਕੀ ਸਰਾਉਣ ਉਸ ਚੀਜ਼ ਨੂੰ, ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ 100% ਦਵੋ। ਥੈਂਕ ਯੂ ਸੋ ਮਚ। ਸੋ ਬਹੁਤ ਚੰਗਾ ਲੱਗਿਆ ਇੱਕ ਵਾਰ ਫਿਰ ਤੋਂ ਗੱਲ ਕਰਕੇ। ਸਤਿ ਸ਼੍ਰੀ ਅਕਾਲ। ਇਹ ਸਨ ਸਾਡੇ ਨਾਲ ਜੀ ਰੰਧਾਵਾ। ਇਹਨਾਂ ਦੀ ਅਕਤੂਬਰ ਦੇ ਵਿੱਚ ਫਿਲਮ ਆ ਰਹੀ ਹੈ ਚੋਬਰ, ਜ਼ਰੂਰ ਤੁਸੀਂ ਵੇਖ ਕੇ ਆਇਓ। ਸ਼ੂਟਰ ਇਹਨਾਂ ਦੀ ਫਿਲਮ ਸੀਗੀ ਤੇ ਇਹ ਮੈਂ ਓਨੈਸਟਲੀ ਕਹਿ ਰਹੀ ਹਾਂ ਕਿ ਮੈਨੂੰ ਇਹਨਾਂ ਦਾ ਕੰਮ ਬਹੁਤ ਚੰਗਾ ਲੱਗਿਆ ਸੀਗਾ। ਇੱਕ ਨਵੇਂ ਬੰਦੇ ਦੀ ਫਿਲਮ ਆ ਰਹੀ ਸੀ, ਪਹਿਲੀ ਫਿਲਮ ਸੀਗੀ, ਤਾਂ ਉਸ ਕਰੈਕਟਰ 'ਤੇ ਉਹਨੂੰ ਜ਼ਰੂਰੀ ਲੱਗਿਆ ਵੀ ਇਹਦੇ 'ਤੇ ਇੰਨਾ ਕੰਮ ਕੀਤਾ ਜਾਣਾ ਚਾਹੀਦਾ। ਨਹੀਂ ਤਾਂ ਕਈ ਵਾਰੀ ਇਹ ਹੁੰਦਾ ਕਿ ਸਾਡੇ ਆਰਟਿਸਟ ਨੇ ਉਹ ਆਪਦੀਆਂ ਮੁੱਛਾਂ ਤੱਕ ਨਹੀਂ ਵਧਾਉਂਦੇ, ਦਾੜੀ ਤੱਕ ਨਹੀਂ ਵਧਾਉਂਦੇ ਹੈਗੇ, ਉਹ ਵੀ ਡਾਇਰੈਕਟਰ ਨੂੰ ਕਹਿ ਦਿੰਦੇ ਨੇ ਵੀ ਸਾਰ ਲਓ ਜੇ ਸਰ ਸਕਦਾ ਆ, ਸਾਰ ਲਓ ਜੇ ਸਰ ਸਕਦਾ ਆ। ਸੋ ਜਦੋਂ ਕੋਈ ਆਰਟਿਸਟ ਇੰਨੀ ਮਿਹਨਤ ਕਰਦਾ ਤੇ ਉਹਨਾਂ ਦੀ ਜਰਨੀ ਤਾਂ ਵੈਸੇ ਹੀ ਸਟੈਪ ਬਾਏ ਸਟੈਪ ਬੜੀ ਪਲੈਨਿੰਗ ਦੇ ਨਾਲ ਉਹ ਅੱਗੇ ਆਏ ਨੇ, ਤਾਂ ਜ਼ਰੂਰ ਉਹਨਾਂ ਨੂੰ ਸਪੋਰਟ ਕਰਿਓ। ਸੋਸ਼ਲ ਮੀਡੀਆ ਘੱਟ ਅਪਡੇਟ ਕਰਦੇ ਨੇ, ਪਰ ਫਿਰ ਵੀ ਤੁਸੀਂ ਉਹਨਾਂ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਬਾਕੀ ਉਹਨਾਂ ਦੇ ਆਉਣ ਵਾਲੇ ਕੰਮਾਂ ਦੀ ਉਡੀਕ ਰੱਖਿਓ, ਜ਼ਰੂਰ ਜਾਇਓ ਵੇਖਣ ਫਿਲਮ ਚੋਬਰ ਨੂੰ। ਇਸ ਤੋਂ ਅੱਗੇ ਦੁਰਲਭ ਆ ਰਹੀ ਹੈ, ਉਹ ਵੀ ਜ਼ਰੂਰ ਜਾਇਓ, ਤੇ ਹੋਰ ਜਿੰਨੇ ਵੀ ਉਹਨਾਂ ਦੇ ਪ੍ਰੋਜੈਕਟ ਹੋਣਗੇ ਅਸੀਂ ਜ਼ਰੂਰ ਵੇਖਾਂਗੇ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।